हाँ जी, सत श्री अकाल। मैं कुलदीप सिंह सिद्धू ਤੇ ਆਪਾਂ ਲੜੀਵਾਰ ਚਰਚਾ ਕਰ ਰਹੇ ਹਾਂ ਸਬ ਇੰਸਪੈਕਟਰ ਦੇ ਪੁਰਾਣੇ ਕੁਐਸਚਨਾਂ ਤੇ। ਪੰਜ ਵੀਡੀਓ ਆਪਾਂ ਆਲਰੇਡੀ ਬਣਾ ਚੁੱਕੇ ਹਾਂ। ਪੰਜ ਵੀਡੀਓ ਦੇ ਵਿੱਚ ਆਪਾਂ ਪੰਜ ਸ਼ਿਫਟਾਂ ਦੇ ਪੇਪਰਾਂ ਦਾ ਐਨਾਲਿਸਿਸ ਕਰ ਚੁੱਕੇ ਹਾਂ। ਕੰਪਿਊਟਰ ਦੇ ਕੁਐਸਚਨ ਨੇ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ 30 ਕੁਐਸਚਨ ਆਉਂਦੇ ਨੇ ਇੱਕ ਸ਼ਿਫਟ ਦੇ ਵਿੱਚ, ਹੈ ਨਾ। ਸੋ ਇਹ ਪੁਰਾਣਾ ਪੇਪਰ ਜਿਹੜਾ 2021 ਵਾਲਾ ਕੈਂਸਲ ਹੋ ਗਿਆ ਸੀ, ਉਹ ਆਪਾਂ ਕੁਐਸਚਨ ਡਿਸਕਸ ਕਰ ਰਹੇ ਹਾਂ। ਥੋੜੇ ਜਿਹਾ ਟਫ ਇਹ ਬਣਾ ਦਿੱਤੀ ਗਈ ਗੱਲ ਕਿ ਇਹ ਟਫ ਸੀ, ਅਸਲ ਦੇ ਵਿੱਚ ਟਫ ਨਹੀਂ ਸੀਗੇ। 30 ਕੁਐਸਚਨਾਂ ਦੇ ਵਿੱਚੋਂ 25 ਕੁਐਸਚਨ ਬਹੁਤ ਵਧੀਆ ਸੀ, ਸਟੈਂਡਰਡ ਦੇ ਸੀ। 5 ਕੁਐਸਚਨ ਸੀਗੇ ਥੋੜੇ ਬਹੁਤ, ਚਲੋ ਇਹ ਚੀਜ਼ ਮਾਇਨੇ ਨਹੀਂ ਰੱਖਦੀ। 25 ਨੰਬਰ ਵੀ ਤਾਂ ਬਹੁਤ ਵੱਡੇ ਨੇ, ਪਰ ਉਹ 5 ਵੀ ਕਰਾਏ ਨੇ। ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਗੱਲ ਕਲੀਅਰ ਕਰਕੇ ਕਰਾਈ ਹੋਈ ਹੈ। ਸੋ ਉਸੇ ਲੜੀ ਦੇ ਵਿੱਚੋਂ ਹੀ ਅੱਜ ਆਪਣੀ ਵੀਡੀਓ ਹੈ, 6ਵਾਂ ਪਾਰਟ ਉਹਦਾ ਡਿਸਕਸ ਕਰ ਰਹੇ ਹਾਂ। ਇਹ ਮੇਰਾ ਪ੍ਰੋਫਾਈਲ ਹੈ, ਤੁਸੀਂ ਆਲਰੇਡੀ ਜਾਣਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ। ਤੇ ਉਹ 5 ਪਾਰਟ ਦੀ ਡਿਸਕ੍ਰਿਪਸ਼ਨ ਹੈ ਜਿਹੜੀ, ਉਹ ਪੰਜਾਂ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਉਹਦਾ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਹਦੇ ਤੋਂ ਬਿਨਾਂ ਆਪਾਂ ਐਕਸਪੈਕਟਡ ਕੁਐਸਚਨ ਦੀਆਂ 2 ਵੀਡੀਓ ਬਣਾਈਆਂ ਨੇ, ਹੈ ਨਾ, ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਜੇ ਤੁਸੀਂ ਸਬ ਇੰਸਪੈਕਟਰ ਵਾਲਿਆਂ ਕੋਲੇ, ਤੁਹਾਡੇ ਕੋਲੇ ਟਾਈਮ ਹੈਗਾ, ਤਾਂ ਤੁਸੀਂ ਇੰਟੈਲੀਜੈਂਸ ਵਾਲੇ ਵੀ ਮੈਂ ਅਲੱਗ ਤੋਂ ਵੀਡੀਓ ਬਣਾਈਆਂ ਹੋਈਆਂ ਨੇ ਪੁਰਾਣੇ ਕੁਐਸਚਨਾਂ ਦਾ, ਉਹ ਵੀ ਕਰ ਸਕਦੇ ਹੋ ਨਾਲ। ਕਿਉਂਕਿ ਲੈਵਲ ਦਾ ਥੋੜਾ ਬਹੁਤ ਫਰਕ ਹੈ, ਇਹ ਨਹੀਂ ਹੈਗਾ ਕਿ ਉਹਨਾਂ ਨੂੰ ਵੱਖਰਾ ਹੀ ਆਜੂ, ਹੈ ਤਾਂ ਕੰਪਿਊਟਰ ਹੀ ਹੈ ਨਾ, ਚੀਜ਼ਾਂ ਉਹੀ ਆਉਂਦੀਆਂ ਨੇ ਸੇਮ। ਤੋਂ ਜੇ ਤੁਹਾਡੇ ਕੋਲੇ ਟਾਈਮ ਹੈਗਾ ਤਾਂ ਤੁਸੀਂ ਜ਼ਰੂਰ ਦੇਖ ਸਕਦੇ ਹੋ, ਅਦਰਵਾਈਜ਼ ਚਲੋ ਕੋਈ ਗੱਲ ਨਹੀਂ, ਤੁਸੀਂ ਇਹੀ ਦੇਖ ਲਓ, ਠੀਕ ਹੈ। ਸੋ ਆਪਾਂ ਦੇਖਦੇ ਹਾਂ। ਪਹਿਲਾ ਕੁਐਸਚਨ ਹੈਗਾ, ਮੈਸੇਜ ਡਾਈਜੈਸਟ ਇਜ਼ ਡੈਸ਼ ਬਿਟ ਹੈਸ਼ ਫੰਕਸ਼ਨ। ਇਹ ਮੈਂ ਪਿਛਲੀ ਵੀਡੀਓ ਦੇ ਵਿੱਚ, ਮੈਨੂੰ ਲੱਗਦਾ ਚੌਥੀ ਪਤਾ ਨਹੀਂ 5ਵੀਂ ਵੀਡੀਓ 'ਚ ਮੈਸੇਜ ਡਾਈਜੈਸਟ ਬਾਰੇ ਚੰਗੀ ਤਰ੍ਹਾਂ ਆਪਾਂ ਗੱਲ ਕੀਤੀ ਸੀ। ਵਿਚ ਗਿਵਸ ਕੌਨਫੀਡੈਂਸ ਅਬਾਊਟ ਵੈਰਾਸਿਟੀ ਆਫ ਦੀ ਟਰਾਂਸਮਿਟਡ ਫਾਈਲ। ਵੈਰਾਸਿਟੀ ਕੀ ਹੁੰਦੀ ਹੈ? ਕਨਫੋਰਮਿਟੀ ਟੂ ਫੈਕਟ ਔਰ ਐਕੂਰੇਸੀ। ਕਹਿੰਦਾ ਕੀ ਸਾਨੂੰ ਕਲੀਅਰ ਦੱਸਦਾ ਵੀ ਕੌਨਫੀਡੈਂਸ ਦਿੰਦਾ ਟਰਾਂਸਮਿਟਡ ਫਾਈਲ ਬਾਰੇ, ਹੈ ਨਾ। ਸੋ ਆਪਾਂ ਮੈਸੇਜ ਡਾਈਜੈਸਟ ਦੇਖਿਆ ਸੀਗਾ। ਮੈਸੇਜ ਡਾਈਜੈਸਟ ਕੀ ਹੁੰਦਾ? ਇੱਕ ਪਲੇਨ ਟੈਕਸਟ, ਆਪਣੇ ਕੋਲੇ ਪਲੇਨ ਟੈਕਸਟ ਮੈਸੇਜ ਹੈ ਨਾ, ਉਹਦੇ ਤੋਂ ਹੈਸ਼ਿੰਗ ਐਲਗੋਰਿਥਮ ਲਗਾ ਕੇ ਜਾਂ ਹੈਸ਼ ਫੰਕਸ਼ਨ ਲਗਾ ਕੇ ਇੱਕ ਮੈਸੇਜ ਡਾਈਜੈਸਟ ਬਣ ਜਾਂਦਾ ਹੈ। ਇੱਕ ਵੱਡੇ ਮੈਸੇਜ ਦੇ ਛੋਟਾ ਇਕੁਇਵਲੈਂਟ ਬਣ ਜਾਂਦਾ ਹੈ। ਜਿਵੇਂ ਐਲਿਸ ਹੈ, ਇਹ ਬੌਬ ਨੂੰ ਕੁਝ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ। ਐਲਿਸ ਚਾਹੁੰਦਾ ਕਿ ਮੇਰੀ ਜਿਹੜੀ ਇਨਫੋਰਮੇਸ਼ਨ ਹੈ ਰਸਤੇ ਦੇ ਵਿੱਚ, ਇਹ ਮੈਸੇਜ ਹੈ, ਕਿਉਂਕਿ ਚੈਨਲ ਹੈ ਜਿਹੜਾ ਇਨਸਿਕਿਉਰ ਹੈ, ਇੰਟਰਨੈਟ ਤੇ ਕੋਈ ਵੀ ਚੀਜ਼ ਸਿਕਿਉਰ ਨਹੀਂ, ਆਪਾਂ ਨੂੰ ਪਤਾ ਹੈ ਨਾ। ਤਾਂ ਇਨਸਿਕਿਉਰ ਮੀਡੀਅਮ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਆਪਣੇ ਕੋਲੇ ਚੇਂਜ ਨਾ ਹੋਵੇ, ਚੇਂਜ ਨਹੀਂ ਹੋਣਾ ਚਾਹੀਦਾ। ਤਾਂ ਇਸੇ ਵਾਲੀ ਸਰਵਿਸ ਨੂੰ ਆਪਾਂ ਬੋਲਦੇ ਨੇ ਇੰਟੀਗ੍ਰਿਟੀ। ਕੰਪਿਊਟਰ ਦੇ ਆਪਾਂ ਨੂੰ ਪਤਾ ਹੈ ਸਿਕਿਉਰਿਟੀ ਦੇ 3 ਆਬਜੈਕਟਿਵ ਹੁੰਦੇ ਨੇ: ਕੌਨਫੀਡੈਂਸ਼ੀਅਲਿਟੀ, ਇੰਟੀਗ੍ਰਿਟੀ ਐਂਡ ਨੌਨ ਰੈਪੂਡੀਏਸ਼ਨ। ਦੁਬਾਰੇ ਦੱਸ ਦੇਣਾ ਮੈਂ, ਕੌਨਫੀਡੈਂਸ਼ੀਅਲਿਟੀ, ਇੰਟੀਗ੍ਰਿਟੀ ਤੇ ਨੌਨ ਰੈਪੂਡੀਏਸ਼ਨ, ਇਹ 3 ਆਬਜੈਕਟਿਵ ਹੁੰਦੇ ਨੇ। ਚੌਥਾ ਕਹਿ ਸਕਦੇ ਆਪਾਂ ਵੀ ਅਵੇਲੇਬਿਲਿਟੀ। ਇਹ 4 ਆਬਜੈਕਟਿਵ ਹੁੰਦੇ ਨੇ ਨੈਟਵਰਕ ਸਿਕਿਉਰਿਟੀ ਦੇ। ਕਈ ਵਾਰ ਆਪਾਂ ਨੂੰ ਪੁੱਛ ਲੇ, ਕੌਨਫੀਡੈਂਸ਼ੀਅਲਿਟੀ ਦਾ ਮਤਲਬ ਸਾਡਾ ਡੇਟਾ ਕੋਈ ਵੀ ਦੇਖ ਨਾ ਸਕੇ, ਤੇ ਇੰਟੀਗ੍ਰਿਟੀ ਦਾ ਮਤਲਬ ਕਿ ਸਾਡਾ ਡੇਟਾ ਚੇਂਜ ਨਾ ਕਰ ਸਕੇ। ਨੌਨ ਰੈਪੂਟੇਸ਼ਨ ਦਾ ਮਤਲਬ ਇੱਕ ਬੰਦੇ ਨੇ ਦੂਜੇ ਨੂੰ ਮੈਸੇਜ ਭੇਜਤਾ, ਉਹ ਮੁੱਕਰ ਨਾ ਸਕੇ। ਤੇ ਅਵੇਲੇਬਿਲਿਟੀ ਦਾ ਮਤਲਬ ਇੰਟਰਨੈਟ ਜਾਂ ਰਿਸੋਰਸ ਸਾਰੇ ਅਵੇਲੇਬਲ ਹੋਣ। ਇਹ ਨਾ ਹੋਵੇ ਅਸੀਂ ਲੌਕ ਤੇ ਪਾਸਵਰਡ ਲਾ ਕੇ ਸਾਰਾ ਕੁਝ ਹੀ ਬੰਦ ਕਰ ਦਈਏ, ਠੀਕ ਹੈ। ਸੋ ਇਹ ਆਬਜੈਕਟਿਵ ਨੇ 4। ਉਹਨਾਂ ਦੇ ਵਿੱਚੋਂ ਜਿਹੜਾ ਆਪਣੇ ਕੋਲੇ ਹੈਸ਼ਿੰਗ ਟੈਕਨੀਕ ਹੈ, ਇਹ ਜਿਹੜਾ 4 ਆਬਜੈਕਟਿਵ ਦੇ ਵਿੱਚੋਂ ਇਹ ਇੰਟੀਗ੍ਰਿਟੀ ਪ੍ਰੋਵਾਈਡ ਕਰਾਉਂਦਾ। ਇੰਟੀਗ੍ਰਿਟੀ ਦਾ ਮਤਲਬ ਕੋਈ ਵੀ ਆਪਾਂ ਮੈਸੇਜ ਭੇਜਦੇ ਹਾਂ, ਉਹ ਮੈਸੇਜ ਨੂੰ ਚੇਂਜ ਨਹੀਂ ਕਰ ਸਕਦਾ। ਤਾਂ ਉਹ ਕਿਵੇਂ ਹੁੰਦਾ? ਇੱਕ ਮੈਸੇਜ ਹੈ, ਉਹਦੇ ਤੇ ਹੈਸ਼ ਫੰਕਸ਼ਨ ਲਗਾ ਕੇ ਉਹਦਾ ਡਾਈਜੈਸਟ ਬਣਾਤਾ। ਤਾਂ ਇਹ ਜੇ ਮੰਨ ਲਓ 15 ਪੇਜਾਂ ਦਾ, ਤਾਂ ਸਿਰਫ ਇਹ 1 ਪੇਜ ਦਾ ਜਾਂ ਅੱਧੇ ਪੇਜ ਦਾ ਹੋਊਗਾ, ਹਾਫ ਪੇਜ ਦਾ ਆਪਾਂ ਕਹਿ ਦਿੰਦੇ ਹਾਂ। 15 ਪੇਜਾਂ ਦਾ ਹਾਫ ਪੇਜ ਦਾ ਡਾਈਜੈਸਟ ਬਣ ਗਿਆ। ਦੋਨੇ ਚੀਜ਼ਾਂ ਭੇਜ ਦਿਆਂਗੇ ਇਨਸਿਕਿਉਰ ਕਮਿਊਨੀਕੇਸ਼ਨ ਤੇ, ਮੈਸੇਜ ਵੀ ਚਲਾ ਗਿਆ, ਡਾਈਜੈਸਟ ਵੀ ਚਲਾ ਗਿਆ। ਇਹ ਡਾਈਜੈਸਟ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਇਹਨੂੰ ਸਿਰਫ ਮਿਲਾਇਆ ਹੀ ਜਾ ਸਕਦਾ। ਮੈਸੇਜ ਗਿਆ, ਰਿਸੀਵਰ ਜਿਹੜਾ ਬੌਬ ਹੈ ਨਾ, ਉਹ ਸੇਮ ਐਲਗੋਰਿਥਮ ਲਗਾ ਕੇ ਦੇਖੂਗਾ ਤੇ ਡਾਈਜੈਸਟ ਬਣ ਜੂਗਾ। ਇੱਕ ਡਾਈਜੈਸਟ ਨੈਟਵਰਕ ਦੇ ਵਿੱਚੋਂ ਆਇਆ, ਜੇ ਦੋਨੋਂ ਮਿਲ ਗਏ ਫਿਰ ਤਾਂ ਕਮਿਊਨੀਕੇਸ਼ਨ ਕੀਪ ਨੂੰ ਰੱਖ ਲੂਗਾ, ਵਧੀਆ। ਅਦਰਵਾਈਜ਼ ਡਿਸਕਾਰਡ ਕਰ ਦੂਗਾ, ਕਿਉਂਕਿ ਚੇਂਜ ਹੋ ਗਿਆ। ਇੰਟੀਗ੍ਰਿਟੀ ਦੀ ਪ੍ਰੋਪਰਟੀ ਹੈ ਜਿਹੜੀ, ਮੇਨਟੇਨ ਨਹੀਂ ਹੋਈ, ਸਮਝ ਗਏ। ਸੋ ਆਪਾਂ ਇਹ ਵੀ ਪੜ੍ਹੇ ਨੇ ਟਾਈਪਸ ਆਫ ਹੈਸ਼ਿੰਗ ਐਲਗੋਰਿਥਮ, MD2, MD4, MD5, MD6, ਹੈ ਨਾ। SHA ਹੁੰਦਾ ਸਿਕਿਉਰ ਹੈਸ਼ ਐਲਗੋਰਿਥਮ, ਤੇ ਵਾਈਡਲੀ ਯੂਜ਼ ਹੁੰਦਾ ਆਪਾਂ ਨੂੰ ਪਤਾ MD5, ਹੈ ਨਾ। MD ਕ੍ਰੀਏਟਸ 128 ਬਿਟ ਡਾਈਜੈਸਟ। ਜਿਹੜਾ ਮੈਸੇਜ ਡਾਈਜੈਸਟ ਹੈ ਉਹ 128 ਬਿਟ ਦਾ ਹੁੰਦਾ। ਤੇ SHA ਦੇ ਵਰਜਨ ਇਹਦੇ ਤੇ ਵੀ ਕੁਐਸਚਨ ਆ ਚੁੱਕਿਆ। SHA 0, 1, ਫਿਰ 2 ਦੇ ਹੈਗੇ ਨੇ 224, 256, 384, 512। ਇਹ ਕੀ ਨੇ? ਇਹ ਉਹਦਾ ਕੀ ਸਾਈਜ਼ ਹੈ, ਚਾਬੀਆਂ ਦਾ ਸਾਈਜ਼ ਹੈ, ਇੰਨੇ ਬਿਟ ਦੀ ਕੀ ਹੋ ਸਕਦੀ ਇਹਦੇ 'ਚ, ਠੀਕ ਹੈ। ਸੋ ਇਹਦੀ ਆਪਾਂ ਗੱਲ ਕਰਾਂਗੇ ਫਿਰ। ਮੈਸੇਜ ਡਾਈਜੈਸਟ ਦਾ ਸਾਈਜ਼ ਹੈ ਜਿਹੜਾ, ਉਹ 128 ਬਿਟ ਹੁੰਦਾ। ਤਾਂ ਗੱਲ ਕਲੀਅਰ ਹੋ ਗਈ ਹੋਣੀ ਹੈ। ਅੱਗੇ ਚੱਲਦੇ ਹਾਂ। Which of the following is main impairment in order to maintain good voice quality in VoIP? VoIP ਪਤਾ ਆਪਾਂ ਨੂੰ, ਇਹ ਕਾਫੀ ਸਟੂਡੈਂਟਸ ਦੇ ਮੈਨੂੰ ਮੈਸੇਜ ਵੀ ਆ ਰਹੇ ਆ ਵੀ VoIP ਨੇ ਬਹੁਤ ਤੰਗ ਕੀਤਾ ਹੋਇਆ।
ਸੋ ਇਹਦੇ ਨੋਟਸ ਅਲੱਗ ਤੋਂ ਤਾਂ ਮੈਂ ਸੱਚ ਕੁਝ ਬਣਾਇਆ ਨਹੀਂ, ਕੁਐਸਚਨ ਦੇ ਨਾਲ ਹੀ ਮੈਂ ਬਹੁਤ ਸਾਰੀਆਂ ਬਾਕੀ ਸ਼ਿਫਟਾਂ ਦੇ ਵਿੱਚ ਵੀ ਜਿੰਨੇ ਕੁਐਸਚਨ ਆਏ ਨੇ ਉਹ ਆਪਾਂ ਚੰਗੀ ਤਰ੍ਹਾਂ ਕਰਾਏ ਹੋਏ ਨੇ, ਉੱਥੇ ਡਿਟੇਲ ਜਿੰਨੀ ਕੁ ਚਾਹੀਦੀ ਹੈ। ਮੈਂ ਕੋਸ਼ਿਸ਼ ਕਰੂੰਗਾ ਜੇ ਟਾਈਮ ਹੋਇਆ ਤਾਂ ਫਿਰ ਆਪਾਂ BOIP ਤੇ ਇੱਕ ਅਲੱਗ ਵੀਡੀਓ ਬਣਾ ਦਾਂਗੇ, ਠੀਕ ਹੈ। ਪਰ ਮੈਂ ਕਮਿਟਮੈਂਟ ਨਹੀਂ ਕਰਦਾ ਤੁਹਾਡੇ ਨਾਲ, ਕਿਉਂਕਿ ਹੋਰ ਵੀਡੀਓ ਵੀ ਰਹਿੰਦੀਆਂ ਨੇ ਬਣਾਉਣ ਵਾਲੀਆਂ ਹਜੇ। ਪਹਿਲਾਂ ਆਪਾਂ ਉਹ ਬਣਾਵਾਂਗੇ ਤੇ ਫਿਰ ਉਸ ਤੋਂ ਬਾਅਦ ਜੇ ਸਮਾਂ ਬਚਿਆ ਮੈਂ ਜ਼ਰੂਰ ਕਰਾਊਂਗਾ ਇਹਦੇ ਨਾਲ ਦੇ ਕੁਐਸਚਨ ਵੀ ਕਰਾ ਦਾਂਗੇ ਆਪਾਂ ਅਲੱਗ ਤੋਂ ਕੱਢ ਕੇ, ਠੀਕ ਹੈ। ਸੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਨੈਟਵਰਕ ਮੈਟ੍ਰਿਕ ਕੀ ਹੁੰਦੀਆਂ ਨੇ। ਨੈਟਵਰਕ ਮੈਟ੍ਰਿਕ ਜਿਵੇਂ ਜਿਟਰ, ਲੇਟੈਂਸੀ ਤੇ ਪੈਕੇਟ ਲਾਸ ਹੈ ਨਾ, ਇਹ ਮੈਟ੍ਰਿਕਸ ਨੇ ਨੈਟਵਰਕ ਦੀਆਂ ਯੂਜ਼ ਟੂ ਐਕਸੈਸ ਦੀ ਨੈਟਵਰਕ ਪਰਫਾਰਮੈਂਸ। ਕਿਸੇ ਵੀ ਨੈਟਵਰਕ ਦੀ ਪਰਫਾਰਮੈਂਸ ਨੂੰ ਟੈਸਟ ਕਰਨ ਦੇ ਲਈ ਇਹ ਮੈਟ੍ਰਿਕ ਨੇ। ਜਿਵੇਂ ਲੇਮਨ ਆਪਾਂ ਸਮਝ ਲਈਏ ਕਿ ਕੋਈ ਪਰਸਨ ਕੰਮ ਕਰਦਾ ਹੈ, ਆਪਾਂ ਮੈਜਰ ਕਰਦੇ ਹਾਂ ਵੀ ਉਹ ਰਨਿੰਗ ਕਿੰਨੀ ਕਰ ਸਕਦਾ, ਜੋ ਕਿੰਨੀਆਂ ਡੰਡ ਬੈਠਕਾਂ ਲਾ ਸਕਦਾ, ਉਹ ਉਹਦੀ ਸਟਰੈਂਥ ਨੂੰ ਮੈਜਰ ਕਰਨ ਦੇ ਮੈਟ੍ਰਿਕ ਨੇ, ਪੈਰਾਮੀਟਰ ਨੇ। ਉਵੇਂ ਹੀ ਕੰਪਿਊਟਰ ਦੇ ਵਿੱਚ ਨੈਟਵਰਕ ਦੀਆਂ ਮੈਟ੍ਰਿਕ ਕਿਹੜੀਆਂ ਨੇ, ਜਿਟਰ ਹੈ, ਲੇਟੈਂਸੀ ਹੈ ਤੇ ਪੈਕੇਟ ਲਾਸ। ਇਹਨੂੰ ਆਪਾਂ ਕੱਲੀ ਨੂੰ ਦੇਖਦੇ ਹਾਂ ਵੀ ਇਹ ਕੀ ਕੰਮ ਕਰਦੀਆਂ ਨੇ। ਲੇਟੈਂਸੀ ਹੁੰਦੀ ਹੈ, ਮੰਨ ਲਓ ਇਹ ਸੈਂਡਰ ਹੈ ਜਾਂ ਕਲਾਇੰਟ ਹੈ। ਕਲਾਇੰਟ ਹੁੰਦਾ ਜਿਹੜਾ ਸਰਵਿਸਿਸ ਨੂੰ ਐਕਸੈਸ ਕਰਦਾ, ਇਹ ਸਰਵਰ ਕਹਿ ਦਿੰਦੇ ਆਪਾਂ। ਸਰਵਰ ਜਿਹੜਾ ਸਰਵਿਸਿਸ ਪ੍ਰੋਵਾਈਡ ਕਰਦਾ, ਕਲਾਇੰਟ ਜਿਹੜਾ ਉਹ ਸਰਵਿਸਿਸ ਨੂੰ ਲੈਂਦਾ, ਠੀਕ ਹੈ। ਕਸਟਮਰ ਜਿਹਨੂੰ ਆਪਾਂ ਕਹਿੰਦੇ ਹਾਂ। ਕਲਾਇੰਟ ਨੇ ਕੋਈ ਰਿਕੁਐਸਟ ਭੇਜੀ, ਇੱਥੋਂ ਲੈ ਕੇ ਵਾਪਸ ਆਉਣ ਤੱਕ ਜਿੰਨਾ ਟਾਈਮ ਲੱਗਦਾ ਉਹਨੂੰ ਲੇਟੈਂਸੀ ਬੋਲਦੇ ਨੇ। ਲੇਟੈਂਸੀ ਟਾਈਮ ਵੀ ਬੋਲਿਆ ਜਾਂਦਾ ਹੈ ਨਾ। ਆਪਾਂ ਹਾਰਡ ਡਿਸਕ ਦੇ ਵਿੱਚ ਵੀ ਪੜ੍ਹਿਆ ਸੀ ਲੇਟੈਂਸੀ ਟਾਈਮ ਕੀ ਹੁੰਦਾ ਹੈ ਨਾ, ਤੇ ਇੱਕ ਸੀਕ ਟਾਈਮ ਪੜ੍ਹਿਆ ਸੀ। ਸੀਕ ਟਾਈਮ ਸੀਗਾ ਪ੍ਰੋਪਰ ਟਰੈਕ ਨੂੰ ਲੱਭਣਾ, ਲੇਟੈਂਸੀ ਸੀਗਾ ਉਹਨੂੰ ਘੁਮਾਉਣਾ, ਗੋਲ ਘੁਮਾ ਕੇ ਡੇਟਾ ਨੂੰ, ਸੈਕਟਰ ਨੂੰ ਪ੍ਰੋਪਰ ਰੀਡ ਰਾਈਟ ਹੈਡ ਦੇ ਥੱਲੇ ਲੈ ਕੇ ਆਉਣਾ, ਉਹਨੂੰ ਆਪਾਂ ਲੇਟੈਂਸੀ ਕਿਹਾ ਸੀ, ਹੈ ਨਾ। ਸੋ ਟਾਈਮ ਇਟ ਟੇਕਸ ਫॉर ਰਿਕੁਐਸਟ ਗੋ ਫਰੋਮ ਐਂਡ ਕਲਾਇੰਟ ਟੂ ਸਰਵਰ ਐਂਡ ਬੈਕ ਦੈਮ ਟੂ ਕਲਾਇੰਟ। ਇੱਥੋਂ ਕਹਿੰਦਾ ਇੱਥੇ ਜਾਣ ਤੇ ਵਾਪਸ ਆਉਣ ਤੇ ਜਿੰਨਾ ਟਾਈਮ ਲੱਗਦਾ ਉਹਨੂੰ ਆਪਾਂ ਲੇਟੈਂਸੀ ਕਹਿ ਦਿੰਦੇ ਹਾਂ। ਜਿਵੇਂ ਤੁਸੀਂ ਪੇਪਰ ਦੇਣ ਜਾਓਗੇ, ਮੰਨ ਲਓ ਤੁਹਾਡਾ ਪੇਪਰ ਚੰਡੀਗੜ੍ਹ ਆ ਗਿਆ, ਤੁਸੀਂ ਜਦੋਂ ਘਰੋਂ ਤੁਰ ਪਏ ਪੇਪਰ ਦੇ ਕੇ ਆ ਕੇ ਦੁਬਾਰੇ ਘਰੇ ਆ ਗਏ ਤਾਂ ਉਹਨੂੰ ਆਪਾਂ ਕੀ ਬੋਲ ਦਾਂਗੇ, ਲੇਟੈਂਸੀ ਬੋਲ ਦਾਂਗੇ। ਮੰਨ ਲਓ ਤੁਸੀਂ ਤਿੰਨੇ ਪੇਪਰ ਦੇਣੇ ਨੇ, ਤੁਸੀਂ ਤਿੰਨੇ ਦਿਨ ਹੀ ਬਾਹਰ ਰਹੋਗੇ ਤਾਂ ਤੁਹਾਡੇ ਉਨੇ ਘੰਟੇ ਲੇਟੈਂਸੀ ਹੋ ਜਾਊਗੀ, ਲੇਟੈਂਸੀ ਟਾਈਮ ਹੋਊਗਾ। ਕਲੀਅਰ ਹੋਈ ਗੱਲ। ਤੇ ਅਗਲਾ ਹੁੰਦਾ ਜਿਟਰ। ਜਿਟਰ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਲੇਟੈਂਸੀ ਹੈ ਉਹ ਟਾਈਮ ਦੇ ਨਾਲ ਵੇਰੀ ਕਰਦੀ ਹੈ। ਲੇਟੈਂਸੀ ਵੇਰੀ ਓਵਰ ਟਾਈਮ। ਦੇਖੋ ਜਿਹੜਾ ਸੈਂਡਰ ਸੀਗਾ ਉਹਨੇ ਪੈਕੇਟ ਭੇਜੇ, ਪਹਿਲਾਂ ਗਿਆ ਪੈਕੇਟ ਪਹਿਲਾ, ਫਿਰ ਗਿਆ ਪੈਕੇਟ ਦੂਜਾ, ਫਿਰ ਗਿਆ ਪੈਕੇਟ ਤੀਜਾ। ਆਰਡਰ ਸੀਕੁਐਂਸ ਹੈ, ਪਹਿਲਾ ਦੂਜਾ ਤੀਜਾ ਐਵੇਂ ਭੇਜੇ। ਤੇ ਬਟ ਜਿਹੜੇ ਰਿਸੀਵਰ ਕੋਲੇ ਰਿਸੀਵ ਹੋਏ, ਪਹਿਲਾਂ ਉਹਨੂੰ ਤੀਜਾ ਮਿਲ ਗਿਆ, ਫਿਰ ਪਹਿਲਾ ਮਿਲ ਗਿਆ, ਫਿਰ ਦੂਜਾ ਮਿਲ ਗਿਆ। ਤਾਂ ਇਹ ਕੀ ਹੋ ਗਿਆ, ਜਿਟਰ ਹੋ ਗਿਆ। ਜਦੋਂ ਆਪਾਂ ਕਿਸੇ ਨੂੰ ਫੋਨ ਕਰਦੇ ਹਾਂ, ਉਹ ਆਪਾਂ ਪੜ੍ਹਿਆ ਨਾ ਵੀ ਪੈਕੇਟ ਸਵਿਚਿੰਗ ਹੁੰਦੀ ਹੈ ਮੋਬਾਈਲ ਫੋਨ ਦੇ ਵਿੱਚ, BOIP ਦੇ ਵਿੱਚ। ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋਣੀ। BOIP ਕਹਿ ਲਓ ਜਾਂ ਇੰਟਰਨੈਟ ਕਹਿ ਲਓ, ਇਹਦੇ ਵਿੱਚ ਪੈਕੇਟ ਸਵਿਚਿੰਗ ਤੇ ਕੰਮ ਕਰਦਾ ਹੈ। ਪੈਕੇਟ ਸਵਿਚਿੰਗ ਦੀਆਂ ਮੈਂ ਡਾਇਗਰਾਮ ਬਹੁਤ ਵਾਰੀ ਕਰਾਈਆਂ ਹੋਈਆਂ ਨੇ। ਪੈਕੇਟ ਸਵਿਚਿੰਗ ਤੇ ਨੈਟਵਰਕ ਸਵਿਚਿੰਗ, ਦੋ ਤਰ੍ਹਾਂ ਦੀ ਸਵਿਚਿੰਗ ਹੁੰਦੀ ਹੈ। ਇਹ ਪੈਕੇਟ ਸਵਿਚਿੰਗ ਫੋਲੋ ਕਰਦਾ। ਤਾਂ ਪੈਕੇਟ ਅੱਗੇ ਪਿੱਛੇ ਚਲੇ ਜਾਣਗੇ ਤਾਂ ਉਹਦੇ ਨਾਲ ਕੀ ਹੋ ਜਾਊਗਾ, ਜਿਵੇਂ ਆਪਾਂ ਪੁਰਾਣੀਆਂ ਮੂਵੀ ਨਹੀਂ ਦੇਖਦੇ ਸੀ ਵੀ ਉਹਦੇ ਵਿੱਚ ਕੀ ਹੁੰਦਾ ਸੀ, ਬੰਦੇ VCR ਲਾਉਂਦੇ ਸੀ। ਕਈ ਵਾਰੀ ਆਪਾਂ ਸਲਾਮੀ ਦੇ ਰਿਹਾ ਬੰਦਾ, ਤੇ ਜੇ ਆਪਾਂ ਬੈਕ ਕਰ ਦਿੰਦੇ ਸੀ ਤਾਂ ਉਹ ਸਲਾਮੀਆਂ ਚੱਕ ਕੇ ਭੱਜਣ ਲੱਗ ਜਾਂਦੇ ਸੀ। ਕਿਵੇਂ ਜਿਹਾ ਲੱਗਦਾ ਸੀ, ਆਪਾਂ ਬਹੁਤ ਹੱਸਦੇ ਹੁੰਦੇ ਸੀ, ਹੈ ਨਾ। ਫਿਰ ਕੋਈ ਬੰਦਾ ਰੋਟੀ ਖਾ ਰਿਹਾ ਹੁੰਦਾ ਸੀ, ਉਹ ਐਂ ਲੱਗਦਾ ਸੀ ਰੋਟੀਆਂ ਬਾਹਰ ਕੱਢ ਰਿਹਾ ਮੂੰਹ ਚੋਂ, ਹੈ ਨਾ। ਇਹ ਚੀਜ਼ਾਂ ਤੁਸੀਂ ਦੇਖੀਆਂ ਹੋਣਗੀਆਂ। ਅੱਜ ਕੱਲ੍ਹ ਦੇ ਬੰਦਿਆਂ ਨੂੰ ਤਾਂ ਨਹੀਂ ਪਤਾ, ਤੇ ਪੁਰਾਣੇ ਵੇਲੇ ਇਹ ਚੀਜ਼ਾਂ ਹੁੰਦੀਆਂ ਸੀ ਜਿਨ੍ਹਾਂ ਨੇ VCR ਦੇਖਿਆ ਬੰਦਿਆਂ ਨੇ। ਤਾਂ ਜੇ ਪੈਕੇਟ ਨੇ ਇਹ ਜਿਹੜੇ ਆਰਡਰ ਦੇ ਵਿੱਚ ਭੇਜੇ ਹੋਏ ਨੇ, ਮੈਂ ਤੁਹਾਨੂੰ ਬੋਲ ਰਿਹਾ ਆਵਾਜ਼, ਮੇਰੀ ਆਵਾਜ਼ ਸੀਕੁਐਂਸ 'ਚ ਹੀ ਪਹੁੰਚਣੀ ਚਾਹੀਦੀ ਹੈ। ਇਹ ਨਹੀਂ ਹੈਗਾ ਜਿਹੜੇ ਮੈਂ ਸ਼ਬਦ ਬਾਅਦ 'ਚ ਬੋਲੇ ਨੇ ਉਹ ਪਹਿਲਾਂ ਪਹੁੰਚ ਜਾਣ, ਫਿਰ ਔਖਾ ਹੋ ਜਾਊਗਾ। ਤਾਂ ਉਹਨੂੰ ਜਿਟਰ ਬੋਲ ਦਿੰਦੇ ਆ। ਤਾਂ ਜਿਟਰ ਕੀ ਹੁੰਦੀ ਹੈ, ਅਨਈਵਨ ਡਿਲੇ ਜਾਂ ਸੀਕੁਐਂਸ ਚੇਂਜ ਹੋ ਜਾਂਦੀ ਹੈ ਪੈਕੇਟਸ ਦੀ, ਇਹਨੂੰ ਆਪਾਂ ਜਿਟਰ ਬੋਲਦੇ ਹਾਂ। ਕਲੀਅਰ ਹੋਈ ਗੱਲ। ਤੇ ਇਹ ਪੈਕੇਟ ਲਾਸ ਹੈ। ਰਸਤੇ ਦੇ ਵਿੱਚੋਂ ਆਪਾਂ ਨੂੰ ਪਤਾ ਤਾਰਾਂ ਟੁੱਟ ਜਾਂਦੀਆਂ ਨੇ, ਆਪਾਂ ਬਿਜਲੀ ਦੀਆਂ ਤਾਰਾਂ ਵੀ ਹੁੰਦੀਆਂ ਨੇ, ਹੈ ਨਾ। ਜੇ ਮੰਨ ਲਓ ਬਿਜਲੀ ਦੀ ਤਾਰ ਦੇ ਵਿੱਚ ਬਹੁਤ ਸਾਰੇ ਜੋੜ ਲੱਗੇ ਹੋਏ ਨੇ ਤਾਂ ਐਨਰਜੀ ਲਾਸ ਹੁੰਦੀ ਹੈ। ਤਾਂ ਜੋੜ ਘੱਟ ਤੋਂ ਘੱਟ ਹੋਣੇ ਚਾਹੀਦੇ ਨੇ ਤਾਰਾਂ ਦੇ ਵਿੱਚ, ਜਿੰਨੇ ਜ਼ਿਆਦਾ ਜੋੜ ਹੋਣਗੇ ਲਾਸ ਹੋਊਗਾ। ਤੇ ਜਦੋਂ ਆਪਾਂ ਨੂੰ ਪਤਾ, ਆਪਾਂ ਕੇਬਲ TV ਤਾਰ ਲਵਾਈ ਹੁੰਦੀ ਹੈ, ਜੇ ਰਾਹ 'ਚ ਜੋੜ ਹੋਵੇ ਕੋਈ, ਹੈ ਨਾ, ਜਾਂ ਟੈਲੀਫੋਨ ਦੀ ਤਾਰ ਦਾ ਜੋੜ ਹੋਵੇ, ਉੱਥੇ ਮੀਂਹ ਵਗੈਰਾ ਪੈ ਕੇ ਉੱਥੇ ਡਿਸਟਰਬੈਂਸ ਜੀ ਹੋਣ ਲੱਗ ਜਾਂਦੀ ਹੈ, ਆਵਾਜ਼ ਸੁਰ ਕਰ ਜਾਂਦੀ, ਨੋਇਸ ਪ੍ਰੋਡਿਊਸ ਹੋ ਜਾਂਦੀ ਹੈ। ਤਾਂ ਉਸ ਨੂੰ ਆਪਾਂ ਪੈਕੇਟ ਲਾਸ ਕਹਿ ਦਿੰਦੇ ਹਾਂ। ਇੱਥੋਂ ਆਪਾਂ ਡਾਇਗਰਾਮ 'ਚੋਂ ਐਂ ਜੇ ਦਿਖਾਇਆ ਹੋਇਆ ਵੀ 01 ਬਾਹਰ ਭੱਜ ਰਹੇ, ਅਸਲ 'ਚ ਇਹ ਨਹੀਂ ਭੱਜ ਰਹੇ ਹੁੰਦੇ, ਤਾਂ ਵਿਜ਼ੂਅਲੀ ਦੇਖਣ ਵਾਸਤੇ ਆ, ਠੀਕ ਹੈ। ਸੋ ਇਹ ਹੁੰਦਾ ਪੈਕੇਟ ਲਾਸ। ਸੋ ਜੇ ਇਹ ਤਿੰਨੋਂ ਹੀ ਮੇਨ ਨੈਟਵਰਕ ਦੀਆਂ ਮੈਟ੍ਰਿਕਸ ਨੇ ਤੇ ਜ਼ਰੂਰੀ ਹੁੰਦੀਆਂ ਨੇ। ਵਿਚ ਆਫ ਦ ਫੋਲੋਇੰਗ ਇਜ਼ ਦੀ ਮੇਨ ਇੰਪੇਅਰਮੈਂਟ ਇਨ ਆਰਡਰ ਟੂ ਮੇਨਟੇਨ ਦੀ ਗੁੱਡ ਵੌਇਸ ਕੁਆਲਿਟੀ। ਤਾਂ ਜੇ ਪੈਕੇਟ ਲਾਸ ਸਾਡਾ ਘੱਟ ਤੋਂ ਘੱਟ ਹੋਣਾ ਚਾਹੀਦਾ ਜੇ ਅਸੀਂ ਗੁੱਡ ਕਮਿਊਨੀਕੇਸ਼ਨ ਬਣਾਉਣਾ ਹੈ, ਤੇ ਜਿਟਰ ਵੀ ਸਾਡਾ ਮਿਨੀਮਾਈਜ਼ ਹੋਣਾ ਚਾਹੀਦਾ, ਵੀ ਅਨਈਵਨ ਡਿਲੇ ਨਹੀਂ ਹੋਣੀ ਚਾਹੀਦੀ, ਸੀਕੁਐਂਸ ਜਾਣੇ ਚਾਹੀਦੇ ਨੇ।
ਤੇ ਲੇਟੈਂਸੀ ਵੀ ਘੱਟ ਤੋਂ ਘੱਟ, ਜਿੰਨੀ ਲੇਟੈਂਸੀ ਘੱਟ ਉਨਾ ਹੀ ਜ਼ਿਆਦਾ ਵਧੀਆ। ਸੋ ਫਿਰ ਇਹਦਾ ਸੀ ਆਨਸਰ ਹੈ। ਤਿੰਨੋਂ ਹੀ ਗੱਲਾਂ ਠੀਕ ਨੇ। ਇਹਦੇ ਨਾਲ ਲੱਗਦਾ ਹੀ ਕੁਐਸਚਨ ਹੋਰ ਪੁੱਛ ਸਕਦਾ, ਉਹ ਵੀ ਮੈਂ ਦੱਸ ਦਿੰਦਾ। ਜਿਵੇਂ ਟਰਾਂਸਮਿਸ਼ਨ ਇੰਪੇਅਰਮੈਂਟਸ ਹੁੰਦੇ ਨੇ। ਇੰਪੇਅਰਮੈਂਟਸ ਕੀ ਹੁੰਦੇ ਨੇ? ਸਿਗਨਲ ਦਾ ਟੁੱਟਣਾ। ਅਕਰ ਵੈਨ ਰਿਸੀਵਡ ਸਿਗਨਲ ਇਜ਼ ਡਿਫਰੈਂਟ ਫਰੋਮ ਦੀ ਟਰਾਂਸਮਿਟਡ ਸਿਗਨਲ। ਆਪਾਂ ਕੋਈ ਚੀਜ਼ ਭੇਜਤੀ, ਆਪਾਂ ਟਰੱਕ ਦੇ ਵਿੱਚ ਲੱਦ ਕੇ ਸਮਾਨ ਭੇਜਤਾ ਹਨਾ, ਹੁਣ ਇੱਥੋਂ ਕੁਝ ਅੰਗੂਰ ਭੇਜਤੇ ਮੰਨ ਲਓ, ਜਾਂ ਟਮਾਟਰ ਭੇਜਤੇ, ਇੱਥੋਂ ਕੁਝ ਹੋਰ ਭੇਜੇ, ਰਸਤੇ ਦੇ ਵਿੱਚ ਜਾ ਕੇ ਸਾਡੇ ਨਾਲ ਬੰਦੇ ਚੜ ਗਏ ਟਰੱਕ 'ਚ 10-15, ਉਹਨਾਂ ਨੂੰ ਪਤਾ ਨਹੀਂ ਸੀ ਵੀ ਅੰਗੂਰ ਆ ਜਾਂ ਵਿੱਚ ਸੰਤਰੇ ਆ ਜਾਂ ਕੇਲੇ ਆ ਹਨਾ, ਤੇ ਉਹਨਾਂ ਨੇ ਫਿਰ ਚਮਚਿਆਂ ਨਾਲ ਖਾਣ ਵਾਲੇ ਕਰਤੇ, ਖਰਾਬ ਹੋ ਗਏ ਨਾ। ਭੇਜਿਆ ਕੁਛ ਤੇ ਪਹੁੰਚਿਆ ਕੁਛ। ਕਈ ਵਾਰੀ ਹੁਣ ਮੈਨੂੰ ਯਾਦ ਆ ਵੀ ਕਿਰਾ ਅਸੀਂ ਟੂਰ ਤੇ ਗਏ, ਪਿੰਨੀਆਂ ਬਣਾ ਕੇ ਲੈ ਗਏ ਪੰਜੀਰੀ ਦੀਆਂ ਘਰੋਂ, ਤੇ ਪਿੰਨੀਆਂ ਹੁਣ ਸਟੇਸ਼ਨਾਂ ਦੇ ਧਾਰ ਚੱਕ ਬੈਕ ਕਰਦੇ ਕਰਾਉਂਦੇ, ਤੇ ਉਹ ਜਾ ਕੇ ਜਮਾ ਪੰਜੀਰੀ ਬਣ ਗਈ ਦੁਬਾਰੇ। ਠੀਕ ਹੈ, ਸੋ ਭੇਜਿਆ ਕੁਛ ਸੀ, ਪਹੁੰਚ ਕੁਛ ਜਾਂਦਾ। ਇਸੇ ਨੂੰ ਹੀ ਆਪਾਂ ਇੰਪੇਅਰਮੈਂਟਸ ਬੋਲਦੇ ਹਾਂ। ਤੇ ਇੰਪੇਅਰਮੈਂਟਸ ਦੇ ਕੌਜ਼ ਤਿੰਨ ਤਰ੍ਹਾਂ ਦੇ ਹੁੰਦੇ ਨੇ ਇਹ: ਅਟੈਨੂਏਸ਼ਨ, ਡਿਸਟੋਰਸ਼ਨ ਤੇ ਨੋਇਜ਼। ਤਿੰਨੇ ਹੀ ਦੱਸੂਗਾ, ਬੜੇ ਸੌਖੇ ਨੇ। ਇੱਕ ਤਾਂ ਤੁਸੀਂ ਘਬਰਾਉਣਾ ਨਹੀਂ, ਮੈਂ ਕੋਈ ਵੀ ਨਵੀਂ ਚੀਜ਼ ਦੱਸਦਾ ਬੰਦਿਆਂ ਨੂੰ ਐਂ ਲੱਗਦਾ ਵੀ ਯਾਰ ਆਹ ਕਿਤੋਂ ਟਾਈਮ ਥੋੜਾ ਹੈਗਾ, ਕੀ ਕਰਾਂਗੇ ਯਾਰ ਇੰਨਾ ਡਿਟੇਲ ਦੇ ਵਿੱਚ ਨਾ ਚੀਜ਼ਾਂ। ਉਹ ਕੁਐਸਚਨ ਹੀ ਇਹਨਾਂ 'ਚ ਪੁੱਛੇ ਜਾਣਗੇ, ਤਾਂ ਆਪਾਂ ਨੂੰ ਕਰਾਉਣਾ ਪਊਗਾ, ਆਪਾਂ ਛੱਡ ਨਹੀਂ ਸਕਦੇ। ਕੋਈ ਗੱਲ ਨਹੀਂ, ਸਪੀਡ ਵਧਾ ਲਿਆ ਕਰੋ ਮਾੜੀ ਮੋਟੀ, 1.5-2 ਤੇ ਕਰ ਲਿਆ ਕਰੋ ਨਾ। ਮੈਥੋਂ ਇੰਨਾ ਤੇਜ਼ ਬੋਲਿਆ ਨਹੀਂ ਹੁੰਦਾ, ਜ਼ੋਰ ਬਹੁਤ ਲੱਗਦਾ ਗਾ, ਲੰਬੀ ਹੋ ਜਾਂਦੀ ਹੈ ਵੀਡੀਓ। ਇੱਕ ਤਾਂ 1 ਘੰਟੇ ਦੇ ਵਿੱਚ ਜਾ ਕੇ ਜਮਾਂ ਹੀ ਐਂ ਬਸ ਭਿਆਂ ਹੋ ਜਾਂਦੀ ਹੈ ਹਨਾ। ਸੋ ਤਾਂ ਕਰਕੇ ਸਪੀਡ ਵਧਾ ਲਿਆ ਕਰੋ। ਇੱਕ ਮਾੜਾ ਮੋਟਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ, ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ, ਤੇ ਸ਼ੇਅਰ ਵੀ ਕਰ ਦਿਆ ਕਰੋ। ਸਟੇਟਸ ਲਾ ਕੇ ਵੀ ਥੋੜਾ ਬਹੁਤ ਸ਼ੇਅਰ ਕਰ ਦਿਆ ਕਰੋ। ਆਪਣਾ ਟਾਰਗੇਟ ਹੈ ਕਿ ਤੁਹਾਡੇ ਪੇਪਰ ਤੋਂ ਪਹਿਲਾਂ ਆਪਾਂ 1000 ਸਬਸਕ੍ਰਾਈਬਰ ਪੂਰੇ ਕਰਨੇ ਨੇ। ਠੀਕ ਹੈ, ਸੋ ਮੈਂ ਰਿਕੁਐਸਟ ਕਰਦਾ ਤੁਹਾਨੂੰ ਕਿ ਤੁਸੀਂ ਤਿਆਰੀ ਕਰ ਰਹੇ ਹੋ ਜਿਹੜੇ ਸਾਰੇ ਬੰਦੇ ਹੈ ਨਾ, ਸੋ ਤੁਸੀਂ ਮੇਰੀ ਜ਼ਰੂਰ ਹੈਲਪ ਕਰੋਗੇ। ਠੀਕ ਹੈ, ਸੋ ਬਦਲੇ 'ਚ ਤਾਂ ਨਹੀਂ ਮੈਂ ਕਹਿ ਰਿਹਾ, ਇਹ ਤਾਂ ਗੱਲ ਠੀਕ ਨਹੀਂ ਜਿਵੇਂ ਕਹਾਂ ਵੀ ਮੈਂ ਤੁਹਾਡੀ ਹੈਲਪ ਕਰ ਰਹਾ ਤੁਸੀਂ, ਨਹੀਂ, ਇਹ ਤਾਂ ਗਿਵ ਐਂਡ ਟੇਕ ਵਾਲੀ ਗੱਲ ਤਾਂ ਹੁੰਦੀ ਹੈ। ਪਰ ਮੈਂ ਇਹ ਨਹੀਂ ਸੋਚਦਾ ਕਿ ਮੈਂ ਤੁਹਾਨੂੰ ਤਾਂ ਕਰਾ ਰਿਹਾ ਤੁਸੀਂ ਐਂ ਕਰੋਗੇ, ਨਹੀਂ, ਉਹ ਕੋਈ ਚੱਕਰ ਵਾਲੀ ਗੱਲ ਨਹੀਂ। ਤੁਹਾਡਾ ਨਹੀਂ ਮਨ ਕਰਦਾ ਤਾਂ ਨਾ ਕਰੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ। ਹੌਲੀ ਹੌਲੀ ਚੀਜ਼ਾਂ ਹੋ ਹੀ ਜਾਂਦੀਆਂ ਨੇ। ਪਰ ਮੇਰੇ ਮਨ 'ਚ ਖਿਆਲ ਜਿਹਾ ਆਇਆ ਵੀ ਤੁਹਾਡਾ ਪੇਪਰ ਤੋਂ ਪਹਿਲਾਂ ਆਪਾਂ 12-13 ਤਰੀਕ ਤੱਕ ਆਪਣੇ 1000 ਸਬਸਕ੍ਰਾਈਬਰ ਹੋਣੇ ਚਾਹੀਦੇ ਹੈ ਨਾ। ਸੋ ਖੁਸ਼ੀ ਤਾਂ ਹੁੰਦੀ, ਆਪਾਂ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ, ਆਪਾਂ ਨੂੰ ਥੋੜਾ ਜਿਹਾ ਉਸ ਚੀਜ਼ ਦਾ ਬੰਦਾ ਦੱਸੇ ਵੀ ਤੁਸੀਂ ਵਧੀਆ ਕਰਾ ਰਹੇ ਹੋ ਜਾਂ ਇੱਥੇ ਇੰਪਰੂਵਮੈਂਟ ਹੋ ਸਕਦੀ ਹੈ, ਇਹਨੂੰ ਐਂ ਕਰਾਓ। ਬਹੁਤ ਸਾਰੀਆਂ ਚੀਜ਼ਾਂ ਮੈਂ ਸਟੂਡੈਂਟ ਦੇ ਆਈਡੀ ਦੇ ਨਾਲ ਹੀ ਇੰਪਲੀਮੈਂਟ ਕੀਤੀਆਂ ਨੇ। ਜਿਵੇਂ ਮੈਂ ਕਾਂਸਟੇਬਲ ਵਾਲੇ ਕੁਐਸਚਨਾਂ ਦੀਆਂ ਵੀਡੀਓ ਨਹੀਂ ਬਣਾਈਆਂ ਸੀ, ਤੁਸੀਂ ਮੈਨੂੰ ਦੱਸਿਆ ਕਿ ਉਹ ਸਾਨੂੰ ਚਾਹੀਦੀਆਂ ਨੇ, ਤਾਂ ਉਹ ਬਣਾਈਆਂ ਆਪਾਂ। ਠੀਕ ਹੈ, ਤਾਂ ਇਹ ਪਾਰਟੀਸਪੇਸ਼ਨ ਹੈ, ਤੁਸੀਂ ਵੀ ਪਾਰਟੀਸਪੇਟ ਕਰਨਾ। ਆਪਾਂ ਇੱਕ ਫੈਮਿਲੀ ਹੈ, ਪਰਿਵਾਰ ਹੈ ਆਪਣਾ। ਠੀਕ ਹੈ, ਕੋਈ ਵੀ ਚੀਜ਼ ਆਪਾਂ ਪੇਡ ਨਹੀਂ ਰੱਖੀ। ਤੁਹਾਨੂੰ ਨੋਟਸ ਚਾਹੀਦੇ ਹੋ ਮੈਂ ਦੇਵਾਂਗਾ, ਮੈਂ ਬੈਠਾ ਤੁਹਾਡੇ ਲਈ। ਠੀਕ ਹੈ, ਤੁਸੀਂ ਲੈ ਸਕਦੇ ਹੋ ਫ੍ਰੀ ਆਫ ਕਾਸਟ। ਇੰਸਟਾਗ੍ਰਾਮ ਦਾ ਲਿੰਕ ਮੈਂ ਦਿੱਤਾ ਹੋਇਆ, ਉੱਥੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰੋ, ਤੇ ਉੱਥੇ ਜਾ ਕੇ ਤੁਸੀਂ ਮੈਸੇਜ ਕਰੋਗੇ, ਮੈਂ ਤੁਹਾਨੂੰ ਨੋਟਸ ਭੇਜ ਦੂੰਗਾ। ਠੀਕ ਹੈ, ਇਸ ਤੋਂ ਬਿਨਾਂ ਕਿਸੇ ਵੀ ਹੋਰ ਪੇਪਰ ਦੇ ਤੁਹਾਨੂੰ ਚਾਹੀਦੇ ਆ ਕੁਐਸਚਨ, ਚਾਹੀਦੇ ਆ ਨੋਟਸ, ਚਾਹੀਦੇ ਆ, ਕਿਉਂਕਿ ਬਹੁਤ ਸਾਰੇ ਪੇਪਰ ਆ ਰਹੇ ਨੇ, ਆਪਾਂ ਸਾਰਿਆਂ ਦੇ ਕੁਐਸਚਨ ਕਰਾਵਾਂਗੇ ਵਾਰੀ। ਠੀਕ ਹੈ, ਸੋ ਆਪਾਂ ਦੇਖਦੇ ਹਾਂ 3 ਤਰ੍ਹਾਂ ਦੇ ਇੰਪੇਅਰਮੈਂਟ ਹੁੰਦੇ ਨੇ: ਅਟੈਨੂਏਸ਼ਨ, ਡਿਸਟੋਰਸ਼ਨ ਤੇ ਨੋਇਜ਼। ਨੋਇਜ਼ ਕੀ ਹੁੰਦੀ ਹੈ? ਕੋਈ ਵੀ ਅਨਵਾਂਟਡ ਸਿਗਨਲ, ਅਨਵਾਂਟਡ ਇਲੈਕਟ੍ਰੀਕਲ ਔਰ ਇਲੈਕਟ੍ਰੋਮੈਗਨੈਟਿਕ એનર્ਜੀ ਦੈਟ ਡੀਗ੍ਰੇਡਸ ਦੀ ਕੁਆਲਿਟੀ ਆਫ ਸਿਗਨਲ ਐਂਡ ਡੇਟਾ। ਹੁਣ ਮੈਂ ਵੀਡੀਓ ਬਣਾ ਰਿਹਾ, ਹੁਣ ਇੱਥੇ ਕੋਈ ਗਾਣੇ ਲਾ ਦੇ ਸਿੱਧੂ ਮੂਸੇਵਾਲੇ ਦੇ ਪਿੱਛੇ ਲਿਆ ਕੇ, ਤਾਂ ਉਹ ਨੋਇਸ ਹੋ ਜੂਗੀ। ਕੋਈ ਪੱਖਾ ਚਲਾ ਦੇ, ਏਸੀ ਚਲਾ ਦਈਏ ਆਪਾਂ, ਆਵਾਜ਼ ਕਰਨ ਲੱਗ ਜੂ, ਗੂੰ ਕਰਨ ਲੱਗ ਜੂ। ਕੋਈ ਮਧਾਣੀ ਚਲਾ ਦੇ, ਘਿਓ ਕੱਢਣ ਲੱਗ ਜਾਣ ਘਰ ਦੇ, ਹੁਣ ਘਰਦਿਆਂ ਨਾਲ ਨਹੀਂ ਪਤਾ ਬੋਲਣ ਲੱਗ ਜਾਣ ਵਿੱਚ ਦੀ, ਮਾੜੀ ਮੋਟੀ ਤਾਂ ਆਊਗੀ ਤੁਹਾਨੂੰ ਨੋਇਸ ਹੈ ਨਾ। ਉਹਨੂੰ ਅਨਵਾਂਟਡ ਸਿਗਨਲ ਹੈ, ਉਹਦੀ ਤਾਂ ਲੋੜ ਨਹੀਂ ਆਪਾਂ ਨੂੰ। ਜਾਂ ਆਪਣੀਆਂ ਪਿਛਲੀ ਵੀਡੀਓ ਦੇ ਵਿੱਚ ਮੋਟਰ ਚੱਲ ਪੈਂਦੀ ਸੀ ਵੀ ਕਿਰਪਿਆ ਪਾਣੀ ਕੀ ਟੈਂਕੀ ਭਰ ਗਈ ਹੈ ਨਾ, ਉਹਨੂੰ ਆਪਾਂ ਨੋਇਸ ਬੋਲਦੇ ਹਾਂ। ਤਾਂ ਇਹ ਆਪਣਾ ਰਿਕੁਆਇਰਡ ਸਿਗਨਲ ਸੀ, ਜਿਹਨੂੰ ਨੋਇਸ ਐਡ ਹੋ ਗਈ, ਇਹਦੀ ਸ਼ੇਪ ਬਦਲ ਗਈ। ਇਹ ਵੀ ਆਪਣੇ ਕੋਲੇ ਕੀ ਹੈ? ਇੰਪੇਅਰਮੈਂਟ ਹੈ। ਦੂਸਰਾ ਹੈ ਅਟੈਨੂਏਸ਼ਨ। ਅਟੈਨੂਏਸ਼ਨ ਹੁੰਦਾ ਕਿ ਜ਼ਿਆਦਾ ਡਿਸਟੈਂਸ ਵਧਣ ਦੇ ਨਾਲ ਸਿਗਨਲ ਦੀ ਸਟਰੈਂਥ ਲਾਸ ਹੁੰਦੀ ਜਾਂਦੀ ਹੈ। ਜਿੰਨੀ ਦੂਰੀ ਵਧੂਗੀ ਸਿਗਨਲ ਦੀ ਸਟਰੈਂਥ ਲਾਸ ਹੁੰਦੀ ਹੈ, ਤੇ ਫਿਰ ਉਹਨੂੰ ਸਿਗਨਲ ਨੂੰ ਰੀਗੇਨ ਕਰਨ ਦੇ ਲਈ ਆਪਾਂ ਐਂਪਲੀਫਾਇਰ ਲਾਉਂਦੇ ਹਾਂ। ਜਾਂ ਤਾਂ ਐਂਪਲੀਫਾਇਰ ਬੋਲ ਦਿੰਦੇ ਆ, ਤੇ ਜਾਂ ਆਪਾਂ ਇੱਕ ਨੂੰ ਮੈਂ ਹੋਰ ਭੁੱਲ ਗਿਆ ਕੀ ਬੋਲਦੇ ਸੀ, ਰਿਪੀਟਰ। ਇੱਕੋ ਹੀ ਕੰਮ ਹੈ ਦੋਨਾਂ ਦਾ। ਠੀਕ ਹੈ, ਐਂਪਲੀਫਾਇਰ ਤੇ ਰਿਪੀਟਰ, ਇਹ ਗੱਲ ਯਾਦ ਰੱਖਣੀ ਹੈ। ਐਂਪਲੀਫਾਇਰ ਐਂਡ ਰਿਪੀਟਰ ਆਰ ਯੂਜ਼ਡ ਟੂ ਇਨਕਰੀਜ਼ ਦੀ ਸਿਗਨਲ ਸਟਰੈਂਥ ਔਰ ਟੂ ਰੀਗੇਨ ਦੀ ਓਰੀਜਨਲ ਸਟਰੈਂਥ ਆਫ ਦੀ ਸਿਗਨਲ। ਕਲੀਅਰ? ਲਾਸ ਆਫ ਸਿਗਨਲ ਸਟਰੈਂਥ ਇਨ ਨੈਟਵਰਕਿੰਗ ਕੇਬਲ ਔਰ ਕਨੈਕਸ਼ਨ। ਹਾਂ, ਇੱਕ ਆਹ ਗੱਲ ਇੰਪੋਰਟੈਂਟ ਯਾਦ ਰੱਖ ਲਿਓ, ਜਿਹੜੀ ਅਟੈਨੂਏਸ਼ਨ ਜਾਂ ਨੋਇਸ ਹੈ ਡੈਸੀਬਲ ਦੇ ਵਿੱਚ ਮੈਜਰ ਕੀਤੀ ਜਾਂਦੀ ਹੈ, ਵੀ ਇੰਨੇ ਡੈਸੀਬਲ ਨੋਇਸ ਹੈ, ਇੰਨੇ ਡੈਸੀਬਲ ਸਿਗਨਲ ਦੀ ਅਟੈਨੂਏਸ਼ਨ ਹੋਊਗੀ। ਇਹ ਯੂਨਿਟ ਯਾਦ ਕਰ ਲਿਓ। ਠੀਕ ਹੈ, ਅੱਗੇ ਆ ਗਿਆ ਜੀ ਡਿਸਟੋਰਸ਼ਨ। ਡਿਸਟੋਰਸ਼ਨ ਹੁਣ ਇਹ ਕੰਪੋਜ਼ਿਟ ਸਿਗਨਲ ਹੈ। ਕੰਪੋਜ਼ਿਟ ਸਿਗਨਲ ਦਾ ਮਤਲਬ ਇੱਕ ਤੋਂ ਜ਼ਿਆਦਾ ਸਿਗਨਲਾਂ ਤੋਂ ਬਣਾ ਕੇ ਬਣਿਆ। ਹੁਣ ਆਪਾਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ, ਨੈਟਵਰਕ ਦੀ ਤਾਰ ਤਾਂ ਇੱਕੋ ਹੀ ਹੁੰਦੀ ਹੈ ਨਾ,
ਉਹਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਜਾ ਰਹੀ ਹੈ। WhatsApp ਤੋਂ ਵੀ ਡੇਟਾ ਉਸੇ ਦੀ ਜਾ ਰਿਹਾ, ਫੇਸਬੁੱਕ ਦਾ, ਸਾਰਿਆਂ ਦੇ ਅਲੱਗ-ਅਲੱਗ ਸਿਗਨਲ ਹੋਣਗੇ। ਇਹ ਆਡੀਓ ਨਹੀਂ, ਐਨਾਲੌਗ ਸਿਗਨਲ ਹੈ। ਤੇ ਹੁਣ ਇਹਨਾਂ ਦਾ ਫੇਜ਼ ਆ ਦੇਖੋ, ਇਹ ਇੱਥੋਂ ਸ਼ੁਰੂ ਹੋ ਰਿਹਾ, ਇਹ ਵੀ ਇੱਥੋਂ ਹੀ ਸ਼ੁਰੂ ਹੋ ਰਿਹਾ, ਤੇ ਇਹ ਵੀ ਇੱਥੋਂ ਸ਼ੁਰੂ ਹੋ ਰਿਹਾ। ਕੰਪੋਨੈਂਟ ਨੇ ਜਿਹੜੇ ਇਨ ਫੇਸ ਨੇ, ਜਾਣੀ ਕਿ ਸਾਰੇ ਇੱਕ ਥਾਂ ਤੋਂ ਹੀ ਸ਼ੁਰੂ ਹੋ ਰਿਹਾ। ਮੰਨ ਲਓ ਇਹ ਟਾਈਮ ਹੈ, ਇਹ ਕਹਿ ਲਓ ਵੀ 0 ਮਿੰਟ ਹੈ, ਇਹ 0 ਮਿੰਟ ਦਾ ਟਾਈਮ ਹੈ, ਇਹ 1 ਮਿੰਟ ਦਾ ਟਾਈਮ ਹੈ, ਇੱਥੇ 2, ਇੱਥੇ 3 ਕਰਕੇ ਇਹ ਟਾਈਮ ਨੇ ਆਪਣੇ ਕੋਲੇ, ਹੈ ਨਾ। ਸੋ ਇਹ ਆਪਣੇ ਕੋਲੇ ਇਨ ਫੇਸ ਨੇ, ਸਾਰੇ 0 ਤੇ ਸ਼ੁਰੂ ਹੋ ਰਹੇ ਨੇ। ਬਟ ਜਿਹੜਾ ਰਿਸੀਵਰ ਕੋਲੇ ਰਿਸੀਵ ਹੋਇਆ ਇਹ ਤਾਂ 0 ਤੇ ਹੀ ਸ਼ੁਰੂ ਹੋ ਰਿਹਾ। ਇੱਥੇ 0 ਆਪਾਂ ਕਹਿੰਦੇ ਨੇ ਵੋਲਟੇਜ, ਕਹਿੰਦੇ ਨੇ 0 ਵੋਲਟੇਜ ਉੱਪਰ 5 ਵੋਲਟੇਜ, ਠੀਕ ਹੈ। ਇਹ ਤਾਂ 0 ਤੇ ਹੀ ਸ਼ੁਰੂ ਹੋਇਆ ਆਪਣੇ ਕੋਲੇ, ਤੇ ਜਿਹੜਾ ਇਹ ਵਾਲਾ ਸੀ ਇਹ 5 ਵੋਲਟ ਤੋਂ ਸ਼ੁਰੂ ਹੋ ਗਿਆ, ਇਹ ਮਾਈਨਸ ਤੋਂ ਚਲਾ ਗਿਆ, ਹੈ ਨਾ। ਸੋ ਇਹ ਗੜਬੜ ਹੋ ਗਈ, ਤਾਂ ਇਸ ਦੇ ਨਾਲ ਆਊਟ ਆਫ ਫੇਜ਼ ਹੋ ਗਏ, ਤਾਂ ਇਹਨੂੰ ਆਪਾਂ ਡਿਸਟੋਰਸ਼ਨ ਬੋਲਦੇ ਹਾਂ। ਐਂ ਕਹਿ ਲਓ ਨਾ, ਸਿੱਧਾ ਲੇਮੈਨ ਸਮਝਦੇ ਯਾਰ ਆਪਾਂ, ਔਖੇ ਨਹੀਂ ਹੁੰਦੇ, ਵੀ ਆਪਾਂ ਕੋਈ ਚੀਜ਼ਾਂ ਭੇਜੀਆਂ ਕਿਸੇ ਸੀਕੁਐਂਸ 'ਚ ਭੇਜੀਆਂ, ਉੱਥੇ ਜਾ ਕੇ ਉਲਟੀਆਂ ਫੁਲਟੀਆਂ ਹੋ ਗਈਆਂ। ਸੰਤਰੇ ਕਿੰਨੂਆਂ 'ਚ ਰਲ ਗਏ, ਕਿੰਨੂ ਸੰਤਰੇ 'ਚ ਲਿਖੇ ਹੁੰਦੇ, ਸੰਤਰੇ ਟਮਾਟਰਾਂ 'ਚ ਰਲ ਗਏ, ਟਮਾਟਰ ਸੰਤਰਿਆਂ 'ਚ ਰਲ ਗਏ, ਤੇ ਅੰਗੂਰ ਦੋਨਾਂ 'ਚ ਰਲ ਗਏ, ਉਹਨੂੰ ਆਪਾਂ ਡਿਸਟੋਰਸ਼ਨ ਬੋਲ ਦਾਂਗੇ। ਕਲੀਅਰ ਹੋਈ ਗੱਲ। ਸੋ ਐਨੀ ਚੇਂਜ ਇਨ ਦਾ ਸਿਗਨਲ ਦੈਟ ਆਲਟਰ ਦੀ ਬੇਸਿਕ ਵੇਵ ਫਾਰਮ ਆ, ਬੇਸਿਕ ਵੇਵ ਫਾਰਮ ਚੇਂਜ ਹੋ ਗਈ ਨਾ, ਦੇਖੋ ਹੋਰ ਹੀ ਬਿੰਗੇ ਜਿਹੜੇ ਨੱਕ ਬੁੱਲ ਜੇ ਬਣ ਗਏ। ਰਿਲੇਸ਼ਨਸ਼ਿਪ ਬਿਟਵੀਨ ਵੇਰੀਅਸ ਫ੍ਰੀਕੁਐਂਸੀ ਕੰਪੋਨੈਂਟ, ਫ੍ਰੀਕੁਐਂਸੀ ਬਾਰੇ ਵੀ ਪੜਾਂਗੇ ਆਪਾਂ, ਇਹਨੂੰ ਆਪਾਂ ਡਿਸਟੋਰਸ਼ਨ ਬੋਲ ਦਿੰਦੇ ਹਾਂ, ਠੀਕ ਹੈ। ਐਡੀਸ਼ਨ ਦੱਸੀ ਸੀ। ਅਗਲਾ ਕੁਐਸਚਨ ਹੈਗਾ, ਵਾਟ ਇਜ਼ ਦੀ ਫੁੱਲ ਫਾਰਮ ਆਫ GPS? GPS ਹੁੰਦਾ ਗਲੋਬਲ ਪੋਜੀਸ਼ਨਿੰਗ ਸਿਸਟਮ। ਲਾਸਟ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੱਸਿਆ ਸੀ ਮੈਂ, ਵੀ ਆਨਸਰ ਹੈ ਇਹਦਾ। ਤੇ ਇਹਦੇ ਨਾਲ ਇੱਕ GIS, ਇਹ ਵੀ ਮੈਂ ਲਾਸਟ ਦੇ ਵਿੱਚ GIS ਦਾ ਕੁਐਸਚਨ ਆਇਆ ਸੀ, ਜਿਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ, ਠੀਕ ਹੈ। ਇਹ ਵੀ ਤੁਸੀਂ ਪੜ੍ਹ ਲਿਆ ਹੋਣਾ। ਅਗਲਾ ਕੁਐਸਚਨ ਹੈ, ਇਨ MS PowerPoint 2019 ਵਿੱਚ ਉਹਦੀ ਫੋਲੋਇੰਗ ਪੇਅਰ ਸ਼ਾਰਟਕਟ ਕੀ ਫੰਕਸ਼ਨ ਇਜ਼ ਕਰੈਕਟ? ਇਹਨੂੰ ਤਾਂ ਆਪਾਂ ਛੱਡਣਾ ਨਹੀਂ ਹੈਗਾ, ਇੱਥੇ ਤਾਂ ਆਪਾਂ ਐਂ ਹੀ ਲਾਉਣਾ ਹੈ। ਕਲੀਅਰ ਹੈ, ਕਿਹੜੇ ਠੀਕ ਨੇ? ਕੰਟਰੋਲ P ਓਪਨ ਦੀ ਪ੍ਰਿੰਟ ਡਾਇਲੌਗ ਬਾਕਸ, ਬਿਲਕੁਲ ਠੀਕ ਹੈ। ਕੋਈ ਫਾਈਲ ਨੂੰ ਪ੍ਰਿੰਟ ਕਰਨਾ, ਕੰਟਰੋਲ P ਹੋ ਜਾਂਦਾ। ਤੇ Alt + F9 ਸ਼ੋ ਔਰ ਹਾਈਡ ਦੀ ਗਾਈਡਸ, ਠੀਕ ਹੈ। ਇਹ ਆਨਸਰ A ਆ, ਦੋਨੋਂ ਠੀਕ ਹੈ। ਗਾਈਡ ਕੀ ਹੁੰਦਾ? ਮੰਨ ਲਓ ਆ ਆਪਣੇ ਕੋਲੇ ਪੇਜ ਹੈ PowerPoint ਦਾ, PowerPoint ਤੇ ਜੇ ਆਪਾਂ ਇੱਥੇ ਲਾਈਨਾਂ ਜੀਆਂ ਆ ਜਾਂਦੀਆਂ, ਉਹ ਗਾਈਡ ਹੋ ਜਾਂਦਾ। ਉਹ ਕਿਉਂ ਆਉਂਦੀਆਂ ਨੇ? ਪੇਜ ਨੂੰ 4 ਹਿੱਸਿਆਂ 'ਚ ਵੰਡ ਦਿੰਦੀਆਂ, ਇੱਥੇ ਕੋਈ ਡਾਇਗਰਾਮ ਬਣਾਉਣੀ ਹੈ, ਇੱਥੇ ਕੋਈ ਡਾਇਗਰਾਮ ਬਣਾਉਣੀ ਹੈ, ਇੱਥੇ ਕੋਈ ਡਾਇਗਰਾਮ, ਹੈ ਨਾ। ਉਹ ਸਿਮੈਟਰੀ ਦਾ ਪਤਾ ਲੱਗ ਜਾਂਦਾ, ਇਹਨੂੰ ਗਾਈਡ ਬੋਲ ਦਿੰਦੇ ਆ। ਇਹਦਾ ਗਾਈਡ ਹੁੰਦਾ ਹੈ, ਤੇ ਇੱਕ ਗ੍ਰਿਡ ਬਣ ਜਾਂਦਾ ਹੁੰਦਾ ਹੈ, ਸਾਰੇ ਪੇਜ ਤੇ ਲਾਈਨਾਂ ਜੀਆਂ ਬਣਾ ਕੇ, ਠੀਕ ਹੈ। ਉਹ ਗ੍ਰਿਡ ਵੀ ਆਪਾਂ, ਉਹਦੇ ਤੇ ਵੀ ਕੁਐਸਚਨ ਆਏ ਹੋਏ ਨੇ, ਬਹੁਤ ਇੰਪੋਰਟੈਂਟ ਹੈ, ਨਾਲ ਦੱਸ ਦੇਣਾ। ਸ਼ੋ ਔਰ ਹਾਈਡ ਦੀ ਗਾਈਡਸ ਦੇ ਲਈ Alt + F9, ਤੇ ਕੰਟਰੋਲ ਪੈਨਲ ਨਹੀਂ ਯਾਰ, ਸਿਲੈਕਸ਼ਨ ਪੈਨ ਤੇ ਵੀ ਆਪਾਂ ਕੁਐਸਚਨ ਕੀਤੇ ਹੋਏ ਨੇ, ਹਨਾ। ਸੋ ਉਹਦੇ ਵਾਸਤੇ ਹੁੰਦਾ Alt F10, Alt F9 ਹੁੰਦਾ ਗਾਈਡ ਵਾਸਤੇ, ਤੇ ਸਿਲੈਕਸ਼ਨ ਪੈਨ ਹੁੰਦਾ Alt F10 ਵਾਸਤੇ। ਕਲੀਅਰ ਹੋਈ ਗੱਲ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਫਿਜ਼ੀਕਲ ਕੰਪੋਨੈਂਟ ਆਫ ਕੰਪਿਊਟਰ? ਫਿਜ਼ੀਕਲ ਕਿਹੜਾ ਹੁੰਦਾ? ਮਦਰਬੋਰਡ ਤਾਂ ਫਿਜ਼ੀਕਲ ਹੀ ਹੁੰਦਾ, ਇਹਨੂੰ ਆਪਾਂ ਟੱਚ ਕਰ ਸਕਦੇ ਹਾਂ, ਇਹ ਤਾਂ ਠੀਕ ਲੱਗਦਾ, ਬਾਕੀ ਵੀ ਪੜਾਂਗੇ, ਹਜੇ ਇੱਕਦਮ ਆਨਸਰ ਨਹੀਂ ਲਾਉਣਾ ਆਪਾਂ। ਸਿਸਟਮ ਯੂਟਿਲਿਟੀ ਇਹ ਸੌਫਟਵੇਅਰ ਹੈ, ਇਹ ਵੀ ਆਨਸਰ ਨਹੀਂ ਹੈ। ਆਪਰੇਟਿੰਗ ਸਿਸਟਮ ਵੀ ਸੌਫਟਵੇਅਰ ਹੈ। ਐਪਲੀਕੇਸ਼ਨ ਸੌਫਟਵੇਅਰ ਹੈਗਾ ਹੀ ਹੈ, ਤਾਂ ਆਨਸਰ ਫਿਰ ਇਹਦਾ ਇਹ ਹੈ। ਕਲੀਅਰ ਹੋਈ ਗੱਲ। ਅੱਗੇ ਚੱਲਦੇ ਹਾਂ ਵੀ ਮਿੱਤਰੋ, ਵਿਚ ਆਫ ਦੀ ਫੋਲੋਇੰਗ ਇਜ਼ ਪਾਰਟ ਆਫ MS DOS? ਕਹਿੰਦਾ ਕਿਹੜੇ DOS ਦੇ ਪਾਰਟ ਨੇ? MS DOS ਹੁੰਦਾ ਹੈ ਮਾਈਕਰੋਸੌਫਟ ਡਿਸਕ ਆਪਰੇਟਿੰਗ ਸਿਸਟਮ, ਕਰਨਲ, ਸ਼ੈਲ ਤੇ TCP/IP। TCP/IP ਤਾਂ ਇੱਕ ਪ੍ਰੋਟੋਕੋਲ ਹੁੰਦਾ, ਇਹ ਇਹਦਾ ਪਾਰਟ ਨਹੀਂ ਹੁੰਦਾ, ਇਹ ਪ੍ਰੋਟੋਕੋਲ ਹੁੰਦਾ, ਨੈਟਵਰਕ ਦੀ ਪ੍ਰੋਟੋਕੋਲ ਹੈ, ਠੀਕ ਹੈ। ਦੈਟ ਇਜ਼ ਵਾਈ ਦਿਸ ਇਜ਼ ਨਾਟ ਏ ਆਨਸਰ। ਕਰਨਲ ਆਪਾਂ ਪੜ੍ਹਿਆ ਹੋਇਆ, ਕਰਨਲ ਇਜ਼ ਅ ਮੇਨ ਕੰਪੋਨੈਂਟ ਆਫ ਆਪਰੇਟਿੰਗ ਸਿਸਟਮ। ਤੇ ਸ਼ੈਲ ਆਪਾਂ ਨਹੀਂ ਪੜ੍ਹਿਆ, ਸ਼ੈਲ ਆਪਾਂ ਇੱਕ ਨਵੀਂ ਚੀਜ਼ ਐਡ ਕਰ ਦਿੰਦੇ ਹਾਂ। ਆਨਸਰ ਇਹਨਾਂ ਦਾ ਹੈਗਾ ਕਿਹੜਾ? D, ਓਨਲੀ 1 and 2 ਆਪਾਂ ਦੇਖ ਲੈਂਦੇ ਹਾਂ। ਸਭ ਤੋਂ ਵਿੱਚ ਹਾਰਡਵੇਅਰ ਹੁੰਦਾ, ਇੱਥੇ ਪ੍ਰਿੰਟਰ ਹੋ ਗਿਆ, ਰੈਮ, ਰੋਮ, ਜਿੰਨਾ ਵੀ ਹਾਰਡਵੇਅਰ ਤੋਂ ਕੰਮ ਕੌਣ ਕਰਾਉਂਦਾ? ਸੌਫਟਵੇਅਰ ਕਰਾਉਂਦਾ। ਸੌਫਟਵੇਅਰ ਦਾ ਮੇਨ ਕੰਪੋਨੈਂਟ ਕਿਹੜਾ ਹੁੰਦਾ? ਕਰਨਲ ਹੁੰਦਾ। ਇਹਨੂੰ ਆਪਰੇਟਿੰਗ ਸਿਸਟਮ ਬੋਲਦੇ ਨੇ, ਚਾਹੇ ਆਪਰੇਟਿੰਗ ਸਿਸਟਮ ਦਾ ਮੇਨ ਹਿੱਸਾ ਕਰਨਲ। ਤੇ ਕਰਨਲ ਦੇ ਬਾਹਰ ਹੁੰਦਾ ਹੈ ਸ਼ੈਲ। ਸ਼ੈਲ ਕੀ ਕਰਦਾ? ਜਿਵੇਂ ਆਪਾਂ ਕਮਾਂਡਸ ਨਹੀਂ ਪੜ੍ਹੀਆਂ ਸੀ, CD ਕਮਾਂਡ, grep, date, ਜਿਵੇਂ ਆਹ ਕਹਿ ਲਓ। ਸ਼ੈਲ ਜਿਹੜਾ ਹੁੰਦਾ ਕਮਾਂਡਸ ਨੂੰ ਇੰਟਰਪ੍ਰੇਟ ਕਰਦਾ, CP ਕਮਾਂਡ, ਕਾਪੀ ਕਮਾਂਡ, ਲਿਸਟ ਕਮਾਂਡ, PS, sed, who I am, ਹੈ ਨਾ। ਸਾਰੀਆਂ ਆਪਾਂ ਕਮਾਂਡਸ ਨਹੀਂ ਪੜ੍ਹੀਆਂ। MKDIR ਤੁਹਾਨੂੰ ਯਾਦ ਹੋਊਗਾ, ਮੈਂ ਇੱਕ ਵੀਡੀਓ 'ਚ ਕਰਾਇਆ ਸੀ MKDIR, RMDIR, ਤੇ ਫਿਰ ਸੀਗਾ ਮੂਵ ਕਮਾਂਡ, MV ਕਮਾਂਡ ਸੀਗੀ ਰੀਨੇਮ ਕਰਨ ਦੇ ਲਈ, ਤੁਹਾਨੂੰ ਯਾਦ ਆ ਗਿਆ ਹੋਣਾ, ਹੈ ਨਾ। ਸੋ ਉਹ ਸਾਰੀਆਂ ਕਮਾਂਡਸ ਨੂੰ ਇੰਟਰਪ੍ਰੇਟ ਕਰਕੇ ਆਪਰੇਟਿੰਗ ਸਿਸਟਮ ਨੂੰ ਕੌਣ ਸਮਝਾਉਂਦਾ? ਉਹ ਸ਼ੈਲ ਦਾ ਕੰਮ ਹੈ। ਜਿਵੇਂ ਕਿਸੇ ਆਪਾਂ MLA ਨੂੰ ਮਿਲਣ ਜਾਓਗੇ ਤੁਸੀਂ ਸਰਕਾਰ ਦੇ ਵਿੱਚ,
ਉਹਦਾ ਬਾਹਰ ਇੱਕ ਬੰਦਾ ਖੜਾ ਹੋਊਗਾ, ਉਹ ਕੀ ਕਰੂਗਾ, ਉਹ ਨੰਬਰ ਲਾਊਗਾ ਜਾਂ ਸਾਰੇ ਬੰਦਿਆਂ ਦੇ ਵੀ ਕਿਹਨੂੰ ਕੀ ਕੰਮ ਹੈ। ਉਹ ਪੁੱਛੂਗਾ ਫਲਾਣੇ ਪਿੰਡ ਤੋਂ ਇਹ ਬੰਦੇ ਆਏ ਨੇ ਤੇ ਇਹਨਾਂ ਦਾ ਆਹ ਕੰਮ ਹੈ, ਇਹ ਇਸ ਰਿਗਾਰਡਿੰਗ ਇੰਨੇ ਬੰਦੇ ਆਏ ਨੇ। ਉਹ ਡਿਕੋਡ ਕਰ ਅੱਗੇ ਇਨਫੋਰਮੇਸ਼ਨ ਭੇਜੀ ਜਾਂਦਾ। ਤਾਂ ਇਹ ਕਹਿ ਲਓ ਵੀ ਆਪਰੇਟਿੰਗ ਸਿਸਟਮ ਆਹ ਤਾਂ ਹੋ ਗਿਆ MLA ਮੇਨ। MLA ਨੂੰ ਆਪਾਂ ਕਹਿ ਦਾਂਗੇ ਆਪਰੇਟਿੰਗ ਸਿਸਟਮ ਹੈ। ਤੇ MLA ਦਾ ਇੱਕ ਮੇਨ ਬੰਦਾ ਹੋਊਗਾ, ਸੈਕਟਰੀ ਕਹਿ ਲਓ ਉਹਦਾ, ਜਿਹੜਾ ਸਾਰਾ ਦਫ਼ਤਰੀ ਕੰਮ, ਜਿਹੜਾ ਪੋਲੀਟੀਕਲ ਨਹੀਂ, ਉਹ ਜਿਹੜਾ ਆਫੀਸ਼ੀਅਲੀ ਕੰਮ ਹੋਣਗੇ ਜਿਹੜੇ, ਉਹ ਕਰਨਲ ਕਰੂਗਾ। ਕਰਨਲ ਉਹਦਾ ਇੱਕ ਸੈਕਟਰੀ ਹੈ। ਆਪਰੇਟਿੰਗ ਸਿਸਟਮ MLA ਸੀਗਾ ਜਿਹੜਾ ਸਾਰੇ ਕੰਮ ਚਲਾਉਂਦਾ। ਲੇਮੈਨ ਸਮਝ ਰਿਹਾ, ਅਸਲ 'ਚ ਐਵੇਂ ਦਾ ਕੁਛ ਨਹੀਂ ਹੁੰਦਾ। ਤਾਂ ਕਰਨਲ ਸੀ ਜਿਹੜਾ, ਉਹ ਸੈਕਟਰੀ ਕੰਮ ਕਰੂਗਾ। ਤੇ ਬਾਹਰ ਜਿਹੜਾ ਉਹਨੇ ਬੰਦਾ ਲਾਇਆ ਉਹ ਸ਼ੈਲ, ਤਾਂ ਉਹ ਇੰਟਰਪ੍ਰੇਟ ਕਰਕੇ ਅੰਦਰ ਬੰਦੇ ਭੇਜੂਗਾ। ਦਾ ਸ਼ੈਲ ਇਜ਼ ਏ ਲੇਅਰ ਆਫ ਪ੍ਰੋਗਰਾਮਿੰਗ ਦੈਟ ਅੰਡਰਸਟੈਂਡ ਐਂਡ ਐਗਜ਼ੀਕਿਊਟ ਦੀ ਕਮਾਂਡ ਆਫ ਏ ਯੂਜ਼ਰ ਐਂਟਰ। ਯੂਜ਼ਰ ਜਿਹੜਾ ਐਂਟਰ ਹੁੰਦਾ ਉਹਦੀਆਂ ਕਮਾਂਡਾਂ ਬਾਰੇ ਛਾਣਬੀਣ ਕਰਕੇ ਅੱਗੇ ਦੱਸਦਾ। ਦੇਖੋ ਗੱਲ ਸਮਝ ਆ ਗਈ ਹੋਊ ਨਾ। ਤਾਂ ਫਿਰ ਡੀ ਆਨਸਰ ਹੈ ਮਿੱਤਰੋ ਇਹਦਾ, ਪਹਿਲਾ ਤੇ ਦੂਜਾ ਠੀਕ ਨੇ। ਕਲੀਅਰ। ਅਗਲਾ ਕੁਐਸਚਨ ਹੈ, ਇਨ MS Word 2019 ਪੇਜ ਸੈਟਅਪ ਕੈਨ ਬੀ ਫਾਊਂਡ। ਇਹ ਤਾਂ ਬਹੁਤ ਸੌਖਾ, ਇਹਦਾ ਕੁਐਸਚਨ ਤੁਹਾਡਾ ਫਸਣਾ ਨਹੀਂ ਚਾਹੀਦਾ। ਪੇਜ ਸੈਟਅਪ ਕਿਹਦੇ 'ਚ ਹੁੰਦਾ? ਲੇਆਊਟ ਦੇ ਵਿੱਚ। ਇਹ ਸਾਰੀਆਂ ਟੈਬ ਦੇ ਫੰਕਸ਼ਨ ਤੁਹਾਨੂੰ ਮਿਲ ਜਾਣਗੇ, ਜਾਂ ਤਾਂ ਐਕਸਲ, ਵਰਡ, ਪਾਵਰਪੁਆਇੰਟ ਖੋਲ ਲਓ, ਨਹੀਂ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ, ਮੈਂ ਨੋਟਸ ਭੇਜ ਦੂੰਗਾ। ਇਹ ਸਾਰੇ ਆਪਣੇ ਨੋਟਬੁੱਕ ਦੇ ਵਿੱਚ ਹੈਗੀਆਂ ਨੇ ਚੀਜ਼ਾਂ। ਕਲੀਅਰ। ਆਨਸਰ A ਆ, ਲੇਆਊਟ ਦੇ ਵਿੱਚ। ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਇਨਗਰੀਡੀਐਂਟ। ਇਨਗਰੀਡੀਐਂਟ ਹੁੰਦਾ ਵਿੱਚ ਪਾਉਣ ਵਾਲੀਆਂ ਚੀਜ਼ਾਂ। ਜਿਵੇਂ ਚਾਹ ਦੇ ਇਨਗਰੀਡੀਐਂਟ ਕੀ ਹੁੰਦੇ ਨੇ? ਪੱਤੀ, ਮੇਨ ਤੇ ਖੰਡ। ਦੋ ਚੀਜ਼ਾਂ ਤਾਂ ਜ਼ਰੂਰੀ ਇਨਗਰੀਡੀਐਂਟ ਨੇ। ਕਈ ਵਾਰੀ ਤੁਸੀਂ ਕਹੋਗੇ ਯਾਰ ਮਿੱਠਾ ਤਾਂ ਜ਼ਰੂਰੀ ਨਹੀਂ, ਫਿੱਕੀ ਵੀ ਪੀਂਦੇ ਆ, ਪਰ ਜਿਹੜੇ ਫਿੱਕੀ ਵੀ ਪੀਂਦੇ ਥੋੜੀ ਜਿਹੀ ਤਾਂ ਪਾਉਂਦੇ ਆ। ਪਾਣੀ ਕਹਿ ਲਓ ਇਨਗਰੀਡੀਐਂਟ ਹੈ, ਦੁੱਧ ਇਨਗਰੀਡੀਐਂਟ ਹੈ ਹਨਾ। ਵਿੱਚ ਆਪਾਂ ਲੌਂਗ ਇਲਾਇਚੀ ਪਾ ਸਕਦੇ ਹਾਂ, ਉਹ ਵੀ ਇਨਗਰੀਡੀਐਂਟ ਆ। ਸੋ ਇਹ ਪੁੱਛਦਾ, ਕਹਿੰਦਾ ਕਿਹੜੇ, ਦੇਖੋ ਆਹ ਚੀਜ਼ ਆਪਣੀ ਅਲੱਗ ਤੋਂ ਵਾਲੀ ਹੈ, ਨੋਟ ਐਨ ਇਨਗਰੀਡੀਐਂਟ। ਨੋਟ ਨੂੰ ਨਹੀਂ ਅਸੀਂ ਛੱਡਣਾ। ਨੋਟ ਹੋ ਗਿਆ, ਇਨਕਰੈਕਟ ਹੋ ਗਿਆ, ਫਾਲਸ ਹੋ ਗਿਆ ਹਨਾ, ਇਹ ਨਹੀਂ ਛੱਡਣਾ ਆਪਾਂ। ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਸਕੀਮ ਕਹਿੰਦਾ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਦੇ ਕਿਹੜੇ ਕਿਹੜੇ ਇਨਗਰੀਡੀਐਂਟ ਨਹੀਂ ਹੈਗੇ। ਪਲੇਨ ਟੈਕਸਟ ਚਲੋ ਪਹਿਲਾਂ ਸਿੱਧਾ ਸਮਝ ਹੀ ਲੈਂਦੇ ਹਾਂ। ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਕੀ ਹੁੰਦੀ ਹੈ, ਬਹੁਤ ਵਾਰੀ ਕਰਾਈ ਹੋਈ ਹੈ, ਜਿਹਦੇ ਵਿੱਚ ਪਲੇਨ ਟੈਕਸਟ ਨੂੰ ਆਪਾਂ ਸਾਈਫਰ ਦੇ ਵਿੱਚ ਕਰਦੇ ਹਾਂ, ਸੈਂਡਰ ਸਾਈਡ ਦੇ ਵਿੱਚ ਇਹਨੂੰ ਬੋਲਦੇ ਇਨਕ੍ਰਿਪਸ਼ਨ। ਫਿਰ ਸਾਈਫਰ ਨੂੰ ਰਿਸੀਵਰ ਸਾਈਡ ਤੇ ਜਾ ਕੇ ਪਲੇਨ 'ਚ ਕਨਵਰਟ ਕਰਦੇ, ਇਹਨੂੰ ਡੀਕ੍ਰਿਪਸ਼ਨ ਬੋਲਦੇ ਆ। ਕਿ ਕੋਈ ਸਾਈਫਰ 'ਚ ਤਾਂ ਕਨਵਰਟ ਕਰਦੇ ਆ ਕੋਈ ਰਸਤੇ 'ਚ ਪੜ੍ਹ ਨਾ ਸਕੇ। ਤੇ ਇਹਦੇ ਵਿੱਚ ਇੱਕੋ ਹੀ ਚਾਬੀ ਵਰਤੀ ਜਾਂਦੀ ਹੈ, ਇਹਨੂੰ ਸੀਕ੍ਰੇਟ ਕੀ ਬੋਲਦੇ ਨੇ, ਸੇਮ ਕੀ। ਤਾਂ ਇਹਨੂੰ ਪ੍ਰਾਈਵੇਟ ਕੀ ਇਨਕ੍ਰਿਪਸ਼ਨ ਜਾਂ ਸੀਕ੍ਰੇਟ ਕੀ ਇਨਕ੍ਰਿਪਸ਼ਨ ਕਿਹਾ ਜਾਂਦਾ। ਇਨਗਰੀਡੀਐਂਟ ਇਹਦਾ ਪਲੇਨ ਟੈਕਸਟ ਹੈਗਾ, ਸੀਕ੍ਰੇਟ ਕੀ ਹੈਗਾ ਹਨਾ। ਤੇ ਏਸਿਮੈਟ੍ਰਿਕ ਦੇ ਵਿੱਚ ਦੋ ਚਾਬੀਆਂ ਹੁੰਦੀਆਂ ਨੇ, ਪਬਲਿਕ ਕੀ ਤੇ ਪ੍ਰਾਈਵੇਟ ਕੀ। ਸੀਕ੍ਰੇਟ ਕੀ ਬੋਲਦੇ ਇਹਨੂੰ, ਪਬਲਿਕ ਕੀ ਇਨਕ੍ਰਿਪਸ਼ਨ ਵੀ ਬੋਲਦੇ ਆ ਹਨਾ। ਸੋ ਇਨਗਰੀਡੀਐਂਟ ਪਲੇਨ ਟੈਕਸਟ ਹੈਗਾ ਸਿਮੈਟ੍ਰਿਕ ਦਾ, ਇਨਕ੍ਰਿਪਸ਼ਨ ਐਲਗੋਰਿਥਮ ਵੀ ਹੈਗਾ, ਡੀਕ੍ਰਿਪਸ਼ਨ ਐਲਗੋਰਿਥਮ ਵੀ ਹੈਗਾ। ਫਿਰ C ਆਨਸਰ ਹੈ। ਪਬਲਿਕ ਤੇ ਪ੍ਰਾਈਵੇਟ ਕੀ ਕਿਹੜੇ 'ਚ ਹੁੰਦੀਆਂ ਨੇ? ਏਸਿਮੈਟ੍ਰਿਕ 'ਚ ਹੁੰਦੀਆਂ ਨੇ। ਬਟ ਪੁੱਛ ਕਿਹਦੇ 'ਚ ਰਿਹਾ ਆਪਾਂ ਨੂੰ? ਸਿਮੈਟ੍ਰਿਕ ਦੇ ਵਿੱਚ। ਇਹ ਇਨਗਰੀਡੀਐਂਟ ਨਹੀਂ ਹੈਗਾ। ਕਲੀਅਰ ਹੈ। ਸੋ ਐਂ ਚੜ੍ਹਦੀਆਂ ਗੁੱਤੀਆਂ ਕੰਧਾਂ ਤੇ, ਤੁਸੀਂ ਵੀ ਐਂ ਚੜਾਉਣੀਆਂ ਨੇ ਪੇਪਰ ਵਾਲੇ ਦਿਨ। ਠੀਕ ਹੈ, ਆਨਸਰ C ਆ। ਅਗਲਾ, ਡੈਸ਼ ਜਨਰੇਸ਼ਨ ਕੰਪਿਊਟਰ ਸਟਾਰਟਡ ਵਿਦ ਦੀ ਐਡਵੈਂਟ ਆਫ ਟਰਾਂਜਿਸਟਰ। ਨਾ ਟਰਾਂਜਿਸਟਰ ਕਿਹੜੀ ਜਨਰੇਸ਼ਨ 'ਚ ਆਇਆ ਸੀ ਤਾਂ ਆਪਾਂ ਨੂੰ ਪਤਾ, ਬੜਾ ਸੌਖਾ ਹੈ। ਸੈਕੰਡ ਜਨਰੇਸ਼ਨ ਦੇ ਵਿੱਚ ਟਰਾਂਜਿਸਟਰ ਸੀ ਹਨਾ, ਇਹ ਮੈਂ ਦੱਸਿਆ ਹੋਇਆ। ਪਹਿਲੀ 'ਚ ਵੈਕਿਊਮ ਟਿਊਬ, ਦੂਜੀ ਟਰਾਂਜਿਸਟਰ, ਫਿਰ IC, ਫਿਰ VLSI ਤੇ ULSI, ਮਾਈਕਰੋ ਪ੍ਰੋਸੈਸਰ ਜਾਂ AI। ਤੇ ਬੈਚ ਆਪਰੇਟਿੰਗ ਸਿਸਟਮ ਦੂਜੀ ਜਨਰੇਸ਼ਨ ਦੇ ਵਿੱਚ ਸੀ। ਬੈਚ ਆਪਰੇਟਿੰਗ ਸਿਸਟਮ ਪਹਿਲੀ ਜਨਰੇਸ਼ਨ ਦੇ ਵਿੱਚ ਮਸ਼ੀਨ ਲੈਂਗੁਏਜ, ਦੂਜੀ ਦੇ ਵਿੱਚ ਅਸੈਂਬਲੀ ਲੈਂਗੁਏਜ, ਤੇ ਇਸ ਤੋਂ ਬਾਅਦ ਹਾਈ ਲੈਵਲ ਲੈਂਗੁਏਜ। ਕਲੀਅਰ। ਇਹ ਵੀ ਮੈਂ ਚੀਜ਼ਾਂ ਦੱਸ ਚੁੱਕਿਆ। ਮੈਂ ਵੈਸੇ ਹੀ ਰਿਵੀਜ਼ਨ ਦੇ ਲਈ ਦੱਸ ਦੇਣਾ ਵੀ ਤੁਹਾਨੂੰ ਚੀਜ਼ਾਂ ਯਾਦ ਹੋ ਜਾਣ। ਲੰਘਿਆ ਜਾਂ ਨਹੀਂ ਜਾਂਦਾ ਮੈਨੂੰ, ਤੁਹਾਨੂੰ ਲੱਗਦਾ ਹੋਊਗਾ ਵੈਸੇ ਦੱਸਣ ਦੀ ਲੋੜ ਨਹੀਂ, ਪਰ ਆਪਾਂ ਨੂੰ ਐਂ ਹੁੰਦਾ ਵੀ ਯਾਰ ਬਿਨਾਂ ਰਿਵਾਈਜ਼ ਕਰੇ ਬੰਦੇ ਨੂੰ ਚੀਜ਼ਾਂ ਯਾਦ ਹੋ ਜਾਂਦੀਆਂ ਨੇ। ਠੀਕ ਹੈ, ਤਾਂ ਹੀ ਵੀਡੀਓ ਲੰਬੀ ਹੋ ਜਾਂਦੀ ਆ। ਹਜੇ ਤੱਕ ਮੈਨੂੰ ਕਿਸੇ ਬੰਦੇ ਨੇ ਕਮੈਂਟ ਨਹੀਂ ਕੀਤਾ ਵੀ ਵੀਡੀਓ ਇੰਨੀ ਲੰਬੀ ਨਹੀਂ ਹੋਣੀ ਚਾਹੀਦੀ, ਪਰ ਜਦੋਂ ਵੀ ਮੈਂ ਵੀਡੀਓ ਬਣਾਉਣ ਲੱਗਦਾ ਮੈਨੂੰ ਫਿਰ ਐਂ ਲੱਗਦਾ ਵੀ ਯਾਰ ਲੰਬਾ ਹੋ ਰਿਹਾ ਕੰਮ ਹਨਾ। ਤਾਂ ਤੁਸੀਂ ਮੈਨੂੰ ਦੱਸਿਓ ਜ਼ਰੂਰ ਵੀ ਠੀਕ ਹੈ ਕੰਮ, ਕਿ ਆਪਾਂ 2 ਪਾਰਟ ਬਣਾ ਦਿਆ ਕਰੀਏ। ਠੀਕ ਹੈ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਪੇਅਰਸ ਇਜ਼ ਕਰੈਕਟ। ਕਹਿੰਦਾ ਮਲਟੀਪਲੈਕਸਿੰਗ ਟੈਕਨੀਕ ਦੇ ਵਿੱਚ TDM ਹੁੰਦੀ ਹੈ। TDM ਹੁੰਦਾ ਟਾਈਮ ਡਿਵੀਜ਼ਨ ਮਲਟੀਪਲੈਕਸਿੰਗ ਹਨਾ, ਇਹ ਤਾਂ ਇਹਦਾ ਪਾਰਟ ਹੈਗਾ ਹੀ ਹੈ। ਤੇ ਮੋਡੂਲੇਸ਼ਨ ਟੈਕਨੀਕ 'ਚ ਕਹਿੰਦਾ TM। ਆਪਾਂ ਦੇਖਦੇ ਹਾਂ ਵੀ ਪਹਿਲਾਂ ਮਲਟੀਪਲੀਕੇਸ਼ਨ ਟੈਕਨੀਕ ਕੀ ਹੁੰਦੀਆਂ ਨੇ, ਮੋਡੂਲੇਸ਼ਨ ਟੈਕਨੀਕ ਕੀ ਹੁੰਦੀਆਂ ਨੇ, ਕਿਉਂਕਿ ਵੱਖਰਾ ਕੁਐਸਚਨ ਬਣ ਸਕਦਾ ਨਾ। ਮਲਟੀਪਲੈਕਸਿੰਗ ਇਜ਼ ਦੀ ਪ੍ਰੋਸੈਸ ਆਫ ਕੰਬਾਈਨਿੰਗ ਮਲਟੀਪਲ ਸਿਗਨਲ ਔਨ ਟੂ ਏ ਸਿਗਨਲ। ਚਲੋ ਇਹਨੂੰ ਛੱਡੋ ਪਹਿਲਾਂ ਯਾਰ, ਇੱਧਰ ਆਉਣੇ ਆ। ਮੰਨ ਲਓ ਇੱਕ ਸਿਗਨਲ ਇਹ ਹੈ ਕਿਸੇ ਬੰਦੇ ਨੇ ਭੇਜਿਆ, ਇੱਕ ਹੋਰ ਸਿਗਨਲ ਹੈ ਦੂਜੇ ਬੰਦੇ ਨੇ ਭੇਜਿਆ। ਇਹ 30 ਕਿਲੋ ਹਰਟਸ ਦੀ ਫ੍ਰੀਕੁਐਂਸੀ ਤੇ ਹੈ, ਇਹ 40 ਕਿਲੋ ਹਰਟਸ ਦੀ ਤੇ ਹੈ, ਤੇ ਇਹ ਹੈਗਾ 50 ਕਿਲੋ ਹਰਟਸ ਦੀ ਫ੍ਰੀਕੁਐਂਸੀ ਤੇ ਹੈ। ਤਾਂ ਐਂ ਕਹਿ ਲਓ ਇਹ ਸੜਕ ਆ ਆਪਣੇ ਕੋਲੇ, ਰਸਤਾ ਹੈ ਇੰਨਾ 5 ਫੁੱਟ ਚੌੜੀ ਸੜਕ ਹੈ, ਜਿਵੇਂ 15 ਫੁੱਟ ਚੌੜੀ ਸੜਕ ਹੈ। ਠੀਕ ਹੈ।
ਇਹਦੇ ਵਿੱਚ ਹੁਣ ਇੱਕ ਤਾਂ ਤਰੀਕਾ ਇਹ ਹੈ ਕਿ ਪਹਿਲੇ ਬੰਦੇ ਨੂੰ ਆਪਾਂ ਕਹਿ ਦਈਏ ਵੀ ਤੂੰ 5 ਮਿੰਟਾਂ ਦੇ ਲਈ ਤੂੰ ਸਾਰੀ ਸੜਕ ਵਰਤ ਲਾ। ਮੰਨ ਲਓ ਇੱਥੇ 1000 ਬੰਦਾ ਖੜਾ ਹੈ, ਆਉਣ ਵਾਲਾ ਕਾਫਲਾ ਇਹਨਾਂ ਦਾ 200 ਬੰਦਾ ਹੈ ਤੇ ਇਹਨਾਂ ਦਾ 3000 ਬੰਦਾ ਹੈ। ਕੋਈ ਵੋਟਾਂ ਦੀ ਰੈਲੀ ਨਿਕਲ ਰਹੀ ਹੈ, ਪੁਲ ਬਣਿਆ ਹੋਇਆ, ਨਹਿਰ ਤੇ ਕਹਿ ਲਓ ਪੁਲ ਬਣਿਆ ਹੋਇਆ, 15 ਫੁੱਟ ਦਾ ਪੁਲ ਹੈ। ਹੁਣ ਇੱਥੇ ਸਾਡੇ ਕੋਲ ਦਿੱਕਤ ਹੈ ਵੀ ਜਾਂ ਤਾਂ ਅਸੀਂ ਕਹਿ ਦਿੰਦੇ ਹਾਂ ਪਹਿਲੇ ਵਾਲੇ ਕਾਫਲੇ ਨੂੰ ਵੀ 1000 ਬੰਦਾ ਤੁਹਾਡਾ, ਪਹਿਲੇ 5 ਮਿੰਟ ਤੁਸੀਂ ਲੰਘਾਓ, ਦੂਜੇ 5 ਮਿੰਟ ਆਪਾਂ ਇਹਨਾਂ ਨੂੰ ਦੇ ਦਾਂਗੇ, ਫਿਰ 5 ਮਿੰਟ ਇਹਨਾਂ ਨੂੰ ਦੇ ਦਾਂਗੇ। ਜਿਵੇਂ ਬੱਤੀਆਂ ਤੇ ਹੁੰਦਾ, ਰੈੱਡ ਲਾਈਟਾਂ ਹੀ ਚੱਲਦੀਆਂ ਨੇ ਨਾ, ਟਾਈਮ ਦੇ ਨਾਲ ਚੱਲਦੀਆਂ ਨੇ, ਉਹ ਟਾਈਮ ਡਿਵੀਜ਼ਨ ਹੁੰਦਾ ਹੈਗਾ। ਤੇ ਜਾਂ ਆਪਾਂ ਕਹਿ ਦਈਏ ਵੀ ਐਂ ਕਰੋ, ਟਾਈਮ ਨਹੀਂ ਵੰਡਣਾ, ਆਪਾਂ ਵੰਡ ਲੈਂਦੇ ਹਾਂ 5 ਫੁੱਟ ਤੁਹਾਨੂੰ ਦੇਤਾ, 5 ਦੂਜਿਆਂ ਨੂੰ ਦੇਤਾ, 5 ਤੀਜਿਆਂ ਨੂੰ। ਇਹਦੇ ਵਿੱਚ ਫਰੀਕੁਐਂਸੀ ਡਿਵਾਈਡ ਕਰ ਲਈਏ, ਫਰੀਕੁਐਂਸੀ ਸੀ ਜਾਂ ਰਸਤਾ ਡਿਵਾਈਡ ਕਰ ਲਿਆ। ਸਾਰੇ ਬੰਦਿਆਂ ਨੂੰ ਇਕੱਠਿਆਂ ਨੂੰ ਕਿਵੇਂ ਮੈਨੇਜ ਕਰਨਾ, ਇਸ ਨੂੰ ਆਪਾਂ ਬੋਲ ਦਿੰਦੇ ਹਾਂ ਮਲਟੀਪਲੈਕਸਿੰਗ। ਇੱਕ ਤੋਂ ਜ਼ਿਆਦਾ ਸਿਗਨਲ ਉਸੇ ਚੈਨਲ ਦੇ ਵਿੱਚ ਕਿਵੇਂ ਜਾਣਗੇ, ਉਹਨੂੰ ਮਲਟੀਪਲੈਕਸਿੰਗ ਬੋਲ ਦਿੰਦੇ ਆ। ਤਾਂ ਇਹੀ ਥਿਊਰੀ 'ਚ ਲਿਖਿਆ ਹੋਇਆ ਹੈ, ਮਲਟੀਪਲੈਕਸਿੰਗ ਇਜ਼ ਦੀ ਪ੍ਰੋਸੈਸ ਆਫ ਕੰਬਾਈਨਿੰਗ ਮਲਟੀਪਲ ਸਿਗਨਲ ਔਨ ਟੂ ਵਨ ਸਿਗਨਲ ਓਵਰ ਦੀ ਸ਼ੇਅਰਡ ਮੀਡੀਅਮ। ਕਲੀਅਰ ਹੋਈ ਗੱਲ? ਕਹਿੰਦਾ ਇਫ ਐਨਾਲੌਗ ਸਿਗਨਲ ਆਰ ਮਲਟੀਪਲੈਕਸਡ ਦੈਨ ਇਟ ਇਜ਼ ਐਨਾਲੌਗ ਮਲਟੀਪਲੈਕਸਿੰਗ। ਤੇ ਜੇਕਰ ਡਿਜੀਟਲ ਸਿਗਨਲ ਨੂੰ ਮਲਟੀਪਲੈਕਸ ਕਰਦੇ ਆ ਉਹਦੀ ਡਿਜੀਟਲ ਮਲਟੀਪਲੈਕਸਿੰਗ ਬੋਲ ਦਿੰਦੇ ਆ। ਤਾਂ ਇਹ ਐਨਾਲੌਗ ਦੋ ਤਰ੍ਹਾਂ ਦੀ ਹੁੰਦੀ ਹੈ, ਫਰੀਕੁਐਂਸੀ ਡਿਵੀਜ਼ਨ ਮਲਟੀਪਲੈਕਸਿੰਗ, ਤੇ ਦੂਸਰੀ ਹੁੰਦੀ ਹੈ ਵੇਵ ਲੈਂਥ ਡਿਵੀਜ਼ਨ ਮਲਟੀਪਲੈਕਸਿੰਗ। ਵੇਵ ਲੈਂਥ ਵੀ ਦੱਸੂਗਾ ਕੀ ਹੁੰਦੀ ਹੈ, ਫਰੀਕੁਐਂਸੀ ਵੀ ਦੱਸੂਗਾ ਕੀ ਹੁੰਦੀ ਹੈ, ਅੱਗੇ ਕੁਐਸਚਨ ਆਊਗਾ, ਠੀਕ ਹੈ। ਫਿਰ ਜੇਕਰ ਡਿਜੀਟਲ ਹੋਵੇ ਤਾਂ ਡਿਜੀਟਲ ਦੇ ਵਿੱਚ ਆਪਣੇ ਕੋਲੇ ਟਾਈਮ ਡਿਵੀਜ਼ਨ ਮਲਟੀਪਲੈਕਸਿੰਗ ਹੁੰਦੀ ਹੈ, ਜਿਹੜੀ ਕਿ ਫਰਦਰ ਦੋ ਪਾਰਟਸ ਦੇ ਵਿੱਚ ਡਿਵਾਈਡਡ ਹੈ, ਸਿੰਕਰੋਨਸ TDM ਤੇ ਐਸਿੰਕਰੋਨਸ TDM। ਕਲੀਅਰ ਹੋਈ ਗੱਲ? ਇਹ ਤਾਂ ਸੀਗਾ ਆਪਣੇ ਕੋਲੇ ਫਰੀਕੁਐਂਸੀ ਡਿਵਾਈਡ ਕਰਤੀ ਆਪਾਂ, ਇਹਦੇ ਵਿੱਚ ਆਪਾਂ ਟਾਈਮ ਡਿਵਾਈਡ ਕਰਤਾ। ਜਿਵੇਂ ਪਹਿਲਾਂ ਇਹ ਵਾਲੇ ਲੰਘ ਰਹੇ ਨੇ ਫਰੇਮ 3 C3 ਆਹ ਵਾਲੇ, ਪਹਿਲਾਂ 3 ਵਾਲੇ ਲੰਘੇ, ਫਿਰ 2 ਵਾਲੇ, ਸੌਰੀ ਪਹਿਲਾਂ ਫਰੇਮ 1 ਗਿਆ C ਵਾਲੇ, ਫਿਰ ਉਲਟ ਹੋ ਗਿਆ ਕੰਮ, ਸਿੰਕਰੋਨਸ TDM ਹੈ ਪਹਿਲਾਂ ਪਹਿਲੇ ਦਾ, ਪਹਿਲਾਂ ਆਹਾ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਇਹਨੂੰ ਟਾਈਮ ਦਿੱਤਾ, ਫਿਰ ਇਹਨੂੰ ਟਾਈਮ ਦਿੱਤਾ, ਫਿਰ ਇਹਨੂੰ ਟਾਈਮ ਦਿੱਤਾ, ਕੱਲੇ ਕੱਲੇ ਕਰਕੇ, ਠੀਕ ਹੈ। ਇਸ ਤਰ੍ਹਾਂ ਹੋ ਰਹੀ ਹੈ ਟਾਈਮ ਡਿਵੀਜ਼ਨ। ਤੇ ਅੱਗੇ ਆ ਗਿਆ ਮੋਡੂਲੇਸ਼ਨ। ਮੋਡੂਲੇਸ਼ਨ ਕੀ ਹੁੰਦੀ ਹੈ? ਮੈਸੇਜ ਦਾ ਸਿਗਨਲ ਹੈ, ਇਹ ਮੈਸੇਜ ਹੈ ਤੇ ਇੱਕ ਕੈਰੀਅਰ ਸਿਗਨਲ ਹੋਊਗਾ ਜਿਹੜਾ ਇਹਨੂੰ ਕੈਰੀ ਕਰਕੇ ਲੈ ਕੇ ਜਾਊਗਾ। ਭੇਜਣ ਵਾਲੇ ਸਿਗਨਲ ਨੂੰ ਕੈਰੀਅਰ ਸਿਗਨਲ ਦੇ ਨਾਲ ਜੋੜ ਦੇਣਾ, ਉਹਨੂੰ ਆਪਾਂ ਮੋਡੂਲੇਸ਼ਨ ਬੋਲਦੇ ਹਾਂ। ਹੁਣ ਆਪਾਂ ਮੰਨ ਲਓ ਟ੍ਰੇਨ ਤੇ ਜਾਣਾ, ਆਪਾਂ ਸਾਊਥ ਘੁੰਮਣ ਚੱਲੇ ਹਾਂ, ਮੰਨ ਲਓ ਅਸੀਂ ਬੈਂਗਲੌਰ ਚੱਲੇ ਹਾਂ, ਜਾਂ ਆਪਾਂ ਤਾਮਿਲਨਾਡੂ ਦੇ ਵਿੱਚ ਚੱਲੇ ਹਾਂ, ਕੇਰਲਾ ਦੇ ਵਿੱਚ ਚੱਲੇ ਹਾਂ, ਹੈ ਨਾ। ਉੱਥੇ ਜਾਣ ਦੇ ਲਈ ਸਾਨੂੰ ਟ੍ਰੇਨ ਬੁੱਕ ਕਰਾਉਣੀ ਪਊਗੀ ਟਿਕਟ, ਜਾਂ ਅਸੀਂ ਹੈਲੀਕਾਪਟਰ ਤੇ ਜਾਵਾਂਗੇ, ਜਾਂ ਅਸੀਂ ਬੱਸਾਂ ਤੇ ਤੁਰ ਕੇ ਵੀ ਜਾ ਸਕਦੇ, ਕੋਈ ਵੱਡੀ ਗੱਲ ਨਹੀਂ ਹੈ। ਬਾਬਾ ਨਾਨਕ ਵੀ ਤੁਰ ਕੇ ਗਏ ਸੀ ਬਹੁਤ ਜਗ੍ਹਾ ਤੇ, ਹੈ ਨਾ, ਮੱਕੇ ਮਦੀਨੇ ਤੱਕ ਗਏ ਸੀ, ਤੋ ਜਾ ਸਕਦੇ ਹਾਂ, ਬਹੁਤ ਬੰਦੇ ਜਾਂਦੇ ਵੀ ਨੇ। ਸੋ ਜਿਹੜੇ ਸਾਧਨ ਦੁਆਰਾ ਅਸੀਂ ਜਾਂਦੇ ਹਾਂ ਕੈਰੀਅਰ ਸਿਗਨਲ, ਉਹਦੇ ਨਾਲ ਜੋੜ ਦੇਣਾ ਓਰੀਜਨਲ ਸਿਗਨਲ ਨੂੰ ਮੋਡੂਲੇਸ਼ਨ ਬੋਲ ਦਿੰਦੇ ਹਾਂ, ਠੀਕ ਹੈ। ਕਿਉਂਕਿ ਇਹਨੂੰ ਪਤਾ ਨਹੀਂ ਹੁੰਦਾ ਕਿੱਧਰ ਜਾਣਾ, ਸਾਰੀ ਇਨਫੋਰਮੇਸ਼ਨ ਕੈਰੀਅਰ ਸਿਗਨਲ ਨੂੰ ਪਤਾ ਹੁੰਦਾ ਕਿੱਥੇ ਜਾਣਾ, ਕਿਵੇਂ ਜਾਣਾ, ਉੱਥੇ ਲਿਜਾ ਕੇ ਰਿਸੀਵਰ ਕੋਲੇ ਉਹਨੂੰ ਛੱਡ ਦਿੰਦਾ ਵੀ ਚੱਲ ਵੀ ਮਿੱਤਰਾ ਹੁਣ ਤੇਰਾ ਕੰਮ ਰਹਿ ਗਿਆ, ਠੀਕ ਹੈ। ਤਾਂ ਮੋਡੂਲੇਸ਼ਨ ਕੀ ਹੈ? ਮੋਡੂਲੇਸ਼ਨ ਇਜ਼ ਡਿਫਾਈਨਡ ਐਜ਼ ਦੀ ਪ੍ਰੋਸੈਸ ਆਫ ਸੁਪਰ ਇੰਪੋਜ਼ਿੰਗ। ਸੁਪਰ ਇੰਪੋਜ਼ਿੰਗ ਮਤਲਬ ਜੋੜਨਾ ਇਹ ਲੋ ਫਰੀਕੁਐਂਸੀ ਸਿਗਨਲ ਔਨ ਟੂ ਏ ਹਾਈ ਫਰੀਕੁਐਂਸੀ ਕੈਰੀਅਰ ਸਿਗਨਲ। ਦੇਖੋ ਜਿੱਥੇ ਆਹ ਵੇਵ ਜੀਆਂ ਘੱਟ ਬਣਦੀਆਂ ਨੇ ਫਰੀਕੁਐਂਸੀ ਘੱਟ ਹੈ, ਜਿੱਥੇ ਵੇਵਸ ਜ਼ਿਆਦਾ ਬਣਦੀਆਂ ਨੇ ਫਰੀਕੁਐਂਸੀ ਜ਼ਿਆਦਾ ਹੈ, ਇਹਦੇ ਤੇ ਵੀ ਪੜਾਂਗੇ ਆਪਾਂ। ਤੇ ਮੋਡੂਲੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਐਨਾਲੌਗ ਮੋਡੂਲੇਸ਼ਨ ਤੇ ਡਿਜੀਟਲ ਮੋਡੂਲੇਸ਼ਨ। ਐਨਾਲੌਗ ਦੇ ਵਿੱਚ ਇੱਕ AM ਹੁੰਦੀ ਹੈ, ਐਂਪਲੀਟਿਊਡ ਮੋਡੂਲੇਸ਼ਨ, ਫਰੀਕੁਐਂਸੀ ਮੋਡੂਲੇਸ਼ਨ, ਫੇਜ਼ ਮੋਡੂਲੇਸ਼ਨ, ਮੋਡੂਲੇਸ਼ਨ ਨਹੀਂ ਮੋਡੂਲੇਸ਼ਨ, ਫੇਜ਼ ਮੋਡੂਲੇਸ਼ਨ। ਫਿਰ ਡਿਜੀਟਲ ਦੇ ਵਿੱਚ ਐਂਪਲੀਟਿਊਡ ਸ਼ਿਫਟ ਕੀਇੰਗ, ਫਰੀਕੁਐਂਸੀ ਸ਼ਿਫਟ ਕੀਇੰਗ ਤੇ ਫੇਸ ਸ਼ਿਫਟ ਕੀਇੰਗ। ਦੇਖੋ ਫੇਸ ਇੱਧਰ ਵੀ ਹੈਗਾ, ਇੱਧਰ ਵੀ ਹੈਗਾ, ਇੱਧਰ ਫਰੀਕੁਐਂਸੀ ਹੈ, ਇੱਧਰ ਵੀ ਹੈਗਾ, ਐਂਪਲੀਟਿਊਡ ਇੱਧਰ ਨਹੀਂ ਹੈ, ਇੱਧਰ ਵੀ ਹੈਗਾ, ਹਾਂ ਐਂਪਲੀਟਿਊਡ ਤਿੰਨ ਇੱਧਰ ਨੇ, ਤਿੰਨ ਇੱਧਰ ਨੇ, ਐਂਪਲੀਟਿਊਡ ਮੋਡੂਲੇਸ਼ਨ, ਇੱਧਰ ਐਂਪਲੀਟਿਊਡ ਸ਼ਿਫਟ ਕੀਇੰਗ। ਕਲੀਅਰ ਹੋਈ ਗੱਲ? ਸੋ ਆਹ ਤਾਂ ਕਿਤੇ ਨਹੀਂ ਆਇਆ ਮੋਡੂਲੇਸ਼ਨ ਦੇ ਵਿੱਚ, ਟਾਈਮ ਮੋਡੂਲੇਸ਼ਨ ਆਈ ਨਹੀਂ ਕਿਤੇ ਵੀ, ਤਾਂ ਪਹਿਲਾਂ ਠੀਕ ਹੈ, ਕੱਲਾ ਪਹਿਲਾਂ ਹੀ ਠੀਕ ਹੈ ਫਿਰ। ਕਲੀਅਰ? ਠੀਕ ਹੈ ਜੀ। ਅਗਲਾ ਕੁਐਸਚਨ ਹੈ ਫॉर ਦੀ ਸਮੂਥ ਮੂਵਮੈਂਟ ਆਫ ਦੀ ਮਾਊਸ ਇਟ ਸ਼ੁੱਡ ਬੀ ਕੈਪਟ ਔਨ। ਕਹਿੰਦਾ ਮਾਊਸ ਦੀ ਸਮੂਥ ਮੂਵਮੈਂਟ ਦੇ ਲਈ ਕੀ ਟੈਕਸਟ ਪੈਡ ਤੇ ਰੱਖੀਏ? ਨਹੀਂ, ਮਾਊਸ ਪੈਡ ਹੁੰਦਾ, ਨੋਟ ਪੈਡ ਵੀ ਨਹੀਂ ਹੁੰਦਾ। ਨੋਟ ਪੈਡ ਤਾਂ ਜਿਵੇਂ ਵਰਡ 'ਚ ਆਪਾਂ ਟਾਈਪ ਕਰਦੇ ਹਾਂ ਉਵੇਂ ਟਾਈਪ ਕਰਨ ਦੇ ਲਈ ਨੋਟ ਪੈਡ ਹੈ। ਤੇ ਨੋਟ ਪੈਡ ਦੀ ਐਕਸਟੈਂਸ਼ਨ ਮਿੱਤਰੋ ਜ਼ਰੂਰ ਯਾਦ ਕਰ ਲਿਓ, ਪੁੱਛ ਸਕਦਾ, ਡੋਟ PPT, ਨਹੀਂ PPT ਤਾਂ ਨਹੀਂ ਹੁੰਦੀ ਯਾਰ, ਡੋਟ ਟੈਕਸਟ ਭੁੱਲ ਗਿਆ ਸੀ ਮੈਂ, ਹਾਂ ਡੋਟ, ਉਹ ਪੂਰਾ ਨਹੀਂ ਹੁੰਦਾ,
ਦੁਬਾਰੇ ਦੱਸਦਾ, ਨੋਟਪੈਡ ਦੀ ਹੁੰਦੀ ਹੈ .txt, ਠੀਕ ਹੈ। ਨੋਟਪੈਡ ਦੀ ਐਕਸਟੈਂਸ਼ਨ ਇਹ ਯਾਦ ਰੱਖਣੀ ਹੈ। ਤੇ ਰੈਟ ਪੈਡ ਵੀ ਨਹੀਂ ਹੁੰਦਾ ਤਾਂ ਬੀ ਆਨਸਰ ਹੈ, ਮਾਊਸ ਪੈਡ। ਕਲੀਅਰ, ਮਾਊਸ ਪੈਡ ਤੇ ਰੱਖ ਕੇ ਵਧੀਆ ਚੱਲਦਾ। ਅਗਲਾ ਕੁਐਸਚਨ ਹੈ, ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। HTTP is suitable for application that require large amount of data transfer in real time। ਕਹਿੰਦਾ HTTP ਉੱਥੇ ਅੱਛਾ ਆਹ ਭੁੱਲ ਗਏ ਸੀ ਨਾ ਆਪਾਂ, ਇਹ ਚੀਜ਼ ਨੂੰ ਐ ਰੱਖਣਾ। ਇਨਕਰੈਕਟ ਕਿਹੜਾ ਗਲਤ ਹੈ ਇਹਨਾਂ ਚ। ਕਹਿੰਦਾ HTTP suitable for, ਪਹਿਲਾਂ ਆਪਾਂ ਚਲੋ ਪੜ੍ਹਦੇ ਹਾਂ ਚੀਜ਼ਾਂ, ਪ੍ਰੋਟੋਕੋਲ ਬਾਰੇ ਪੜ੍ਹਦੇ ਹਾਂ। DHCP, HTTP ਤੇ FTP ਦਾ ਕੀ ਕੰਮ ਹੁੰਦਾ। DHCP ਦੀ ਐਬਰੀਵੇਸ਼ਨ ਯਾਦ ਕਰ ਲਿਓ, ਡਾਇਨਾਮਿਕ ਹੋਸਟ ਕਨਫੀਗਰੇਸ਼ਨ ਪ੍ਰੋਟੋਕੋਲ। ਇਹ ਯੂਜ਼ ਟੂ ਫਾਈਂਡ ਦੀ IP ਐਡਰੈਸ। ਜਦੋਂ ਆਪਾਂ ਇੰਟਰਨੈਟ ਚਲਾਉਂਦੇ ਹਾਂ, ਤੁਸੀਂ ਲਾਇਬ੍ਰੇਰੀ 'ਚ ਜਾਂ ਰੀਡਿੰਗ ਹਾਲ 'ਚ ਜਾ ਕੇ ਬੈਠਦੇ ਹੋ, ਤੁਸੀਂ ਵਾਈਫਾਈ ਔਨ ਕਰ ਦਿੰਦੇ ਹੋ, ਤੁਹਾਡੇ ਕੰਪਿਊਟਰ ਨੂੰ ਜਾਂ ਲੈਪਟਾਪ ਨੂੰ ਜਾਂ ਮੋਬਾਈਲ ਨੂੰ ਇੱਕ IP ਐਡਰੈਸ ਚਾਹੀਦਾ। IP ਐਡਰੈਸ ਯੂਨੀਕਲੀ ਆਇਡੈਂਟੀਫਾਈ ਕਰਦਾ ਕੰਪਿਊਟਰ ਨੂੰ ਪੂਰੀ ਦੁਨੀਆ ਤੋਂ, ਠੀਕ ਹੈ। ਪੜ੍ਹਿਆ ਹੋਇਆ ਕੁਐਸਚਨ, ਆਇਆ ਵੀ ਹੋਇਆ। ਤਾਂ ਜਦੋਂ ਆਪਾਂ ਜਾ ਕੇ ਵਾਈਫਾਈ ਦੇ ਨਾਲ ਜੁੜਦੇ ਹਾਂ, ਹੈ ਨਾ, ਉਦੋਂ ਆਪਾਂ ਨੂੰ IP ਐਡਰੈਸ ਚਾਹੀਦਾ। ਉਹ IP ਐਡਰੈਸ ਕੌਣ ਪ੍ਰੋਵਾਈਡ ਕਰਾਉਂਦਾ? ਉਹ DHCP ਪ੍ਰੋਟੋਕੋਲ ਪ੍ਰੋਵਾਈਡ ਕਰਾਉਂਦੀ ਹੈ। ਕਈ ਵਾਰੀ ਆਪਾਂ ਫੋਨ ਤੇ ਹੌਟਸਪੌਟ ਲਾ ਕੇ ਕਿਸੇ ਨੂੰ ਹੌਟਸਪੌਟ ਦੇ ਕੇ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਆ ਨਹੀਂ ਰਿਹਾ ਹੁੰਦਾ ਓਬਟੇਨਿੰਗ IP ਐਡਰੈਸ। ਤਾਂ ਉਹ ਕਿਹੜੀ ਪ੍ਰੋਟੋਕੋਲ ਲੱਭ ਕੇ ਦਿੰਦੀ IP ਐਡਰੈਸ? DHCP, ਠੀਕ ਹੈ। ਫਿਰ ਹੈਗਾ HTTP। HTTP ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਇਹਦਾ ਪੋਰਟ ਨੰਬਰ ਸੀ, ਆਪਾਂ ਕੱਲ ਵੀਡੀਓ 'ਚ ਗੱਲ ਕੀਤੀ ਸੀ, ਪੋਰਟ ਨੰਬਰ ਸੀਗਾ ਇਹਦਾ 80 ਤੇ DNS ਦਾ ਪੋਰਟ ਨੰਬਰ ਸੀਗਾ 53 ਤੇ SMTP ਦਾ ਪੋਰਟ ਨੰਬਰ ਸੀਗਾ 25 ਤੇ HTTPS ਇਹਦਾ ਸੀਗਾ 443। ਪੋਰਟ ਨੰਬਰ ਕੀ ਹੁੰਦੇ ਨੇ ਮੈਂ ਦੱਸੇ ਹੋਏ ਨੇ ਚੰਗੀ ਤਰ੍ਹਾਂ, ਹਨਾ। ਹਾਈਪਰ ਟੈਕਸਟ ਯੂਜ਼ ਟੂ ਟ੍ਰਾਂਸਫਰ ਦੀ ਵੇਰੀਅਸ ਵੈਬ ਪੇਜਸ ਓਵਰ ਦੀ ਵੇਰੀਅਸ ਕੰਪਿਊਟਰ ਪ੍ਰੈਜ਼ੈਂਟ ਔਨ ਦੀ ਇੰਟਰਨੈਟ। ਤਾਂ ਜਿਹੜੇ ਵੈਬ ਪੇਜ ਟ੍ਰਾਂਸਫਰ ਹੁੰਦੇ ਨੇ ਨੈਟ ਤੋਂ, ਆਪਾਂ ਲਿਖਦੇ ਨਹੀਂ http.www.google.com ਦਾ ਇਹ ਪ੍ਰੋਟੋਕੋਲ ਵਰਤੀ ਜਾਂਦੀ ਹੈ। ਤਾਂ ਪੇਜਾਂ ਨੂੰ ਟ੍ਰਾਂਸਫਰ ਕਰਨ ਦੇ ਲਈ ਵਰਤਿਆ ਜਾਂਦਾ। ਤਾਂ ਪੇਜਾਂ ਦਾ ਸਾਈਜ਼ ਥੋੜਾ ਹੁੰਦਾ। ਮੰਨ ਲਓ ਅਸੀਂ ਕੋਈ ਮੂਵੀ ਡਾਊਨਲੋਡ ਕਰਨੀ ਆ 2 GB ਦੀ, ਉਹ ਪੇਜ ਤਾਂ ਨਹੀਂ ਹੈਗਾ, ਉਹ ਤਾਂ ਵੀਡੀਓ ਫਾਈਲ ਹੈ। ਕੋਈ ਆਡੀਓ ਫਾਈਲ ਡਾਊਨਲੋਡ ਕਰਨੀ ਆ 10-12 GB ਦੀ, ਉਹ ਵੀ ਸਾਡੇ ਕੋਲ ਡੇਟਾ। ਕੋਈ ਵਰਡ ਦੀਆਂ, ਐਕਸਲ ਦੀਆਂ ਫਾਈਲਾਂ ਦੀ ਜਿਪ ਫਾਈਲ ਬਣਾਈ ਹੋਈ ਹੈ ਡਾਊਨਲੋਡ ਕਰਨੀ, ਉਹ ਵੀ ਵੈਬ ਪੇਜ ਨਹੀਂ ਹੈਗੇ। ਤਾਂ ਉੱਥੇ HTTP ਨਹੀਂ ਵਰਤਿਆ ਜੋ। HTTP ਸਿਰਫ ਪੇਜਾਂ ਨੂੰ ਟ੍ਰਾਂਸਫਰ ਕਰਨ ਦੇ ਲਈ, ਹਾਈਪਰ ਟੈਕਸਟ ਨੂੰ, ਠੀਕ ਹੈ। ਤਾਂ ਫਿਰ ਇਹ ਟ੍ਰਾਂਸਫਰਿੰਗ ਸਮੋਲਰ ਫਾਈਲ, ਛੋਟੀ ਫਾਈਲ ਨੂੰ ਭੇਜਣ ਲਈ ਵਰਤਿਆ ਜਾਂਦਾ, ਹੈ ਨਾ। ਤਾਂ ਗੱਲ ਤਾਂ ਇੱਥੋਂ ਹੀ ਬਣ ਗਈ ਕਿ ਕੁਐਸਚਨ ਆਪਣਾ ਸੋਲਵ ਹੋ ਗਿਆ। HTTP is suitable for application that require large amount of data transfer in real time। ਨਹੀਂ, ਆਪਾਂ ਤਾਂ ਕਹਿਤਾ ਵੀ HTTP ਹੈ ਜਿਹੜੀਆਂ ਛੋਟੀਆਂ ਫਾਈਲਾਂ ਨੂੰ, ਵੈਬ ਪੇਜਸ ਨੂੰ ਭੇਜਣ ਲਈ ਵਰਤੀ ਜਾਂਦੀ ਹੈ। ਤਾਂ ਪਹਿਲਾ ਰੌਂਗ ਹੋ ਗਿਆ, ਤਾਂ ਰੌਂਗ ਹੀ ਪੁੱਛਿਆ ਸੀ ਉਹਨੇ, ਇਨਕਰੈਕਟ ਪਹਿਲਾ ਹੋ ਗਿਆ। ਆਨਸਰ ਤਾਂ ਪਹਿਲਾ ਹੈ, ਬਾਕੀ ਵੀ ਆਪਾਂ ਪੜ੍ਹ ਲੈਂਦੇ ਹਾਂ। ਅੱਗੇ ਗੱਲ ਸੀਗੀ, ਕਹਿੰਦਾ HTTP use the service of TCP/IP for communication of reliable information over the internet। ਕਹਿੰਦਾ HTTP ਹੈ ਕੀ? ਕਹਿੰਦਾ ਇਹ TCP ਵਰਤਦਾ, TCP/IP ਮਾਡਲ ਵਰਤਦਾ ਇਹ। ਤਾਂ ਆਪਾਂ ਨੂੰ ਪਤਾ ਹੀ ਹੈ ਇੰਟਰਨੈਟ ਤੇ ਜਿੰਨਾ ਵੀ ਡੇਟਾ ਟ੍ਰਾਂਸਫਰ ਹੁੰਦਾ ਉਹ TCP/IP ਮਾਡਲ ਦੁਆਰਾ ਹੁੰਦਾ। 2 ਮਾਡਲ ਹੁੰਦੇ ਨੇ, ਇੱਕ TCP/IP, ਇੱਕ OSI। OSI ਹੁੰਦਾ ਓਪਨ ਸਿਸਟਮ ਇੰਟਰਕਨੈਕਸ਼ਨ। ਇਹ 7 ਲੇਅਰ ਹੁੰਦੀਆਂ ਨੇ, ਇਹਦੀਆਂ 7 ਲੇਅਰਸ ਹੁੰਦੀਆਂ ਨੇ, TCP/IP ਦੀਆਂ 4 ਲੇਅਰਸ ਹੁੰਦੀਆਂ ਨੇ। ਇਹ ਵੀ ਯਾਦ ਕਰ ਸਕਦੇ ਹੋ, ਠੀਕ ਹੈ। ਪੁੱਛਿਆ ਤਾਂ ਨਹੀਂ ਗਿਆ, ਪਰ ਕਿਹੜੀਆਂ ਹੁੰਦੀਆਂ ਨੇ ਸਰਚ ਮਾਰ ਕੇ ਦੇਖ ਸਕਦੇ ਹੋ। ਹਜੇ ਕੁਐਸਚਨ ਨਹੀਂ ਆਇਆ, ਜੇ ਕੋਈ ਆਇਆ ਮੈਂ ਕਰਾ ਦੂੰਗਾ। ਤਾਂ ਇਹ ਗੱਲ ਬਿਲਕੁਲ ਠੀਕ ਹੈ ਕਿ HTTP ਹੈ ਜਿਹੜਾ ਉਹ TCP ਨੂੰ ਯੂਜ਼ ਕਰਦਾ। ਤਾਂ ਹੁਣ ਮੈਂ FTP ਦੱਸਦਿਆਂ ਲੱਗਦੇ ਹੱਥ। FTP ਹੈ ਜਿਹੜਾ ਇਹ ਅਪਲੋਡ ਤੇ ਡਾਊਨਲੋਡ ਕਰਨ ਲਈ ਵਰਤਿਆ ਜਾਂਦਾ ਹੈ, ਤੇ ਇਹ ਵੱਡੀਆਂ ਫਾਈਲਾਂ ਨੂੰ ਟ੍ਰਾਂਸਫਰ ਕਰਨ ਦੇ ਲਈ ਵਰਤਿਆ ਜਾਂਦਾ। HTTP ਛੋਟੀਆਂ ਤੇ FTP ਨਹੀਂ ਯਾਰ, FTP ਵੱਡੀਆਂ ਫਾਈਲਾਂ ਨੂੰ ਟ੍ਰਾਂਸਫਰ ਕਰਨ ਦੇ ਲਈ, ਠੀਕ ਹੈ। ਹੁਣ ਕੁਛ 2 ਤਰ੍ਹਾਂ ਦੀਆਂ ਪ੍ਰੋਟੋਕੋਲ ਹੁੰਦੀਆਂ ਨੇ। ਮੈਨੂੰ ਐਂ ਲੱਗਦਾ ਮੈਂ ਪਹਿਲੇ ਪਤਾ ਨਹੀਂ ਦੂਜੇ ਪਾਰਟ 'ਚ ਦੱਸਿਆ ਸੀ, ਇੱਕ TCP ਹੁੰਦਾ, ਇੱਕ UDP ਹੁੰਦਾ। TCP ਹੈ ਜਿਹੜਾ ਇਹ ਰਿਲਾਇਬਲ ਪ੍ਰੋਟੋਕੋਲ ਹੈ, ਤੇ UDP ਹੈ ਜਿਹੜਾ ਅਨਰਿਲਾਇਬਲ ਹੈ, ਠੀਕ ਹੈ। ਤਾਂ ਹੁਣ ਰਿਲਾਇਬਲ ਤੇ ਅਨਰਿਲਾਇਬਲ ਕੀ ਹੁੰਦਾ ਮੈਂ ਪਹਿਲੇ ਪਤਾ ਨਹੀਂ ਦੂਜੇ ਪਾਰਟ 'ਚ ਦੱਸਿਆ, ਚੰਗੀ ਤਰ੍ਹਾਂ ਆਪਾਂ ਇਹ ਗੱਲ ਕੀਤੀ ਸੀ। ਰਿਲਾਇਬਿਲਿਟੀ ਮਤਲਬ ਭਰੋਸੇਯੋਗਤਾ। ਜਿਹੜਾ TCP ਆਪਾਂ ਇੱਕ ਬੱਸ ਤੇ ਟ੍ਰੇਨ ਦੀ ਐਗਜ਼ਾਮਪਲ ਲਈ ਸੀ, ਜਿਵੇਂ ਆਪਾਂ ਨੋਰਮਲੀ ਟ੍ਰੇਨ 'ਚ ਚੜ੍ਹ ਕੇ ਜਾਂ ਬੱਸਾਂ ਚੜ੍ਹ ਕੇ, ਉਹ ਬੰਦਿਆਂ ਨੂੰ ਕੋਈ ਮਤਲਬ ਨਹੀਂ ਵੀ ਅਸੀਂ ਕਿੱਥੇ ਜਾ ਰਹੇ ਹਾਂ, ਘਰੇ ਪਹੁੰਚ ਰਹੇ ਹਾਂ ਕਿ ਨਹੀਂ, 6 ਵਜੇ ਉਹ ਡਰਾਈਵਰ ਮਾੜਾ ਕੋਈ ਗਲੀ ਪਾਣੀ ਪੂਣੀ ਪਿਆ ਕੇ ਬੱਸ ਲੈ ਕੇ ਵਗ ਜਾਂਦੇ ਨੇ, ਹੈ ਨਾ। ਭਰੋਸੇਯੋਗਤਾ ਨਹੀਂ ਹੁੰਦੀ। ਤਾਂ ਉਹ ਹੁੰਦੇ ਆ TCP ਸਰਵਿਸ ਨੂੰ ਫੋਲੋ ਕਰਦੇ ਨੇ ਉਹ। ਤੇ ਜਿਹੜੇ ਸਕੂਲਾਂ ਵਾਲੀ ਵੈਨ ਹੁੰਦੀ ਉਹ ਬੱਚਿਆਂ ਨੂੰ ਚੱਕ ਕੇ ਚੜਾਉਂਦੇ ਨੇ, ਗੋਦੀ ਚੱਕ ਕੇ, ਹੈ ਨਾ।
ਤੇ ਬੱਚਿਆਂ ਨੂੰ ਹੀ ਲਾਉਂਦੇ ਨੇ। ਉਹ ਆਪਾਂ ਵੀਡੀਓ ਵੀ ਦੇਖੀ ਹੈ ਸਾਊਥ ਵਾਲੀ, ਜਿਹਦੇ ਵਿੱਚ ਉਹ ਕੰਡਕਟਰ ਦੀ ਟ੍ਰੇਨਿੰਗ ਹੋਈ ਜਾਂਦੀ, ਉਹ ਵੱਡਿਆਂ ਨੂੰ ਵੀ ਚੱਕ ਚੱਕ ਲਾਹੀ ਜਾਂਦਾ, ਚੜਾਈ ਜਾਂਦਾ ਹੈ ਨਾ। ਸੋ ਉਹ ਹੁੰਦੇ ਨੇ ਗਲਤ ਦੱਸ ਗਿਆ ਮੈਨੂੰ ਲੱਗਦਾ, ਉਹ ਹੁੰਦੇ ਨੇ UDP ਅਨਰਿਲਾਇਬਲ, ਜਿਹਦੀ ਭਰੋਸੇਯੋਗਤਾ ਨਹੀਂ ਹੁੰਦੀ। ਜਿਹੜੇ ਨਹੀਂ ਕੇਅਰ ਕਰਦੇ ਬੱਸਾਂ ਬੁੱਸਾਂ ਵਾਲੇ, ਉਹ ਹੁੰਦੇ ਨੇ UDP ਵਾਲੇ, ਟ੍ਰੇਨ, ਬੱਸ, ਠੀਕ ਹੈ। ਤੇ TCP ਵਾਲੇ ਸਕੂਲ ਵੈਨ, ਸਕੂਲ ਵੈਨ ਵਾਲੇ ਹੁੰਦੇ ਨੇ ਨਾ, SCH ਸਕੂਲ ਵੈਨ, BA ਨਾਲ ਵੈਨ। ਸਕੂਲ ਵੈਨ ਦੇ ਵਿੱਚ ਸਕੂਲ ਵੈਨ ਵਾਲੇ ਨੇ ਜਿਹੜੇ, ਉਹ TCP ਸਰਵਿਸ ਨੂੰ ਵਰਤਦੇ ਨੇ। ਜਾਂ ਮੰਨ ਲਓ ਤੁਹਾਡਾ ਕੋਈ ਤੁਸੀਂ ਹੇਮਕੁੰਟ ਸਾਹਿਬ ਜਾ ਰਹੇ ਹੋ ਤੁਹਾਡੇ ਫੈਮਿਲੀ ਨੂੰ ਲੈ ਕੇ, ਜਾਂ ਤੁਸੀਂ ਹਜੂਰ ਸਾਹਿਬ ਜਾ ਰਹੇ ਹੋ, ਹੈ ਨਾ, ਤਾਂ ਉੱਥੇ ਕੀ ਹੋਊਗਾ, ਜਿਹੜਾ ਕੋਈ ਜਥਾ ਜਾਊਗਾ ਨਾਲ, ਉਹ ਤੁਹਾਡੀ ਕੇਅਰ ਕਰਨਗੇ ਵੀ ਬੰਦੇ ਪੂਰੇ ਨੇ, ਗਿਣ ਕੇ ਚੜਾਉਣਗੇ, ਗਿਣ ਕੇ ਲਾਉਣਗੇ, ਤਾਂ ਉਹ ਉੱਥੇ ਭਰੋਸੇਯੋਗਤਾ, ਰਿਲਾਇਬਿਲਿਟੀ, ਉਹ TCP ਨੂੰ ਵਰਤਣਗੇ। ਤੇ ਜਿਹੜੇ UDP ਵਾਲੇ ਹੁੰਦੇ ਉਹ ਪ੍ਰਵਾਹ ਨਹੀਂ ਕਰਦੇ, ਉਹ ਦੱਬੀ ਤੁਰੇ ਜਾਂਦੇ ਵੀ ਠੀਕ ਹੈ, ਚੜ ਗਿਆ ਨਹੀਂ, ਆਪਾਂ ਨੂੰ ਕੋਈ ਮਤਲਬ ਨਹੀਂ। ਕਲੀਅਰ ਹੋਈ ਗੱਲ? ਤਾਂ ਹੁਣ ਕਿਹੜੇ ਕਿਹੜੇ ਬੰਦੇ TCP ਨੂੰ ਵਰਤਦੇ ਨੇ, ਕਿਹੜੀਆਂ ਪ੍ਰੋਟੋਕੋਲਸ? FTP, ਟੈਲਨੈਟ, SMTP, POP, IMAP, BGP, HTTP, HTTPS, ਇਹ ਸਾਰੀਆਂ ਕੀ ਵਰਤਦੀਆਂ ਨੇ? ਪ੍ਰੋਟੋਕੋਲ TCP ਨੂੰ। ਤੇ ਜਿਹੜੀਆਂ UDP ਵਰਤਦੀਆਂ ਨੇ DHCP, TFTP, NTP ਤੇ IRC। ਇੱਕ POP ਆਪਣਾ VoIP ਵੀ ਹੈ, ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ ਹੈ ਜਿਹੜੀ, ਉਹ ਵੀ UDP ਨੂੰ ਵਰਤਦੀ ਹੈ। ਕਿਉਂਕਿ VoIP ਦੇ ਵਿੱਚ ਕੋਈ ਭਰੋਸੇਯੋਗਤਾ ਦੀ ਲੋੜ ਨਹੀਂ। ਅਸੀਂ ਫੋਨ ਕਾਲ ਕਰ ਰਹੇ ਹਾਂ, ਰਸਤੇ 'ਚ ਆਵਾਜ਼ ਵੀ ਕੱਟ ਗਈ, ਕੋਈ ਚੱਕਰ ਨਹੀਂ। ਇੱਥੇ ਭਰੋਸੇਯੋਗਤਾ ਨਹੀਂ ਚਾਹੀਦੀ ਸਾਨੂੰ, ਇੱਥੇ ਸਪੀਡ ਚਾਹੀਦੀ ਹੈ। ਸਪੀਡ ਮਾਇਨੇ ਰੱਖਦੀ ਹੈ, ਯਾਨੀ ਕਿ ਲੇਟੈਂਸੀ ਹੈ ਜਿਹੜੀ ਘੱਟ ਹੋਣੀ ਚਾਹੀਦੀ ਹੈ, ਜਿਟਰ ਘੱਟ ਹੋਣਾ ਚਾਹੀਦਾ। ਪੜ੍ਹ ਚੁੱਕੇ ਆਪਾਂ, ਹੁਣ ਦੇਖੋ ਤੁਹਾਨੂੰ ਟੈਕਨੀਕਲ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਨਾ। ਵਧੀਆ ਲੱਗ ਰਿਹਾ ਮੈਨੂੰ ਵੀ ਤੁਸੀਂ ਕੰਪਿਊਟਰ ਨਹੀਂ ਪੜ੍ਹਿਆ ਹੋਇਆ, ਚਾਹੇ ਤੁਸੀਂ ਕੰਪਿਊਟਰ ਵਾਲੇ ਬੰਦੇ ਨਹੀਂ ਹੈਗੇ, ਪਰ ਯਾਰ ਤੁਸੀਂ ਆਹ ਦੇਖੋ ਕਿੱਡੀਆਂ ਚੀਜ਼ਾਂ ਸਿੱਖ ਰਹੇ ਹੋ ਵੀ ਲੇਟੈਂਸੀ ਕੀ ਹੁੰਦੀ ਹੈ, ਜਿਟਰ ਕੀ ਹੁੰਦੀ ਹੈ। ਇਹ ਸਾਡੇ ਕੰਪਿਊਟਰ ਵਾਲੇ ਬੰਦਿਆਂ ਨੂੰ ਵੀ ਨਹੀਂ ਪਤਾ ਹੁੰਦੀਆਂ, ਠੀਕ ਹੈ, ਵੀ ਜਿਟਰ ਕੀ ਹੁੰਦਾ, ਇਹ ਹੁੰਦਾ। ਇਹ ਮੈਨੂੰ ਕਿਉਂ ਆਉਂਦੀਆਂ ਨੇ? ਕਿਉਂਕਿ ਮੈਨੂੰ ਤਾਂ ਵਾਹਵਾ ਟਾਈਮ ਹੋ ਗਿਆ ਪੜ੍ਹਾਉਂਦੇ ਨੂੰ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਤੁਹਾਨੂੰ ਇਹ ਲੱਗਦਾ ਹੋਊ ਵੀ ਜਿਹੜੇ ਬੰਦੇ ਨੂੰ ਬਹੁਤ ਆਉਂਦਾ, ਮੇਰਾ ਸਬਜੈਕਟ ਹੈ। ਉਵੇਂ ਤੁਸੀਂ ਜਿਹੜੇ ਸਬਜੈਕਟ ਦੇ ਮਾਸਟਰ ਹੋ, ਉਹਦੇ 'ਚ ਮੈਂ ਤੁਹਾਡੀ ਥਾਂ ਥੋੜ੍ਹਾ ਲੈ ਸਕਦਾ। ਤਾਂ ਹਰ ਬੰਦਾ ਆਪਦੇ ਸਬਜੈਕਟ 'ਚ ਮਾਹਰ ਹੁੰਦਾ, ਹੈ ਨਾ। ਪਰ ਅਸੀਂ ਸਿੱਖ ਸਕਦੇ ਹਾਂ ਯਾਰ, ਜੇ ਅਸੀਂ ਪੜ੍ਹਾਈ ਕਰ ਸਕਦੇ ਹਾਂ ਤਾਂ ਅਸੀਂ ਸਿੱਖ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ। ਪੜ੍ਹਾਈ ਸਾਨੂੰ ਇਸ ਤਰੀਕੇ ਨੇ ਇਹ ਸਿਖਾਉਣ ਲਈ ਹੁੰਦੀ ਹੈ ਵੀ ਕੱਲ੍ਹ ਨੂੰ ਕੋਈ ਵੀ ਸਮੱਸਿਆ ਆ ਜੇ ਅਸੀਂ ਸਿੱਖ ਲਈਏ ਉਸ ਚੀਜ਼ ਨੂੰ, ਤਾਂ ਤੁਸੀਂ ਸਿੱਖ ਜਾਓਗੇ, ਘਬਰਾਉਣਾ ਨਹੀਂ। ਤਾਂ ਕੁਛ ਪ੍ਰੋਟੋਕੋਲ ਨੇ ਜਿਹੜੀਆਂ UDP ਤੇ TCP ਦੋਨਾਂ ਨੂੰ ਵਰਤਦੀਆਂ ਨੇ। DNS ਬਹੁਤ ਇੰਪੋਰਟੈਂਟ ਹੈ, ਯਾਦ ਰੱਖ ਲਿਓ। ਤੇ ਬਾਕੀ ਤਾਂ ਚਲੋ ਠੀਕ ਨੇ, ਠੀਕ ਹੈ। ਤਾਂ ਹੁਣ RTP, ਕਿਉਂਕਿ ਤੀਜੇ ਪੁਆਇੰਟ 'ਚ ਉਹ ਇਹ ਕਹਿ ਰਿਹਾ, ਕਹਿੰਦਾ ਵੌਇਸ ਓਵਰ IP ਪ੍ਰੋਟੋਕੋਲ ਰਿਕੁਆਇਰ ਰੀਅਲ ਟਰਾਂਸਫਰ ਆਫ ਦਾ ਵੌਇਸ ਡੇਟਾ। ਵੌਇਸ ਓਵਰ IP ਐਪਲੀਕੇਸ਼ਨ ਰਿਕੁਆਇਰ ਰੀਅਲ ਟਾਈਮ ਟਰਾਂਸਫਰ ਆਫ ਵੌਇਸ ਡੇਟਾ। ਤੇ ਅੱਗੇ ਹੈਗਾ, ਕਹਿੰਦਾ ਰੀਅਲ ਟਾਈਮ ਟਰਾਂਸਫਰ ਪ੍ਰੋਟੋਕੋਲ ਹੈਜ਼ ਬੀਨ ਡਿਜ਼ਾਈਨਡ ਫॉर ਵੌਇਸ ਓਵਰ IP। ਦੇਖੋ ਦੋਨੇ ਗੱਲਾਂ ਇੱਕ ਦੂਜੇ ਦੇ ਉਲਟ ਕਹਿ ਰਿਹਾ। ਜਿਵੇਂ ਸਾਡੇ ਕੰਪਿਊਟਰ ਸਾਇੰਸ ਦੇ ਵਿੱਚ ਇੱਕ ਟੌਪਿਕ ਹੈ ਫਾਈਨਾਈਟ ਆਟੋਮੇਟਾ ਤੇ ਰੈਗੂਲਰ ਲੈਂਗੁਏਜ। ਅਸੀਂ ਜਿਹਨੂੰ ਫਾਈਨਾਈਟ ਆਟੋਮੇਟਾ ਦੀ ਡੈਫੀਨੇਸ਼ਨ ਦਿੰਦੇ ਹਾਂ, ਅਸੀਂ ਤਾਂ ਉਦੋਂ ਤਾਂ ਇਹ ਕਹਿੰਦੇ ਹਾਂ ਕਿ ਫਾਈਨਾਈਟ ਆਟੋਮੇਟਾ ਇਜ਼ ਏ ਆਟੋਮੇਟਾ ਦੈਟ ਐਕਸੈਪਟ ਦੀ ਰੈਗੂਲਰ ਲੈਂਗੁਏਜ, ਠੀਕ ਹੈ, ਜਿਹੜਾ ਰੈਗੂਲਰ ਲੈਂਗੁਏਜ ਨੂੰ ਐਕਸੈਪਟ ਕਰਦਾ। ਤੇ ਰੈਗੂਲਰ ਲੈਂਗੁਏਜ ਦੀ ਅਸੀਂ ਡੈਫੀਨੇਸ਼ਨ ਪਤਾ ਕਿਵੇਂ ਦਿੰਦੇ ਹਾਂ? ਅਸੀਂ ਕਹਿੰਦੇ ਹਾਂ ਰੈਗੂਲਰ ਲੈਂਗੁਏਜ ਇਜ਼ ਲੈਂਗੁਏਜ ਦੈਟ ਇਜ਼ ਐਕਸੈਪਟਡ ਬਾਈ ਫਾਈਨਾਈਟ ਆਟੋਮੇਟਾ। ਸੋ ਉਹੀ ਗੱਲ ਹੈ ਇਹ, ਕਹਿੰਦਾ VoIP ਐਪਲੀਕੇਸ਼ਨ ਰਿਕੁਆਇਰ ਰੀਅਲ ਟਾਈਮ ਟਰਾਂਸਫਰ ਆਫ ਵੌਇਸ ਡੇਟਾ, ਉਹ ਰੀਅਲ ਟਾਈਮ ਵਰਤਦਾ ਹੈ। ਫਿਰ ਅੱਗੇ ਕਹਿੰਦਾ ਰੀਅਲ ਟਾਈਮ ਟਰਾਂਸਫਰ ਪ੍ਰੋਟੋਕੋਲ ਹੈ ਜਿਹੜੀ, ਕਹਿੰਦਾ ਉਹ ਡਿਜ਼ਾਈਨਡ VoIP ਵਾਸਤੇ ਹੈ। ਤੇ ਦੋਨੇ ਗੱਲਾਂ ਠੀਕ ਨੇ। ਥੋੜਾ ਜਿਹਾ ਮੈਂ ਦੱਸ ਦਿੰਦਾ। RTP ਕੀ ਹੁੰਦਾ ਹੈ? ਰੀਅਲ ਟਾਈਮ ਪ੍ਰੋਟੋਕੋਲ ਡਿਜ਼ਾਈਨ ਟੂ ਹੈਂਡਲ ਦੀ ਰੀਅਲ ਟਾਈਮ ਟ੍ਰੈਫਿਕ, ਕਿਵੇਂ ਆਡੀਓ ਤੇ ਵੀਡੀਓ ਨੂੰ ਹੈਂਡਲ ਕਰਨ ਦੇ ਲਈ ਆਫ ਦੀ ਇੰਟਰਨੈਟ, ਇਜ਼ ਨੋਨ ਐਜ਼ ਰੀਅਲ ਟਾਈਮ ਟਰਾਂਸਫਰ ਪ੍ਰੋਟੋਕੋਲ। ਇਟ ਮਸਟ ਯੂਜ਼ਡ ਵਿਦ UDP। ਇਹਨੂੰ ਆਡੀਓ ਤੇ ਵੀਡੀਓ ਦੇ ਵਿੱਚ ਆਪਾਂ ਨੂੰ ਭਰੋਸੇਯੋਗਤਾ ਨਹੀਂ ਚਾਹੀਦੀ, ਸਾਨੂੰ ਸਪੀਡ ਚਾਹੀਦੀ ਹੈ ਕਿ ਜਲਦੀ ਸਾਡਾ ਡੇਟਾ ਪਹੁੰਚੇ, ਤਾਂ ਇਹ UDP ਵਰਤਦੇ ਨੇ। UDP ਸਪੀਡ ਪ੍ਰੋਵਾਈਡ ਕਰਦਾ, TCP ਸਲੋ ਹੋ ਜਾਂਦਾ ਕਿਉਂਕਿ ਭਰੋਸੇਯੋਗਤਾ 'ਚ ਟਾਈਮ ਲੱਗ ਜਾਂਦਾ। ਤਾਂ ਇਹ ਡਿਵੈਲਪ ਕੀਤਾ ਸੀ IET ਇੰਟਰਨੈਟ ਇੰਜੀਨੀਅਰਿੰਗ ਟਾਸਕ ਫੋਰਸ ਨੇ 1996 ਦੇ ਵਿੱਚ। ਤੇ ਇਹ ਆਪਾਂ ਨੂੰ ਪਤਾ ਹੀ ਹੈ ਵੀ ਸਾਰੇ ਇੰਟਰਨੈਟ ਤੇ ਜਿਹੜੇ ਡਾਟਾ ਭੇਜਦੇ ਆ ਉਹ ਪੈਕੇਟ ਦੀ ਫਾਰਮ ਦੇ ਵਿੱਚ ਭੇਜਦੇ ਆ। ਕਲੀਅਰ ਹੋਈ ਗੱਲ? ਸੋ ਫਿਰ ਇਹਦਾ ਇਹ ਆਨਸਰ ਹੈ। ਇਹ ਰੋਂਗ ਹੈ, ਇਨਕਰੈਕਟ ਪੁੱਛਿਆ ਸੀ ਨਾ ਆਪਾਂ ਨੂੰ, ਇਹ ਆਨਸਰ ਹੈ। ਕਲੀਅਰ? ਅਗਲਾ ਕੁਐਸਚਨ ਹੈ, ਇਨ MS Excel 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਐਕਸਟੈਂਡ ਦੀ ਸਿਲੈਕਸ਼ਨ ਆਫ ਸੈੱਲ ਟੂ ਲਾਸਟ ਯੂਜ਼ਡ ਸੈੱਲ ਆਫ ਦੀ ਔਨ ਦੀ ਵਰਕਸ਼ੀਟ। ਇਹ ਕਹਿੰਦਾ ਸਿਲੈਕਸ਼ਨ ਹੁੰਦੀ ਹੈ ਕਰਨ ਦੀ, ਜਿਵੇਂ ਆਪਾਂ ਇੱਥੇ ਸਿਲੈਕਟ ਜਾਂ ਕੀਤਾ ਹੈ ਨਾ, ਆਪਾਂ ਕੰਟਰੋਲ ਸ਼ਿਫਟ ਦੱਬ ਦਾਂਗੇ ਤਾਂ ਉਹ ਐਂਡ ਤੱਕ ਕਿਵੇਂ ਸਿਲੈਕਟ ਕਰਨਾ ਹੈ। ਹੁਣ ਇੱਕ ਤਾਂ ਹੁੰਦਾ ਵੀ ਸ਼ਿਫਟ ਦੱਬ ਕੇ ਐਰੋ ਨਾਲ ਆਪਾਂ ਥੱਲੇ ਜਾਈਏ, ਉਹ ਸੈੱਲ ਬਾਏ ਸੈੱਲ ਕਰਦਾ ਜਾਂਦਾ। ਇੱਕ ਇੱਕੋ ਹੀ ਕੀ ਦੱਬ ਗਏ ਆਪਾਂ ਐਂਡ ਤੱਕ ਸਿਲੈਕਟ ਕਰਦੇ, ਜਿਵੇਂ ਕੰਟਰੋਲ ਸ਼ਿਫਟ ਐਂਡ। ਇਹਦਾ ਆਨਸਰ ਹੈ, ਆਨਸਰ ਇਹਦਾ A ਹੈ।
ਤੇ ਬਟ ਇਹ ਮੈਂ ਤੁਹਾਨੂੰ ਸ਼ਾਰਟਕਟ ਕੀ ਤਾਂ ਦੇਤੀਆਂ। ਮੇਰੇ ਨਾ ਕੰਪਿਊਟਰ ਤੇ ਆਹ ਹੈ ਨਹੀਂਗੇ ਹੋਮ ਤੇ ਐਂਡ ਦੇ ਕੀਬੋਰਡ ਤੇ ਲੈਪਟਾਪ ਤੇ ਮੇਰੇ ਬਟਨ ਹੈ ਨਹੀਂ, ਤਾਂ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਚੀਜ਼ਾਂ ਸਮਝਾ ਨਹੀਂ ਸਕਦਾ। ਇਹਨੂੰ ਤੁਸੀਂ ਸਕਰੀਨਸ਼ਾਟ ਲੈ ਲਓ, ਕਰਕੇ ਦੇਖ ਲਓ ਜੀ ਜੇ ਤੁਹਾਡੇ ਲੈਪਟਾਪ ਤੇ ਆਹ ਕੀ ਹੈਗੀਆਂ ਨੇ ਹਨਾ। ਐਕਸਲ ਦੇ ਵਿੱਚ ਕੁਛ ਲਿਖਿਓ, ਐਂ ਕਰਿਓ ਐਕਸਲ ਦੀ ਫਾਈਲ ਖੋਲ ਲਿਓ, ਇਹ ਐਕਸਲ ਦੀ ਫਾਈਲ ਖੋਲੋ, ਇੱਥੇ 1 ਲਿਖ ਲਿਓ, 5 ਫਿਰ ਵਾਹਵਾ ਛੱਡ ਕੇ ਇੱਥੇ 10 ਲਿਖ ਲਿਓ, 15 ਇੱਥੇ ਕਰਕੇ 20 ਲਿਖ ਲਿਓ ਇਹ ਵਾਲੇ ਸੈੱਲ ਐਕਸਲ ਦੇ ਵਿੱਚ। ਫਿਰ ਇੱਥੇ ਜਾ ਕੇ ਆ ਕੀ ਦੱਬ ਕੇ ਦੇਖਿਓ ਵੀ ਕੀ ਕੰਮ ਹੁੰਦਾ, ਤੁਹਾਨੂੰ ਆਈਡੀਆ ਹੋ ਜਾਊਗਾ। ਠੀਕ ਹੈ, ਅਗਲਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਰਿਗਾਰਡਿੰਗ VoIP। VoIP ਦੀ ਰਿਗਾਰਡਿੰਗ ਕਿਹੜੀ ਸਟੇਟਮੈਂਟ ਕਰੈਕਟ ਹੈ? ਬਹੁਤ ਕੁਐਸਚਨ ਪੁੱਛਿਆ ਇਹਦੇ 'ਚ ਹੈ ਨਾ। ਟੈਲੀਫੋਨ ਨੰਬਰ ਕੈਨ ਨਾਟ ਬੀ ਸਟੋਰਡ ਇਨ VoIP ਫੋਨ ਮੈਮਰੀ। ਇਹ ਗਲਤ ਗੱਲ ਹੈ। ਜਿਹੜਾ VoIP ਫੋਨ ਆ ਉਹਦੇ 'ਚ ਆਪਾਂ ਟੈਲੀਫੋਨ ਨੰਬਰ ਸਟੋਰ ਕਰ ਸਕਦੇ ਹਾਂ। ਪੁੱਛਿਆ ਨਾ ਕਰੈਕਟ, ਤਾਂ ਇਹ ਮਤਲਬ ਇਨਕਰੈਕਟ ਹੈ, ਸਾਡਾ ਇਹ ਆਨਸਰ ਨਹੀਂ ਹੈ। ਯੂ ਕੈਨ ਨਾਟ ਪੁੱਟ ਦੀ ਆਈਫੋਨ ਨਹੀਂ ਹੈਗਾ, ਯੂ ਕੈਨ ਨਾਟ ਪੁੱਟ ਦੀ ਫੋਨ ਔਨ ਹੋਲਡ ਵਿਦ VoIP। ਇਹ ਵੀ ਕਰ ਸਕਦੇ ਹਾਂ। ਸਾਰੀਆਂ ਫੈਸਿਲਿਟੀ ਦੂਜੇ ਫੋਨ ਵਰਗੀਆਂ ਹੀ ਹੁੰਦੀਆਂ ਨੇ, ਬਸ ਫਰਕ ਇੰਨਾ ਹੈ ਕਿ ਇਹ ਇੰਟਰਨੈਟ ਵਰਤਦਾ। ਦੂਜਾ ਫੋਨ ਜਿਵੇਂ ਆਪਾਂ ਕੱਲ ਵੀਡੀਓ 'ਚ ਗੱਲ ਕੀਤੀ ਸੀ GSM ਸਟਰਕਚਰ, ਉਹਦੇ ਵਿੱਚ ਪੈਕਟ ਸਵਿਚਿੰਗ ਹੁੰਦੀ ਹੈ, ਇਹਦੇ ਵਿੱਚ ਕੀ ਹੁੰਦੀ ਹੈ? ਸੌਰੀ, ਇਹਦੇ ਵਿੱਚ ਸਰਕਟ ਸਵਿਚਿੰਗ ਹੁੰਦੀ ਹੈ, ਤੇ VoIP ਜਾਂ ਇੰਟਰਨੈਟ ਇੱਥੇ ਹੁੰਦੀ ਹੈ ਪੈਕਟ ਸਵਿਚਿੰਗ। ਕਲੀਅਰ ਹੈ? ਤਾਂ ਫਿਰ ਇਹਦਾ ਆਨਸਰ ਹੋ ਜਾਊਗਾ B, ਨਾਈਦਰ 1 ਔਰ 2। ਅਗਲਾ Digital Equipment Corporation introduced the first commercial available mini computer in 1965। Which of the following is that computer? ਪਹਿਲਾਂ ਤਾਂ ਆਪਾਂ ਸਮਝ ਲਈਏ ਮਿਨੀ ਕੰਪਿਊਟਰ ਕੀ ਹੁੰਦਾ। ਮਿਨੀ ਕੰਪਿਊਟਰ is a multi-user computer system capable of supporting hundreds of users simultaneously। ਕਦ ਲਈ ਵਰਤਿਆ ਜਾਂਦਾ? ਸਾਇੰਟੀਫਿਕ ਐਂਡ ਇੰਜੀਨੀਅਰਿੰਗ ਕੰਪਿਊਟੇਸ਼ਨ ਵਾਸਤੇ, ਬਿਜ਼ਨਸ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਵਾਸਤੇ, ਡੇਟਾਬੇਸ ਮੈਨੇਜਮੈਂਟ ਵਾਸਤੇ, ਤੇ ਸਮਾਲ ਔਰ ਮਿਡ ਸਾਈਜ਼ ਸਰਵਰ ਵੀ ਕਿਹਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ, ਆਪਾਂ ਸੁਪਰ ਕੰਪਿਊਟਰ ਪੜ੍ਹਿਆ ਹੋਇਆ, ਮੈਂ ਕਰਾਇਆ ਹੋਇਆ ਇਹ ਹੈ ਨਾ ਕਿਸੇ ਵੀਡੀਓ 'ਚ। ਸੁਪਰ ਕੰਪਿਊਟਰ ਸੀਗਾ, ਫਿਰ ਮੇਨ ਫਰੇਮ, ਇਹ ਬਹੁਤ ਵੱਡੇ ਟਾਸਕਾਂ ਦੇ ਲਈ। ਫਿਰ ਤੀਜੇ ਨੰਬਰ 'ਤੇ ਆਉਂਦਾ ਸੀ ਮਿਨੀ ਕੰਪਿਊਟਰ। ਇਹ ਵਧੀਆ ਕੰਮ ਕਰਦਾ, ਪਰ ਇਹਨਾਂ ਤੋਂ ਜਿਹੜੇ ਛੋਟੇ ਲੈਵਲ ਦੇ ਕੰਮ ਹੁੰਦੇ ਨੇ, ਜਿਵੇਂ ਆਹ ਵਾਲੇ ਸਾਇੰਟੀਫਿਕ ਐਂਡ ਇੰਜੀਨੀਅਰਿੰਗ ਕੰਪੀਟੀਸ਼ਨਾਂ ਵਾਸਤੇ। ਠੀਕ ਹੈ, ਜਿਵੇਂ ਮੇਰੇ ਕੋਲ ਇੱਕ ਕੰਪਿਊਟਰ ਹੈ, ਉਹ 2,47,000 ਰੁਪਏ ਦਾ, ਤੇ ਉਹਦੇ ਵਿੱਚ GPU ਹੈ, ਮੈਂ ਦੱਸਿਆ ਪਹਿਲਾਂ ਵੀ 2588 ਕੋਰ ਨੇ ਉਹਦੇ ਵਿੱਚ। ਸੋ ਨਾਰਮਲ ਸਿਸਟਮ ਤੋਂ ਥੋੜ੍ਹਾ ਜਿਹਾ ਵੱਡਾ ਉਹ ਮਿਨੀ ਕੰਪਿਊਟਰ ਹੈ, ਜਾਂ ਉਹਨੂੰ ਆਪਾਂ ਪਤਾ ਨਹੀਂ ਹੋਰ ਵੀ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਵਰਕ ਸਟੇਸ਼ਨ ਵੀ ਬੋਲਦੇ ਨੇ। ਹਾਂ, ਤਾਂ ਇਹ ਐਗਜ਼ਾਮਪਲਾਂ ਨੇ PDP 1 8 CDC 160, PDP WEX HP 3000, DPS 6, DPS 6600, ਸੌਰੀ 6000। ਤਾਂ ਹੁਣ ਦੋ ਕੁਐਸਚਨ ਬਣ ਸਕਦੇ ਨੇ ਇਹਦੇ ਚੋਂ। ਪਹਿਲਾ ਕੁਐਸਚਨ, which was the world first mini computer and when it was introduced। ਦੁਨੀਆ ਦਾ ਪਹਿਲਾ ਕਿਹੜਾ ਸੀਗਾ? ਉਹ ਤਾਂ ਸੀਗਾ PDP 1 1958 'ਚ ਬਣਿਆ ਸੀ। ਤੇ ਜੇ ਪੁੱਛ ਲਏ ਦੁਨੀਆ ਦਾ ਪਹਿਲਾ ਕਮਰਸ਼ੀਅਲ ਕਿਹੜਾ ਸੀ, ਉਹ ਆਪਣਾ PDP 8 ਸੀ 1964 'ਚ ਬਣਿਆ ਸੀ। ਇਹ ਗੱਲ ਯਾਦ ਰੱਖਣੀ ਹੈ। ਜ਼ਿਆਦਾਤਰ ਇਹ ਬੰਦਿਆਂ ਨੇ ਗਲਤ ਕਰਾਈ ਹੋਈ ਹੈ ਗੱਲ, ਕਈ ਥਾਂ ਤੇ ਉਹ ਇੱਥੇ ਕਨਫਿਊਜ਼ ਹੋ ਜਾਂਦਾ ਹੈ, ਜੇ ਕਿਉਂਕਿ ਚੀਜ਼ ਬਣ ਤਾਂ ਜਾਂਦੀ ਹੈ। ਦੁਨੀਆ ਦੀ ਪਹਿਲੀ ਚੀਜ਼ ਹੌਲੀ ਹੌਲੀ ਬਣਦੀ ਹੈ ਨਾ, ਤਾਂ ਉਹਨੂੰ ਟਾਈਮ ਲੱਗਦਾ ਹੁੰਦਾ। ਤਾਂ ਪਹਿਲਾ ਸੀਗਾ PDP 1, ਤੇ ਕਮਰਸ਼ੀਅਲ ਪਹਿਲਾ ਕਿਹੜਾ ਸੀ ਜਿਹੜਾ ਵਿਕਣ ਲੱਗ ਗਿਆ ਸੀਗਾ, ਮਾਰਕੀਟ 'ਚ ਆ ਗਿਆ ਸੀ, ਹੈ ਨਾ, ਉਹ ਸੀਗਾ PDP 8। ਕਲੀਅਰ? ਬੋਥ ਸੀਗੇ ਜਿਹੜੇ ਇਹ ਇਸ ਨੇ ਬਣਾਏ ਸੀ, ਡੈਕ ਨੇ, ਡਿਜੀਟਲ ਇਕਵਿਪਮੈਂਟ ਕਾਰਪੋਰੇਸ਼ਨ। ਤਾਂ ਫਿਰ ਇਹਦਾ ਆਨਸਰ B ਆ ਆਪਣੇ ਕੋਲ। ਕਲੀਅਰ ਹੋਈ ਗੱਲ? ਅਗਲਾ, ਡੈਸ਼ ਇਜ਼ ਦੀ ਅਮਾਊਂਟ ਆਫ ਵਰਕ ਐਨ ਆਪਰੇਟਿੰਗ ਸਿਸਟਮ ਇਜ਼ ਏਬਲ ਟੂ ਡੂ ਪਰ ਯੂਨਿਟ ਟਾਈਮ। ਦੇਖੋ ਇਹ ਬੜਾ ਵਧੀਆ ਕੁਐਸਚਨ ਹੈ। ਇਹਦੇ 'ਚ ਮੈਂ ਤੁਹਾਨੂੰ ਹੋਰ ਚੀਜ਼ਾਂ ਕਰਾਉਣਾ ਕੱਢ ਕੇ। ਚਾਰ ਚੀਜ਼ਾਂ ਸਮਝਾਂਗੇ ਆਪਾਂ ਇਹਦੇ 'ਚ। ਥਰੂਪੁੱਟ ਕੀ ਹੁੰਦੀ ਹੈ, ਬੈਂਡਵਿਡਥ ਕੀ ਹੁੰਦੀ ਹੈ, ਫ੍ਰੀਕੁਐਂਸੀ ਕੀ ਹੁੰਦੀ ਹੈ, ਐਫੀਸ਼ੀਐਂਸੀ ਕੀ ਹੁੰਦੀ ਹੈ। ਠੀਕ ਹੈ, ਥਰੂਪੁੱਟ ਮੈਂ ਪਹਿਲਾਂ ਦੱਸ ਚੁੱਕਿਆ ਕਿ ਜਦੋਂ ਪ੍ਰੋਸੈਸ ਨੂੰ ਇੱਕ ਲਾਈਨ 'ਚ ਖੜਾ ਕਰ ਦਿੰਦੇ ਆ, ਲਾਈਨ ਤੋਂ ਲੈ ਕੇ ਇੱਥੋਂ ਤੱਕ ਜਿੰਨਾ ਟਾਈਮ ਲੱਗਦਾ ਉਹਨੂੰ ਆਪਾਂ ਟਰਨ ਅਰਾਊਂਡ ਟਾਈਮ ਬੋਲਿਆ ਸੀ ਨਾ। ਟਰਨ ਅਰਾਊਂਡ ਟਾਈਮ ਕੀ ਹੁੰਦਾ ਹੈ? ਕੰਪਲੀਸ਼ਨ ਟਾਈਮ ਮਾਈਨਸ ਅਰਾਈਵਲ ਟਾਈਮ। ਮੰਨ ਲਓ 5 ਸਕਿੰਟਾਂ ਤੇ ਬੰਦਾ ਆ ਗਿਆ, 25 ਸਕਿੰਟ ਤੇ ਉਹਦਾ ਕੰਮ ਪੂਰਾ ਹੋ ਗਿਆ। ਟਾਈਮ ਚੱਲ ਰਿਹਾ ਸੀ 0 ਤੋਂ ਲੈ ਕੇ 100, 1000, 2000 ਤੱਕ ਟਾਈਮ ਚੱਲੀ ਜਾਂਦਾ, ਗਿਣਤੀ ਚੱਲੀ ਜਾਂਦੀ ਹੈ। 5 ਗਿਣਤੀ ਤੇ ਉਹ ਆ ਗਿਆ, 25 ਦੇ ਬਾਹਰ ਨਿਕਲ ਗਿਆ, ਤਾਂ ਟਰਨ ਅਰਾਊਂਡ ਟਾਈਮ ਕਿੰਨਾ ਹੋ ਜਾਊਗਾ? 25 ਮਾਈਨਸ 5, ਯਾਨੀ ਕਿ ਕੰਪਲੀਸ਼ਨ ਟਾਈਮ ਮਾਈਨਸ ਅਰਾਈਵਲ ਟਾਈਮ। ਆਹ ਫਾਰਮੂਲਾ ਬਹੁਤ ਇੰਪੋਰਟੈਂਟ ਹੈ, ਪੁੱਛਿਆ ਵੀ ਹੋਇਆ। ਜਾਂ ਆਹ ਵਾਲੇ ਟਾਈਮ ਨੂੰ ਵੇਟਿੰਗ ਟਾਈਮ ਪਲੱਸ ਬੱਸ ਟਾਈਮ, ਕਿਉਂਕਿ ਵੇਟ ਵੀ ਤਾਂ ਕਰੂਗਾ, ਲਾਈਨ 'ਚ ਖੜਾ ਵੇਟ ਕਰੂਗਾ, ਜਦੋਂ ਉਹਦੀ ਵਾਰੀ ਆ ਗਈ ਫਿਰ ਉਹਦਾ ਕੰਮ ਕਰਾਉਣ ਤੇ ਟਾਈਮ ਲੱਗੀ ਜਾਊਗਾ। ਵੇਟਿੰਗ ਟਾਈਮ ਤੇ ਬੱਸ ਟਾਈਮ। ਬੱਸ ਟਾਈਮ ਕੀ ਹੁੰਦਾ? ਜਿੰਨਾ ਟਾਈਮ ਜਦੋਂ ਉਹਦਾ ਕੰਮ ਸ਼ੁਰੂ ਹੋ ਗਿਆ ਉਹਦੇ ਐਂਡ ਹੋਣ ਤੱਕ ਜਿੰਨਾ ਟਾਈਮ ਲੱਗੂ ਉਹਨੂੰ ਬੱਸ ਟਾਈਮ ਬੋਲ ਦਿੰਦੇ ਆ। ਦੋਨਾਂ ਨੂੰ ਜੋੜ ਦਿਆਂਗੇ, ਉਹ ਵੀ ਆਪਣੇ ਕੋਲ ਟਰਨ ਅਰਾਊਂਡ ਟਾਈਮ ਹੁੰਦਾ। ਠੀਕ ਹੈ, ਇਹ ਹੁੰਦਾ ਆਪਣੇ ਕੋਲੇ ਟਰਨ ਅਰਾਊਂਡ ਟਾਈਮ।
ਤੇ ਉਸ ਤੋਂ ਬਾਅਦ ਆ ਗਿਆ ਫ੍ਰੀਕੁਐਂਸੀ। ਫ੍ਰੀਕੁਐਂਸੀ ਕੀ ਹੁੰਦੀ ਹੈ? ਇਹ ਵੇਵ ਫਾਰਮ ਹੁੰਦੀਆਂ ਨੇ। ਇੱਕ ਵੇਵ ਇੱਥੋਂ ਲੈ ਕੇ ਜਿੰਨਾ ਆਪਦਾ ਪੂਰਾ ਸਰਕਲ ਪੂਰਾ ਕਰਦੀ ਹੈ, ਇਹਨੂੰ ਇੱਕ ਸਾਈਕਲ ਬੋਲਦੇ ਨੇ, ਇੱਕ ਸਾਈਕਲ। ਤਾਂ ਇਹ ਮੰਨ ਲਓ 1 ਸੈਕਿੰਡ ਇੱਥੇ ਹੁੰਦਾ, ਇੱਥੋਂ ਲੈ ਕੇ 1 ਸੈਕਿੰਡ ਹੁੰਦਾ। ਤਾਂ 1 ਸੈਕਿੰਡ ਦੇ ਵਿੱਚ ਇਹ ਵੇਵ ਕਿੰਨੇ ਸਾਈਕਲ ਪੂਰੇ ਕਰਦੀ ਹੈ? 1 ਸੈਕਿੰਡ ਦੇ ਵਿੱਚ 2 ਸਾਈਕਲ ਹੋ ਗਏ, ਪਹਿਲਾ ਸਾਈਕਲ ਤੇ ਦੂਜਾ ਸਾਈਕਲ। ਤਾਂ ਇਹਦੀ ਫ੍ਰੀਕੁਐਂਸੀ 2 ਹਰਟਸ ਹੋ ਗਈ। ਫ੍ਰੀਕੁਐਂਸੀ ਕਾਹਦੇ 'ਚ ਮੈਜ਼ਰ ਕਰਦੇ ਹਾਂ? ਹਰਟਸ ਦੇ ਵਿੱਚ ਮੈਜ਼ਰ ਕਰਦੇ ਹਾਂ। ਤਾਂ ਜੇ 1 ਸੈਕਿੰਡ ਦੇ ਵਿੱਚ ਮੰਨ ਲਓ ਇਹ 1 ਸੈਕਿੰਡ ਹੈ ਨਾ, 1 ਸੈਕਿੰਡ ਦੇ ਵਿੱਚ ਜੇਕਰ ਵੱਧ ਵੇਵ ਐ ਹੋ ਜਾਣ, ਠੀਕ ਹੈ, ਇੱਥੋਂ ਤੱਕ ਹੀ ਲੈ ਲੈਣੇ, ਪਹਿਲਾ ਸਾਈਕਲ, ਦੂਜਾ ਸਾਈਕਲ, ਤੀਜਾ ਸਾਈਕਲ ਤੇ ਚੌਥਾ। ਇੱਥੇ ਦੀ ਫ੍ਰੀਕੁਐਂਸੀ ਹੋ ਗਈ 4 ਹਰਟਸ। ਤਾਂ ਨੰਬਰ ਆਫ ਸਾਈਕਲ ਕੰਪਲੀਟਡ ਪਰ ਸੈਕਿੰਡ ਇਜ਼ ਨੋਨ ਐਜ਼ ਫ੍ਰੀਕੁਐਂਸੀ। ਠੀਕ ਹੈ, ਫ੍ਰੀਕੁਐਂਸੀ ਡਿਸਕ੍ਰਾਈਬ ਦੀ ਨੰਬਰ ਆਫ ਵੇਵਸ ਦੈਟ ਪਾਸਿਸ ਏ ਫਿਕਸ ਪਲੇਸ ਇਨ ਦਾ ਗਿਵਨ ਅਮਾਊਂਟ ਆਫ ਟਾਈਮ। ਤੇ ਫ੍ਰੀਕੁਐਂਸੀ ਦਾ ਫਾਰਮੂਲਾ ਹੁੰਦਾ ਹੈ, ਫ੍ਰੀਕੁਐਂਸੀ ਹੁੰਦੀ ਹੈ 1/time, ਟਾਈਮ ਐਫ ਹੁੰਦਾ ਫ੍ਰੀਕੁਐਂਸੀ, ਟੀ ਹੁੰਦਾ ਟਾਈਮ। ਕਲੀਅਰ ਹੋਈ ਗੱਲ? ਤਾਂ ਇਹ ਫ੍ਰੀਕੁਐਂਸੀ ਆ। ਦੇਖੋ 1 ਸੈਕਿੰਡ ਦੇ ਵਿੱਚ ਕਿੰਨਾ ਟਰੈਵਲ ਕਰਦਾ, ਇਸ ਨੂੰ ਐਂਪਲੀਟਿਊਡ ਬੋਲਦੇ ਨੇ ਆ, ਇਸ ਚੀਜ਼ ਨੂੰ। ਆ ਐਂਪਲੀਟਿਊਡ ਹੁੰਦੇ ਆ, ਇੱਥੋਂ ਲੈ ਕੇ ਇੰਨੀ ਜਿਹੜੀ ਦੀ ਉਚਾਈ ਹੈ ਇਹਨੂੰ ਐਂਪਲੀਟਿਊਡ, ਇਹਨੂੰ ਕ੍ਰੈਸਟ ਵੀ ਬੋਲਦੇ ਆ, ਉਹ ਚੱਲ ਮੈਂ ਅੱਗੇ ਦੱਸੂਗਾ। ਇਹ ਐਂਪਲੀਟਿਊਡ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਵੇਵ ਲੈਂਥ ਦੀ। 2 ਵੇਵ ਦੀਆਂ ਉੱਚੀਆਂ ਚੋਟੀਆਂ ਦੇ ਵਿੱਚ ਜਿੰਨਾ ਫਾਸਲਾ ਹੁੰਦਾ ਹੈ ਉਹਨੂੰ ਆਪਾਂ ਵੇਵ ਲੈਂਥ ਬੋਲਦੇ ਹਾਂ, ਜਾਂ ਉੱਪਰ ਵਾਲੀਆਂ ਨੂੰ ਕ੍ਰੈਸਟ ਬੋਲਦੇ ਆ, ਨੀਚੇ ਵਾਲੀਆਂ ਨੂੰ ਟਰਫ ਬੋਲਦੇ ਆ। ਇੱਥੋਂ ਵਾਲਾ ਫਾਸਲਾ ਵੀ ਸੇਮ ਹੋਊਗਾ, ਇਹ ਵੀ ਵੇਵ ਲੈਂਥ ਹੈ ਨਾ। ਵੇਵ ਲੈਂਥ ਜਾਂ ਫ੍ਰੀਕੁਐਂਸੀ ਦੋਨਾਂ ਦਾ ਰਿਲੇਸ਼ਨ ਹੈ। ਕਮਿਊਨੀਕੇਸ਼ਨ ਦੇ ਵਿੱਚ ਇਹ ਬਹੁਤ ਚੀਜ਼ਾਂ ਹੈਲਪ ਕਰਦੀਆਂ ਨੇ, ਬੈਕ ਐਂਡ ਤੇ ਐਵੇਂ ਚੀਜ਼ਾਂ ਚੱਲਦੀਆਂ ਨੇ ਕਮਿਊਨੀਕੇਸ਼ਨ ਵਾਲੀਆਂ। ਠੀਕ ਹੈ, ਕੱਲ ਨੂੰ ਤੁਸੀਂ ਤੁਹਾਡਾ ਪੇਪਰ ਕਲੀਅਰ ਹੋ ਗਿਆ, ਤੁਹਾਡੀ ਜੌਬ ਲੱਗ ਗਈ, ਤਾਂ ਤੁਸੀਂ ਇਹ ਚੀਜ਼ਾਂ ਤੁਹਾਨੂੰ ਆਉਂਦੀਆਂ ਹੋਣੀਆਂ। ਕੱਲ ਨੂੰ ਕੋਈ ਬੰਦਾ ਤੁਹਾਨੂੰ ਕਹੂਗਾ ਵੀ ਯਾਰ ਆਉਂਦੀਆਂ ਪਰ ਚੀਜ਼ਾਂ ਪੜ੍ਹੀਆਂ ਹੋਈਆਂ ਨੇ, ਹੈ ਨਾ। ਸੋ ਇਸ ਤਰੀਕੇ ਨਾਲ ਪੜ੍ਹਨੀਆਂ ਆਪਾਂ, ਐ ਨਹੀਂ ਪੜ੍ਹਨਾ ਵੀ ਯਾਰ ਪੇਪਰ 'ਚ ਕੁਐਸਚਨ ਸੋਲਵ ਹੋਣਾ ਚਾਹੀਦਾ। ਜੇ ਆਪਾਂ ਦਿਲੋਂ ਕੰਮ ਕਰਾਂਗੇ ਤਾਂ ਫਿਰ ਕੰਮ ਵੀ ਸਾਨੂੰ ਕਹੂਗਾ ਵੀ ਹਾਂ ਠੀਕ ਹੈ ਯਾਰ, ਇਹ ਬੰਦਾ ਸਾਨੂੰ ਇੱਜ਼ਤ ਦੇ ਰਿਹਾ ਨਾ, ਅਸੀਂ ਵੀ ਇਹਨੂੰ ਇੱਜ਼ਤ ਦਿੰਦੇ ਹਾਂ, ਇਹਨੂੰ ਆਵਾਂਗੇ। ਤਾਂ ਫਿਰ ਕੁਐਸਚਨ ਭੱਜ ਕੇ ਕਹਿਣਗੇ ਮੇਰਾ, ਜਿਵੇਂ ਚੌਥਾ ਕੁਐਸਚਨ ਹੈ ਕੰਪਿਊਟਰ ਦਾ, ਉਹ ਕਹੂਗਾ ਮੇਰਾ ਆਨਸਰ ਲਾ ਦੇ, ਮੇਰਾ ਆਨਸਰ B ਹੈ, ਮੇਰਾ ਆਨਸਰ ਲਾ ਦੇ C ਹੈ। ਸੋ ਇਹ ਚੀਜ਼ ਮੈਨੂੰ ਪਤਾ ਹੈ, ਮੇਰੇ ਨਾਲ ਹੋਈ ਹੈ, ਮੈਂ ਐਵੇਂ ਕੀਤਾ। ਵੀ ਦਿਲੋਂ ਤੁਸੀਂ ਕੰਮ ਕਰੋਗੇ, ਕੁਐਸਚਨ ਤੁਹਾਡੇ ਸੋਲਵ ਹੋਣਗੇ। ਠੀਕ ਹੈ। ਸੋ ਵੇਵਲੈਂਥ ਕੀ ਹੁੰਦੀ ਹੈ? ਡਿਸਟੈਂਸ ਬਿਟਵੀਨ 2 ਸਕਸੈਸਿਵ ਕ੍ਰੈਸਟ, ਨਾਲ ਲੱਗਦੀਆਂ। ਇਹ ਨਹੀਂ ਹੋਗਾ ਵੀ ਇੱਥੋਂ ਲੈ ਕੇ ਇੱਥੋਂ ਤੱਕ, ਸਕਸੈਸਿਵ ਦਾ ਮਤਲਬ ਨਾਲ ਲੱਗਦੀਆਂ 2 ਦੇ ਵਿੱਚ। ਠੀਕ ਹੈ। ਤੇ ਵੇਵਲੈਂਥ ਜਾਂ ਤਾਂ ਮੀਟਰ 'ਚ ਜਾਂ ਸੈਂਟੀਮੀਟਰ ਜਾਂ ਮਿਲੀਮੀਟਰ 'ਚ ਮੈਜ਼ਰ ਕਰਦੇ ਆ। ਤਾਂ ਵੇਵਲੈਂਥ ਹੈ ਜਿਹੜੀ ਇਨਵਰਸਲੀ ਰਿਲੇਟਡ ਹੁੰਦੀ ਹੈ ਫ੍ਰੀਕੁਐਂਸੀ ਦਾ। ਆਹ ਵੇਵਲੈਂਥ ਦਾ ਫਾਰਮੂਲਾ ਹੁੰਦਾ ਸਪੀਡ ਆਫ ਲਾਈਟ ਡਿਵਾਈਡਡ ਬਾਈ ਫ੍ਰੀਕੁਐਂਸੀ, ਜਾਂ ਸਪੀਡ ਆਫ ਲਾਈਟ B ਨਾਲ ਲਿਖਦੇ ਹਾਂ, ਫ੍ਰੀਕੁਐਂਸੀ ਆਪਾਂ F ਦੇ ਨਾਲ। ਤਾਂ ਇਹ ਦੇਖੋ ਇੱਥੇ ਇਹਦੀ ਫ੍ਰੀਕੁਐਂਸੀ ਜ਼ਿਆਦਾ ਹੈ, ਹਾਈ ਫ੍ਰੀਕੁਐਂਸੀ, ਹੈ ਨਾ। ਇਹ ਲੋ ਫ੍ਰੀਕੁਐਂਸੀ ਹੈ। ਫ੍ਰੀਕੁਐਂਸੀ ਕੀ ਹੁੰਦੀ ਹੈ? 1 ਸੈਕਿੰਡ ਦੇ ਵਿੱਚ ਕਿੰਨੇ ਵੇਵ ਫਾਰਮ ਸਰਕਲ ਕੰਪਲੀਟ ਹੁੰਦੇ ਨੇ। ਤਾਂ ਇਹਦੇ ਵਿੱਚ ਜ਼ਿਆਦਾ ਹੋ ਰਹੇ ਨੇ 1 ਸੈਕਿੰਡ ਦੇ। ਮੰਨ ਲਓ 1 ਸੈਕਿੰਡ ਦਾ ਸਮਾਂ, ਇੱਥੋਂ ਲੈ ਕੇ 1 ਸੈਕਿੰਡ ਹੈ, ਇੱਥੇ ਵੀ ਜ਼ਿਆਦਾ ਹੋ ਰਹੇ ਨੇ, ਇੱਥੇ ਘੱਟ ਹੋ ਰਹੇ ਨੇ। ਤਾਂ ਜਦੋਂ ਫ੍ਰੀਕੁਐਂਸੀ ਵੱਧ ਗਈ ਤਾਂ ਵੇਵਲੈਂਥ ਦੇਖੋ ਘੱਟ ਗਈ, ਤੇ ਜਦੋਂ ਫ੍ਰੀਕੁਐਂਸੀ ਘੱਟ ਗਈ ਤਾਂ ਵੇਵਲੈਂਥ ਵੱਧ ਗਈ। ਦੇਖੋ ਇਨਵਰਸਲੀ ਰਿਲੇਟਡ ਨਹੀਂ ਹੋਵੇ। ਬਹੁਤ ਵਧੀਆ ਕੁਐਸਚਨ ਹੈ, ਬਣਦਾ, ਮੈਨੂੰ ਲੱਗਦਾ ਵੀ ਪਾਊਗਾ ਯਾਰ ਇਹ, ਵੀ ਫ੍ਰੀਕੁਐਂਸੀ ਤੇ ਵੇਵਲੈਂਥ 'ਚ ਕੀ ਰਿਲੇਸ਼ਨ ਹੈ। ਜੇ ਫ੍ਰੀਕੁਐਂਸੀ ਵੱਧ ਗਈ, ਆ ਦੇਖੋ ਇੱਧਰਲੀ ਸਾਈਡ ਫ੍ਰੀਕੁਐਂਸੀ ਵਧੀ ਤੇ ਵੇਵਲੈਂਥ ਘਟੀ, ਤੇ ਫ੍ਰੀਕੁਐਂਸੀ ਘਟੀ ਤੇ ਵੇਵਲੈਂਥ ਵਧੀ। ਤਾਂ ਇਹ ਆਪਾਂ ਨੂੰ ਪਤਾ ਨਾ, ਲਾਈਟ ਦੇ ਵਿੱਚ ਤੁਹਾਡੇ ਮਨ 'ਚ ਕੁਐਸਚਨ ਆਇਆ ਹੋਵੇ ਕਦੇ, ਫਿਜ਼ਿਕਸ ਦਾ ਕੁਐਸਚਨ ਹੈ ਵੈਸੇ, ਬਹੁਤ ਵਧੀਆ ਕੁਐਸਚਨ ਹੈ, ਵੀ ਟ੍ਰੈਫਿਕ ਲਾਈਟ ਤੇ ਰੈੱਡ ਲਾਈਟਾਂ ਹੀ ਰੁਕਣ ਦਾ ਸੰਕੇਤ ਕਿਉਂ ਦਿੰਦੀਆਂ ਨੇ? ਕਿਉਂ ਕੋਈ ਹੋਰ ਰੰਗ ਦੀ ਲਾਲ ਲਾਈਟ ਤੋਂ ਬਿਨਾਂ ਆਪਾਂ ਕਿਉਂ ਨਹੀਂ ਵਰਤਦੇ? ਰੈੱਡ, ਗ੍ਰੀਨ ਤੇ ਇੱਕ ਔਰੇਂਜ, ਆਪਾਂ ਉਹੀ ਲਾਈਟਾਂ ਕਿਉਂ ਵਰਤਦੇ ਹਾਂ? ਉੱਥੇ ਇਹੀ ਚੀਜ਼ਾਂ ਦਾ ਕੰਮ ਹੈ, ਇਹ ਚੀਜ਼ਾਂ ਦੀ ਰਿਸਰਚ ਹੈ ਪਿੱਛੇ ਵੀ ਕਿਉਂ ਵਰਤਣੇ। ਮੈਂ ਤੁਹਾਨੂੰ ਦੱਸ ਦਾਂਗੇ, ਤੁਸੀਂ ਫਿਜ਼ਿਕਸ ਨਹੀਂ ਪੜ੍ਹੀ ਕੋਈ ਗੱਲ ਨਹੀਂ, ਆਪਾਂ ਕਰਦੇ ਹਾਂ ਗੱਲਬਾਤ। ਸੋ ਇਹ ਫ੍ਰੀਕੁਐਂਸੀ ਦਾ ਪਤਾ ਲੱਗ ਗਿਆ, ਵੇਵਲੈਂਥ ਦਾ ਹੀ ਪਤਾ ਲੱਗ ਗਿਆ। ਫ੍ਰੀਕੁਐਂਸੀ ਘੱਟ ਹੈ, ਵੇਵਲੈਂਥ ਜ਼ਿਆਦਾ ਹੈ। ਤਾਂ ਇਹ ਸਾਡੇ ਕੋਲੇ ਬੈਂਡ ਹੁੰਦਾ ਲਾਈਟਸ ਦਾ, ਸਪੈਕਟਰਮ ਦੇ ਵਿੱਚੋਂ ਜਦੋਂ ਆਪਾਂ ਵਾਈਟ ਲਾਈਟ ਪ੍ਰਿਜ਼ਮ ਦੇ ਵਿੱਚੋਂ ਆਪਾਂ ਪਾਸ ਕਰਦੇ ਹਾਂ। ਇਹ ਸਾਰਿਆਂ ਨੇ ਪੜ੍ਹਿਆ ਹੋਣਾ ਕਿ ਜਦੋਂ ਵਾਈਟ ਲਾਈਟ ਨੂੰ ਪ੍ਰਿਜ਼ਮ ਦੇ ਵਿੱਚੋਂ ਦੀ ਪਾਸ ਕਰਦੇ ਹਾਂ, ਆਪਾਂ 7 ਭਾਗਾਂ 'ਚ ਟੁੱਟ ਜਾਂਦੀ ਹੈ, 7 ਲਾਈਟ ਬਣ ਜਾਂਦੀਆਂ। ਤਾਂ ਕਈ ਵਾਰੀ ਆਪਾਂ ਦੇਖਿਆ ਹੋਣਾ, ਜਦੋਂ ਮੀਂਹ ਪੈ ਰਿਹਾ ਹੁੰਦਾ, ਬੂੰਦਾਬਾਂਦੀ ਹੋ ਰਹੀ ਹੁੰਦੀ ਹੈ, ਤਾਂ ਆਸਮਾਨ ਦੇ ਵਿੱਚ ਡ੍ਰੌਪਲੈਟਸ ਹੁੰਦੀਆਂ ਨੇ, ਥੋੜ੍ਹੀਆਂ ਜਿਹੀਆਂ ਬੂੰਦਾਂ ਹੁੰਦੀਆਂ ਨੇ। ਉਹ ਬੂੰਦਾਂ 'ਤੇ ਜਦੋਂ ਲਾਈਟ ਪੈਂਦੀ ਹੈ ਤੇ ਉਹ 7 ਭਾਗਾਂ 'ਚ ਕੱਟ ਜਾਂਦੀ ਹੈ, ਤੇ ਉੱਥੋਂ ਕੀ ਬਣ ਜਾਂਦਾ? ਉਹ ਇੱਕ ਪੀਂਗ ਜੀ ਬਣ ਜਾਂਦੀ ਹੈ, ਸਤਰੰਗੀ ਪੀਂਗ, ਇੱਕ ਬੈਂਡ ਬਣ ਜਾਂਦਾ ਹੈ ਨਾ। ਉਹ ਇਹ ਫਿਜ਼ਿਕਸ ਦਾ ਕੰਸੈਪਟ ਹੈ। ਤੇ ਆਪਾਂ ਫਿਰ ਉੱਥੇ ਕੀ ਕਹਿੰਦੇ ਵੀ ਲੈ ਵੀ ਮਿੱਤਰਾ,
ਮੀਂਹ ਪੈਂਦੇ 'ਚ ਧੁੱਪ ਨਿਕਲੇ ਹੀ ਤੇ ਪੀਂਘ ਪੈ ਗਈ ਤੇ ਬਾਂਦਰ ਬਾਂਦਰੀ ਦਾ ਕੀ ਹੁੰਦਾ 143 ਹੋਈ ਜਾਂਦਾ ਬਾਂਦਰ ਬਾਂਦਰੀ ਦਾ, ਠੀਕ ਹੈ, ਵਿਆਹ ਹੋਈ ਜਾਂਦਾ। ਸੋ ਇਹ ਚੀਜ਼ਾਂ ਨੇ, ਚਲੋ ਉਹ ਵੀ ਵਧੀਆ ਨੇ ਚੀਜ਼ਾਂ, ਐਕਸਪਲੇਨੇਸ਼ਨ, ਉਹ ਕਿਹੜਾ ਵਿਚਾਰੇ ਪੜ੍ਹੇ ਨੇ, ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ, ਪਰ ਟੈਕਨੀਕਲ ਰੀਜ਼ਨ ਇਹ ਹੁੰਦਾ ਕਿ ਉਹ 7 ਭਾਗਾਂ 'ਚ ਟੁੱਟ ਜਾਂਦੀ ਹੈ। ਉਹ ਲਾਈਟ ਦੀਆਂ ਅਲੱਗ-ਅਲੱਗ ਵੇਵ ਲੈਂਥ ਹੁੰਦੀਆਂ ਨੇ। ਜਿਵੇਂ ਵੇਵ ਲੈਂਥ ਦੀ ਆਪਾਂ ਗੱਲ ਕਰੀਏ, ਵੈਬ ਗੋਇਰ ਨਹੀਂ ਹੁੰਦਾ, ਇਹ 7 ਰੰਗ ਜਿਹੜੇ ਹੁੰਦੇ ਨੇ, ਵੈਬ ਗੋਇਰ। ਬੀ ਤੇ ਹੁੰਦਾ ਵਾਇਲਟ, ਇੰਡੀਗੋ ਤੇ ਗ੍ਰੀਨ, ਸੌਰੀ ਵੈਬ ਬੀ ਆਉਣਾ ਸੀ, ਬਲੂ, ਗ੍ਰੀਨ, ਯੈਲੋ, ਔਰੰਜ ਤੇ ਰੈੱਡ। ਵੇਵ ਲੈਂਥ ਦੀ ਗੱਲ ਕਰੀਏ, ਇੱਥੇ 400 ਮਿਲੀਮੀਟਰ, ਸੌਰੀ ਨੈਨੋਮੀਟਰ, 400 ਨੈਨੋਮੀਟਰ ਹੈ, ਇੱਧਰ 700 ਨੈਨੋਮੀਟਰ ਹੈ। ਤਾਂ ਇਹ ਗੱਲ ਆਪਾਂ ਦੇਖ ਲਈ ਨਾ ਵੀ ਰੈੱਡ ਕਲਰ ਦੀ ਵੇਵ ਲੈਂਥ ਸਭ ਤੋਂ ਜ਼ਿਆਦਾ। ਜਦੋਂ ਵੇਵ ਲੈਂਥ ਜ਼ਿਆਦਾ ਹੈ ਤਾਂ ਐਂ ਹੋਊਗਾ ਇਹ ਵੇਵ ਲੈਂਥ। ਆ ਦੇਖੋ ਜੀ, ਫਰੀਕੁਐਂਸੀ ਘਟੂਗੀ ਤਾਂ ਵੇਵ ਲੈਂਥ ਵਧੂਗੀ। ਇੱਥੋਂ ਲੈ ਕੇ ਇੱਥੋਂ ਤੱਕ ਬਹੁਤ ਜ਼ਿਆਦਾ ਵੇਵ ਲੈਂਥ ਹੋ ਜੂ, 700 ਨੈਨੋਮੀਟਰ ਹੈ। ਤੇ ਜਦੋਂ ਵੇਵ ਲੈਂਥ ਵੱਧ ਗਈ ਤਾਂ ਇਹ ਲਾਈਟ ਹੈ ਜਿਹੜੀ ਸਕੈਟਰ ਘੱਟ ਹੋਊਗੀ ਐਟਮੋਸਫੀਅਰ ਦੇ ਵਿੱਚ, ਪਾਰਟੀਕਲਾਂ ਦੇ ਨਾਲ ਟਕਰਾਉਂਦੀ ਨਹੀਂ। ਤਾਂ ਜਿਹੜੀ ਲਾਈਟ ਜਿਹਦੀ ਫਰੀਕੁਐਂਸੀ ਜ਼ਿਆਦਾ ਹੈ ਉਹ ਖਿੰਡ ਜ਼ਿਆਦਾ ਜਾਊਗੀ। ਤਾਂ ਰੈੱਡ ਲਾਈਟ ਹੈ ਜਿਹੜੀ ਉਹ ਖਿੰਡਦੀ ਨਹੀਂ, ਸਾਡੇ ਤੱਕ ਪਹੁੰਚ ਜਾਂਦੀ ਅੱਖਾਂ ਤੱਕ, ਤਾਂ ਕਰਕੇ ਆਪਾਂ ਰੈੱਡ ਲਾਈਟ, ਔਰੰਜ ਜਾਂ ਗ੍ਰੀਨ ਵਰਤਦੇ ਹਾਂ, ਯੈਲੋ ਲਾਈਟਾਂ ਦੇ। ਐਜ਼ ਦਾ ਵੇਵ ਲੈਂਥ ਆਫ ਰੈੱਡ ਲਾਈਟ ਇਜ਼ ਮੈਕਸੀਮਮ, ਸੋ ਇਟਸ ਲੀਸਟ ਸਕੈਟਰਡ ਬਾਈ ਐਟਮੋਸਫੀਅਰ ਪਾਰਟੀਕਲ, ਦੈਟ ਇਜ਼ ਵਾਈ ਇਟ ਯੂਜ਼ਡ ਇਨ ਦਾ ਟ੍ਰੈਫਿਕ ਲਾਈਟਸ। ਤਾਂ ਇਹ ਹੋ ਗਈ ਗੱਲ ਵੇਵ ਲੈਂਥ ਦੀ। ਅੱਗੇ ਆਪਾਂ ਗੱਲ ਕਰਦੇ ਹਾਂ ਬੈਂਡ ਵਿਡਥ। ਬੈਂਡ ਵਿਡਥ ਹੁੰਦੀ ਹੈ ਵੀ ਜਿੰਨਾ ਰਸਤਾ ਜਿਹਦੇ ਵਿੱਚ ਦੀ ਲੰਘ ਸਕਦੇ ਹਾਂ ਅਸੀਂ। ਜਿਵੇਂ ਇਹ ਪਾਣੀ ਦੀ ਪਾਈਪ ਹੈ, ਪਾਈਪ ਦਾ ਵੱਧ ਤੋਂ ਵੱਧ ਇੰਨਾ ਪ੍ਰੈਸ਼ਰ ਹੋ ਸਕਦਾ ਹੈ, ਜੇ ਪਿੱਛੋਂ ਦੀ ਟੂਟੀ ਬੰਦ ਕਰ ਦਾਂਗੇ ਦੂ ਘਟ ਜਾਊਗਾ। ਇਹ ਹਾਈ ਬੈਂਡ ਵਿਡਥ ਹੈ ਤੇ ਇਹ ਲੋ ਬੈਂਡ ਵਿਡਥ ਹੈ। ਜਾਂ ਤੁਸੀਂ ਐਂ ਕਹਿ ਲਓ ਜੇ ਹੋਰ ਤਰੀਕੇ ਨਾਲ ਸਮਝਣਾ ਹੈ, ਚੱਲ ਆਪਾਂ ਬੈਂਡ ਇੱਥੋਂ ਹੀ ਸਮਝ ਲੈਂਦੇ ਹਾਂ। ਬੈਂਡ ਵਿਡਥ ਇਸ ਚੱਲ ਸਮਝਾ ਹੀ ਦਿੰਦਾ ਯਾਰ, ਵਿੱਚ ਗੱਲ ਰਹਿ ਜੇ ਫਿਰ ਸਕੂਨ ਨਹੀਂ ਆਉਂਦਾ, ਅੱਗੇ ਤੁਰਿਆ ਨਹੀਂ ਜਾਂਦਾ, ਹੈ ਨਾ। ਇਹ ਤਾਂ ਹੈਗੀ ਆ ਸੜਕ 15 ਫੁੱਟ ਦੀ। ਇੱਕ ਆਪਣੀ ਪਿੰਡਾਂ ਵਾਲੀ ਆਮ ਸੜਕ ਹੁੰਦੀ ਹੈ, ਉਹ 3 ਫੁੱਟ ਦੀ ਵੀ ਹੁੰਦੀ ਹੈ ਨਾ। 3 ਫੁੱਟ ਵਾਲਾ ਥੋੜਾ ਨਹੀਂ ਹੋ ਜਾਂਦਾ, 5 ਫੁੱਟ ਲੈ ਲਈ, 5 ਫੁੱਟ ਦੀ। ਤਾਂ ਇਹਦੀ ਬੈਂਡ ਵਿਡਥ ਹੈ 15 ਫੁੱਟ ਬੈਂਡ ਵਿਡਥ ਹੈ ਇਹਦੀ, 5 ਫੁੱਟ ਬੈਂਡ ਵਿਡਥ ਹੈ। ਇਹਦੀ ਬੈਂਡ ਵਿਡਥ ਜ਼ਿਆਦਾ ਹੈ, ਇਹਦੀ ਬੈਂਡ ਵਿਡਥ ਘੱਟ ਹੈ। ਤਾਂ ਬੈਂਡ ਵਿਡਥ ਹੁੰਦੀ ਕੀ ਹੈ? ਬੈਂਡ ਵਿਡਥ ਡਿਸਕ੍ਰਾਈਬ ਦੀ ਮੈਕਸਿਮਮ ਡਾਟਾ ਟ੍ਰਾਂਸਫਰ ਰੇਟ ਆਫ ਦਾ ਨੈਟਵਰਕ ਔਰ ਇੰਟਰਨੈਟ ਕਨੈਕਸ਼ਨ। ਇਟ ਮੈਜ਼ਰਸ ਹਾਊ ਦਾ ਡਾਟਾ ਕੈਨ ਬੀ ਸੈਂਟ ਓਵਰ ਦਾ ਸਪੈਸੀਫਿਕ ਕਨੈਕਸ਼ਨ ਇਨ ਦਾ ਗਿਵਨ ਅਮਾਊਂਟ ਆਫ ਟਾਈਮ। ਤਾਂ ਬੈਂਡ ਵਿਡਥ ਦੱਸਦਾ ਵੀ ਮੈਕਸਿਮਮ ਕਿੰਨਾ ਅਸੀਂ ਡਾਟਾ ਟ੍ਰਾਂਸਮਿਟ ਕਰ ਸਕਦੇ ਹਾਂ। ਅੱਗੇ ਆਪਣੇ ਕੋਲ ਡਿਫਰੈਂਸ ਆ ਗਿਆ ਫ੍ਰੀਕੁਐਂਸੀ ਤੇ ਬੈਂਡ ਵਿਡਥ ਦੇ ਵਿੱਚ। ਫ੍ਰੀਕੁਐਂਸੀ ਨੂੰ F ਨਾਲ ਲਿਖਦੇ ਹਾਂ, ਬੈਂਡ ਵਿਡਥ ਨੂੰ B ਦੇ ਨਾਲ। ਫ੍ਰੀਕੁਐਂਸੀ ਹੁੰਦੀ ਹੈ ਨੰਬਰ ਆਫ ਸਾਈਕਲ ਪਰ ਸੈਕਿੰਡ ਦੇ ਵਿੱਚ ਕੰਪਲੀਟ ਹੁੰਦੇ ਨੇ। ਬੈਂਡ ਵਿਡਥ ਹੁੰਦੀ ਹੈ ਕਿੰਨੀਆਂ ਬਿਟਸ ਪਰ ਸੈਕਿੰਡ ਦੇ ਵਿੱਚ ਆਈਆਂ, ਠੀਕ ਹੈ। ਸਪੀਡ, ਬੈਂਡ ਵਿਡਥ ਸਪੀਡ ਹੀ ਹੁੰਦੀ ਹੈ ਇੱਕ ਤਰੀਕੇ ਦੀ। ਤੇ ਫ੍ਰੀਕੁਐਂਸੀ ਡਿਫਾਈਨਸ ਦੀ ਨੰਬਰ ਆਫ ਕੰਪਲੀਟ ਸਾਈਕਲ ਇਨ ਯੂਨਿਟ ਟਾਈਮ। ਤੇ ਬੈਂਡ ਵਿਡਥ ਡਿਫਾਈਨ ਦੀ ਅਮਾਊਂਟ ਆਫ ਡੇਟਾ ਟ੍ਰਾਂਸਮਿਟਡ ਇਨ ਪਰ ਯੂਨਿਟ ਟਾਈਮ। ਕਲੀਅਰ। ਫਿਰ ਅੱਗੇ ਆ ਗਿਆ ਐਫੀਸ਼ੀਐਂਸੀ। ਐਫੀਸ਼ੀਐਂਸੀ ਕੀ ਹੁੰਦੀ ਹੈ? ਕੋਈ ਚੀਜ਼ ਐਫੀਸ਼ੀਐਂਟ ਕਦੋਂ ਹੋਊਗੀ? ਜਦੋਂ ਉਹ ਹਾਈ ਸਪੀਡ ਹੋਵੇ ਤੇ ਕੁਆਲਿਟੀ ਵਧੀਆ ਹੋਵੇ, ਕਾਸਟ ਘੱਟ ਹੋਵੇ। ਆਹ ਦੇਖੋ ਇਹ 'ਚ ਐਫੀਸ਼ੀਐਂਸੀ ਘੱਟ ਹੈ, ਰੁੜਦਾ ਨਹੀਂ, ਠੀਕ ਹੈ। ਆਪਾਂ ਨੂੰ ਨਹੀਂ ਕਹਿ ਦਿੰਦੇ, ਕਈ ਵਾਰੀ ਆਪਾਂ ਝੂਠ ਬੋਲਦੇ ਹੁੰਦੇ, ਆਪਾਂ ਨੂੰ ਨਾਲ ਵਾਲਾ ਆਪਣੇ ਕਹਿ ਦਿੰਦਾ ਵੀ ਯਾਰ ਤੂੰ ਤਾਂ ਊਂ ਹੀ ਰੋੜੀ ਜਾਂਦਾ, ਵੀ ਜਾ ਕਹਿੰਦੇ ਆ ਵੀ ਗੋਲ ਤਾਂ ਕਰ ਲਿਆ ਕਰ, ਚੌਰਸ ਰੋੜਦਾ ਤੂੰ, ਦੂਰ ਤੱਕ ਨਹੀਂ ਪਹੁੰਚਦਾ, ਵੀ ਨੇੜੇ ਤੱਕ ਜਾਂਦਾ। ਆਹ ਦੇਖੋ ਇਹਨੂੰ ਕਹਿੰਦੇ ਹੁੰਦੇ ਆ ਵੀ ਚੌਰਸ ਆ ਜਿਹੜਾ ਰੁਕ ਜਾਂਦਾ, ਗੋਲ ਆ ਜਿਹੜਾ ਆਪੀ ਰੁੜਿਆ ਜਾਂਦਾ, ਠੀਕ ਹੈ। ਮਾੜਾ ਜਿਹਾ ਰੋੜ ਦਿਓ ਅੱਗੇ ਤਾਂ ਲੋਕ ਹੀ ਰੋੜੀ ਜਾਂਦੇ ਨੇ, ਹੈ ਨਾ, ਠੀਕ ਹੈ। ਜਿਵੇਂ ਕਹਿੰਦੇ ਬਾਤ ਦਾ ਬਤੰਗੜ ਬਣਾਉਣਾ, ਬਤੰਗੜ ਬਣਾਈ ਜਾਂਦੇ ਲੋਕ। ਸੋ ਉਹ ਤਾਂ ਸੀਗਾ ਜੀ ਐਫੀਸ਼ੀਐਂਸੀ। ਇੱਕ ਚੀਜ਼ ਰਹਿ ਗਈ ਆਪਣੀ ਥਰੂਪੁੱਟ। ਇਹ ਬਹੁਤ ਇੰਪੋਰਟੈਂਟ ਹੈ। ਵੈਸੇ ਕੁਐਸਚਨ ਆਪਾਂ ਨੂੰ ਥਰੂਪੁੱਟ ਤੇ ਹੀ ਪੁੱਛਿਆ ਸੀ ਉਹਨੇ। ਲੇਟੈਂਸੀ ਆਪਾਂ ਨੂੰ ਪਤਾ ਲੱਗ ਗਿਆ, ਟਾਈਮ ਨੀਡਡ ਫॉर ਅ ਪੈਕੇਟ ਟ੍ਰਾਂਸਫਰ। ਇੱਥੋਂ ਲੈ ਕੇ ਇੱਥੋਂ ਤੱਕ ਭੇਜਣ ਤੱਕ ਤੇ ਵਾਪਸ ਐਕਨੋਲੇਜਮੈਂਟ ਆਉਣ ਤੱਕ ਵੀ ਹਾਂ ਪਹੁੰਚ ਗਿਆ, ਉਹਨੂੰ ਆਪਾਂ ਕੀ ਬੋਲਦੇ ਹਾਂ? ਲੇਟੈਂਸੀ ਬੋਲਦੇ ਹਾਂ। ਤੇ ਥਰੂਪੁੱਟ ਕੀ ਹੁੰਦੀ ਹੈ? ਥਰੂਪੁੱਟ ਹੁੰਦੀ ਹੈ ਵੀ ਇੱਕ ਗਿਵਨ ਮਿੱਥੇ ਸਮੇਂ ਦੇ ਵਿੱਚ, ਮੰਨ ਲਓ ਮੈਂ ਪਟਿਆਲੇ ਤੋਂ ਬਠਿੰਡੇ ਜਾ ਰਿਹਾ, ਹੋਮ ਟਾਊਨ ਮੇਰਾ ਬਠਿੰਡਾ, ਕਾਫੀ ਸਟੂਡੈਂਟ ਪੁੱਛਦੇ ਨੇ, ਮੈਂ ਬਠਿੰਡਾ ਏਰੀਆ, ਪਟਿਆਲਾ ਤੋਂ ਮੈਂ ਬਠਿੰਡਾ ਜਾ ਰਿਹਾ। 1 ਘੰਟੇ ਦੇ ਵਿੱਚ ਕਿੰਨੀਆਂ ਗੱਡੀਆਂ ਇੱਥੋਂ ਲੈ ਕੇ ਇੱਥੋਂ ਤੱਕ ਵਗ ਜਾਣਗੀਆਂ, ਉਹਨੂੰ ਅਸੀਂ ਬੋਲ ਦਾਂਗੇ ਥਰੂਪੁੱਟ। ਹੁਣ ਰਸਤਾ ਮੇਰਾ ਹੈਗਾ, ਸੜਕ ਮੇਰੀ ਚੌੜੀ ਹੈਗੀ ਹੈ ਜਿਹੜੀ ਤੇ ਮੈਂ ਜਾਣਾ 15 ਫੁੱਟ ਦੀ। 15 ਫੁੱਟ ਕੀ ਹੋ ਗਈ? ਇਹ ਤਾਂ ਬੈਂਡ ਵਿਡਥ ਹੈ। ਤੇ ਇਹ 15 ਫੁੱਟ ਦੇ ਵਿੱਚ 1 ਘੰਟੇ ਦੇ ਵਿੱਚ ਜਾਂ 1 ਸੈਕਿੰਡ ਦੇ ਵਿੱਚ ਜਾਂ 1 ਮਿੰਟ ਦੇ ਵਿੱਚ ਇੱਥੋਂ ਦੀ ਜਿੰਨੀਆਂ ਗੱਡੀਆਂ ਲੰਘ ਗਈਆਂ ਉਹਨੂੰ ਆਪਾਂ ਬੋਲ ਦਾਂਗੇ ਥਰੂਪੁੱਟ। ਬੈਂਡ ਵਿਡਥ ਕਿੰਨੀ ਚੌੜਾਈ ਹੈ, ਥਰੂਪੁੱਟ ਕਿੰਨਾ ਵਰਤਿਆ। ਜੇ ਹੁਣ 15 ਫੁੱਟ ਚੌੜੀ ਸੀਗੀ ਤੇ ਜਾਂ ਸਿਰਫ ਇੰਨੇ ਥਾਂ 'ਚ ਹੀ ਰਹੇ ਨੇ, ਇੱਕ ਥਾਂ ਦੇ ਵਿੱਚ, ਤਾਂ ਘੱਟ ਗੱਡੀਆਂ ਲੰਘਣੀਆਂ। ਜੇ ਸਾਰੀਆਂ ਲੇਨਾਂ ਭਰੀਆਂ ਜਾ ਰਹੀਆਂ ਨੇ ਤਾਂ ਜ਼ਿਆਦਾ ਗੱਡੀਆਂ ਲੰਘ ਜਾਣਗੀਆਂ।
ਉਹ ਸਾਡੇ ਤੇ ਹੈ ਅਸੀਂ ਕਿੰਨੀ ਵਰਤ ਰਹੇ ਹਾਂ। ਤਾਂ ਦੋਨੋਂ ਚੀਜ਼ਾਂ ਦਾ ਅਲੱਗ-ਅਲੱਗ ਰੋਲ ਹੈ, ਠੀਕ ਆ। ਜਾਂ ਹੁਣ ਤੁਸੀਂ ਐਂ ਕਹਿ ਲਓ ਤੁਸੀਂ ਪੇਪਰ ਦੇ ਕੇ ਤਿਆਰੀ ਕਰਕੇ ਜਾ ਰਹੇ ਹੋ, ਜਿੰਨੀ ਤੁਸੀਂ ਪੜ੍ਹ ਲਿਆ ਉਹ ਤੁਹਾਡੀ ਹੈਗੀ ਹੈ ਬੈਂਡ ਵਿਡਥ, ਵੀ ਤੁਹਾਡੇ ਕੋਲ ਇੰਨੀ ਕਪੈਸਿਟੀ ਹੈ ਜਿੰਨਾ ਪੜ੍ਹ ਲਿਆ। ਜਿੰਨਾ ਉਹਦੇ 'ਚੋਂ ਪਰਫਾਰਮ ਕਰਕੇ ਆਓਗੇ, ਜਿੰਨਾ ਤੁਹਾਨੂੰ ਆ ਗਿਆ ਉਹ ਥਰੂਪੁੱਟ ਹੋਊਗੀ। ਤਾਂ ਥਰੂਪੁੱਟ ਜ਼ਿਆਦਾ ਹੋਣੀ ਚਾਹੀਦੀ ਹੈ। ਪਹਿਲਾਂ ਬੈਂਡ ਵਿਡਥ ਜ਼ਿਆਦਾ ਹੋਵੇ, ਏਰੀਆ ਜ਼ਿਆਦਾ ਹੋਵੇ ਜਿੰਨਾ ਪੜ੍ਹਿਆ ਹੋਵੇ, ਫਿਰ ਥਰੂਪੁੱਟ ਜ਼ਿਆਦਾ ਹੋਣੀ ਚਾਹੀਦੀ। ਥਰੂਪੁੱਟ ਹੁੰਦੀ ਹੈ ਪਰਫਾਰਮੈਂਸ। ਥਰੂਪੁੱਟ ਕੀ ਹੈ? ਕੁਆਂਟਿਟੀ ਆਫ ਡੇਟਾ ਕੈਨ ਬੀ ਸੈਂਟ ਐਂਡ ਰਿਸੀਵਡ ਵਿਦਿਨ ਦਾ ਯੂਨਿਟ ਆਫ ਟਾਈਮ। ਤਾਂ ਇੱਥੇ ਆਪਾਂ ਸਮਝਦੇ ਹਾਂ ਇਹ ਬੈਂਡ ਵਿਡਥ ਦੀ ਇੰਨੀ ਕਪੈਸਿਟੀ ਸੀ, ਇੰਨੀ ਆਪਾਂ ਵਰਤੀ ਪਾਈਪ ਦੀ, ਉਹਨੂੰ ਆਪਾਂ ਥਰੂਪੁੱਟ ਬੋਲ ਦਿੰਦੇ ਹਾਂ। ਤਾਂ ਕੁਐਸਚਨ ਤਾਂ ਦੇਖੋ ਹੁਣ ਤੁਹਾਡਾ ਉੱਡਿਆ ਜਾਊਗਾ। ਕਹਿੰਦਾ ਡੈਸ਼ ਅਮਾਊਂਟ ਆਫ ਵਰਕ, ਡੈਸ਼ ਇਜ਼ ਏ ਅਮਾਊਂਟ ਆਫ ਵਰਕ ਐਨ ਆਪਰੇਟਿੰਗ ਸਿਸਟਮ ਇਜ਼ ਏਬਲ ਟੂ ਡੂ ਪਰ ਯੂਨਿਟ ਟਾਈਮ। ਪਰ ਯੂਨਿਟ ਦੇ ਵਿੱਚ ਜਿਹੜਾ ਟਾਈਮ ਹੁੰਦਾ ਉਹਨੂੰ ਕੀ ਬੋਲਦੇ ਆ? ਕੀ ਉਹ ਟਰਨ ਅਰਾਊਂਡ ਟਾਈਮ ਹੈ? ਨਹੀਂ, ਟਰਨ ਅਰਾਊਂਡ ਟਾਈਮ ਤਾਂ ਇੱਥੋਂ ਲੈ ਕੇ ਜਦੋਂ ਜੋਬ ਸਬਮਿਟ ਕੀਤੀ ਸੀ, ਜਦੋਂ ਤੱਕ ਕੰਪਲੀਟ ਹੋ ਗਈ, ਉਹਨੂੰ ਟਰਨ ਅਮਾਊਂਟ ਟਾਈਮ ਬੋਲਦੇ ਸੀ, ਹੈ ਨਾ। ਤੇ ਥਰੂਪੁੱਟ ਕੀ ਸੀ? ਥਰੂਪੁੱਟ ਸੀਗੀ ਪਰ ਯੂਨਿਟ ਟਾਈਮ ਦੇ ਵਿੱਚ ਜਿੰਨਾ ਕੰਮ ਹੋ ਗਿਆ। ਅਮਾਊਂਟ ਆਫ ਵਰਕ ਡਨ ਆਪਰੇਟਿੰਗ ਸਿਸਟਮ ਪਰ ਯੂਨਿਟ ਟਾਈਮ। ਸੋ ਇਹਦਾ ਸੀਗਾ ਥਰੂਪੁੱਟ। ਐਫੀਸ਼ੀਐਂਸੀ ਆਪਾਂ ਪੜ੍ਹ ਲਈ ਤੇ ਰਿਸਪੌਂਸ ਟਾਈਮ ਪੜ੍ਹ ਲਿਆ। ਜਦੋਂ ਪਹਿਲੀ ਵਾਰੀ ਬੰਦੇ ਨੂੰ ਕੋਈ ਰਿਸਪੌਂਸ ਮਿਲਦਾ ਹੈ, ਚਾਹੇ ਉਹ 143 'ਚ ਮਿਲਦਾ, ਚਾਹੇ ਕਿਹੜੇ ਪਾਸੇ ਮਿਲਦਾ, ਉਹ ਰਿਸਪੌਂਸ ਟਾਈਮ ਹੁੰਦਾ। ਠੀਕ ਹੈ ਜੀ, ਤਾਂ ਬੀ ਆਨਸਰ ਹੈ। ਅਗਲਾ ਕੁਐਸਚਨ, ਇਨ MS Excel 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਸਿਲੈਕਟ ਦੀ ਇੰਟਾਇਰ ਕਾਲਮ। ਤਾਂ ਉਹ ਤਾਂ ਯਾਰ ਆਨਸਰ ਪਹਿਲਾਂ ਹੀ ਆਇਆ ਪਿਆ, ਇਹਦੇ ਮੈਂ ਲਾਉਣਾ ਭੁੱਲ ਗਿਆ, ਚਲੋ ਕੋਈ ਨਹੀਂ। ਆਨਸਰ ਡੀ ਇਹਦਾ ਕੰਟਰੋਲ ਸਪੇਸ, ਚੈੱਕ ਕਰ ਲਿਓ, ਠੀਕ ਹੈ। ਕੰਟਰੋਲ ਸਪੇਸ ਇਹਦਾ ਆਨਸਰ ਆ। ਅਗਲਾ ਕੁਐਸਚਨ ਹੈਗਾ ਇਨ MS PowerPoint 2019 ਵਿੱਚ ਉਹਦੀ ਫੋਲੋਇੰਗ ਪੇਅਰ ਉਹ ਸ਼ਾਰਟਕਟ ਕੀ ਫੰਕਸ਼ਨ ਇਜ਼ ਕਰੈਕਟ। ਹੇਠ ਲਿਖਿਆਂ ਚੋਂ ਕਿਹੜਾ ਕਹਿੰਦਾ ਸ਼ਾਰਟਕਟ ਕਰੈਕਟ ਆ? ਕੰਟਰੋਲ A ਕਾਪੀ ਆਲ ਦੀ ਸਲਾਈਡਸ ਇਨ ਦ ਸਲਾਈਡ ਸੌਰਟਡ ਵਿਊ। ਇਹ ਸੌਰਟਡ ਵਿਊ ਹੁੰਦਾ ਨਾ ਪਾਵਰਪੁਆਇੰਟ ਦੇ ਵਿੱਚ, ਜਾ ਕੇ ਦੇਖਿਓ, ਵਿਊ 'ਚ ਖੋਲ ਕੇ ਦੇਖਿਓ, ਮੈਂ ਕਰਵਾਇਆ ਹੋਇਆ, ਉੱਥੇ ਸੌਰਟਡ ਵਿਊ ਹੁੰਦਾ। ਕਹਿੰਦਾ ਉੱਥੇ ਕੰਟਰੋਲ A ਕਾਪੀ ਦੇ ਲਈ ਨਹੀਂ, ਕੰਟਰੋਲ ਕਾਪੀ ਦੇ ਲਈ ਤਾਂ ਕੰਟਰੋਲ C ਹੁੰਦਾ, ਕੰਟਰੋਲ ਪਲੱਸ C ਹੁੰਦਾ ਕਾਪੀ ਦੇ ਲਈ, ਤੇ ਸਿਲੈਕਟ ਦੇ ਲਈ ਹੁੰਦਾ ਕੰਟਰੋਲ A। ਕੰਟਰੋਲ ਪਲੱਸ A ਕਰ ਦਈਏ, ਸਿਲੈਕਟ ਆਲ ਕਰ ਦਿੰਦਾ, ਠੀਕ ਹੈ। ਕੰਟਰੋਲ ਸਪੇਸ ਬਾਰ ਸਿਲੈਕਟ ਆਲ ਦੀ ਨਹੀਂ, ਇਹ ਨਹੀਂ ਕੰਮ ਕਰਦਾ। ਫਿਰ ਇਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਨਾਈਦਰ 1 ਤੇ ਨੋਟ 2 ਆਪਾਂ ਸਮਝ ਲੈਂਦੇ। ਕੰਟਰੋਲ A ਸਿਲੈਕਟ ਆਲ ਦੀ ਆਬਜੈਕਟ, ਕੰਟਰੋਲ C ਕਾਪੀ, ਤਾਂ ਫਿਰ ਨਾਈਦਰ 1 ਤੇ ਨੋਟ 2। ਕਲੀਅਰ। ਅੱਗੇ ਆ ਗਿਆ ਵੀ 19ਵਾਂ ਕੁਐਸਚਨ, ਮੈਗਨੈਟਿਕ ਟੇਪ ਰੀਡ ਰਾਈਟਸ ਡੇਟਾ ਸੀਰੀਅਲੀ ਐਜ਼ ਦੀ ਸਟਰੀਮ ਆਫ ਬਿਟਸ। ਕਹਿੰਦਾ ਕਿਹੜੀ ਮੈਗਨੈਟਿਕ ਟੇਪ ਡੈਸ਼ ਮੈਗਨੈਟਿਕ ਟੇਪ ਰੀਡ ਰਾਈਟਸ ਡੇਟਾ ਸੀਰੀਅਲੀ ਐਜ਼ ਸਟਰੀਮ ਆਫ ਬਿਟਸ। ਕਹਿੰਦਾ ਕਿਹੜਾ ਇਹਨਾਂ ਚੋਂ ਰੀਡ ਰਾਈਟ ਕਰਦਾ ਹੈ ਡੇਟਾ ਨੂੰ ਮੈਗਨੈਟਿਕ ਟੇਪ ਦੇ ਵਿੱਚੋਂ ਸੀਰੀਅਲੀ ਸਟਰੀਮ ਆਫ ਬਿਟਸ। ਤਾਂ 1/4 ਇੰਚ ਟੇਪ ਨਹੀਂ, 1/2 ਇੰਚ ਟੇਪ ਨਹੀਂ, ਮੈਗਨੈਟਿਕ ਟੇਪ ਨਹੀਂ। ਮੈਗਨੈਟਿਕ ਟੇਪ ਤਾਂ ਹੈਗਾ ਹੀ ਹੈ, ਮੈਗਨੈਟਿਕ ਟੇਪ 2 ਵਾਰੀ ਰਿਪੀਟ ਨੂੰ ਹੋਊਗਾ ਤਾਂ ਸਟਰੀਮਰ। ਪਰ ਆਪਾਂ ਸਮਝਣਾ ਵੀ ਸਟਰੀਮਰ ਹੁੰਦਾ ਕੀ ਆ, ਮੈਂ ਸਮਝਾਉਣਾ ਤੁਹਾਨੂੰ। ਇਹ ਆਪਣੇ ਕੋਲ ਕੈਸਟ ਹੁੰਦੀ ਹੈ ਮੈਗਨੈਟਿਕ ਟੇਪ, ਹੈ ਨਾ। ਇਹ VCR ਵਾਲੀ ਵੀ ਹੋ ਸਕਦੀ ਹੈ ਤੇ ਆਡੀਓ ਵਾਲੀ, ਜਿਹੜੀਆਂ ਰੀਲਾਂ ਜਿਹੀਆਂ ਆਪਾਂ ਚਲਾਉਂਦੇ ਸੀ, ਹੈ ਨਾ, ਉਹ ਵੀ ਹੋ ਸਕਦੀਆਂ ਨੇ। ਤਾਂ ਇਹ ਇੱਕ ਡਿਵਾਈਸ ਹੁੰਦਾ ਜਿਹਨੂੰ ਸਟਰੀਮਰ ਬੋਲਦੇ ਹਾਂ ਆਪਾਂ। ਸਟਰੀਮਰ ਇੱਕ ਕਹਿ ਲਓ ਵੀ ਟੇਪ ਡਰਾਈਵ ਹੁੰਦਾ ਜਿਹਦੇ ਵਿੱਚ ਪਾ ਕੇ ਆਪਾਂ ਟੇਪ ਤੇ ਡੇਟਾ ਰਿਕਾਰਡ ਕਰ ਸਕਦੇ ਹਾਂ। ਤੁਹਾਨੂੰ ਯਾਦ ਹੋਵੇ ਜਦੋਂ ਆਪਾਂ ਪਹਿਲਾਂ ਆਪਣੇ ਵੇਲੇ ਰੀਲਾਂ ਚੱਲਦੀਆਂ ਸੀ, ਆਪਾਂ ਕੈਸਟ ਨਹੀਂ ਭਰਾਉਣ ਜਾਂਦੇ ਸੀ, ਕੋਈ ਪੁਰਾਣੀ ਕੈਸਟ ਪਈ ਹੁੰਦੀ ਸੀ, ਕਿਸੇ ਬੰਦੇ ਤੋਂ ਜਾ ਕੇ ਭਰਾ ਲਿਆਉਂਦੀ ਸੀ, ਉਹ ਸਟਰੀਮਰ ਹੁੰਦਾ ਸੀ। ਇੱਕ ਕੈਸਟ ਦੇ ਵਿੱਚੋਂ ਕਾਪੀ ਕਰਕੇ ਦੂਜੀ ਕੈਸਟ 'ਚ ਭਰ ਦਿੰਦਾ ਸੀ, ਉਹ ਸਟਰੀਮਰ ਡਿਵਾਈਸ ਸੀ। ਉਵੇਂ ਹੀ ਹਾਰਡ ਡਿਸਕ ਹੁੰਦੀ ਹੈ ਜਿਵੇਂ ਬੈਕਅਪ ਦੇ ਲਈ, ਇਹ ਮੈਗਨੈਟਿਕ ਟੇਪ ਵੀ ਵੱਡੀਆਂ ਕੰਪਨੀਆਂ ਵਰਤਦੀਆਂ ਨੇ, ਆਪਾਂ ਨਹੀਂ ਵਰਤਦੇ। ਆਪਣੇ ਕੰਪਿਊਟਰ ਦੇ ਨਾਲ ਤਾਂ ਸਿਰਫ CD DVD ਪਾਉਣ ਵਾਲਾ CD ਡਰਾਈਵ ਹੁੰਦਾ ਜਾਂ DVD ਡਰਾਈਵ। ਅੱਜ ਕੱਲ੍ਹ ਤਾਂ ਨਵੇਂ ਲੈਪਟਾਪ ਦੇ ਵਿੱਚ ਸਾਈਜ਼ ਘਟਾਉਣ ਦੇ ਚੱਕਰ 'ਚ ਉਹਨਾਂ ਨੇ ਉਹ ਵੀ ਹਟਾਤਾ, ਪੈਨ ਡਰਾਈਵ ਹੀ ਵਰਤੀਆਂ ਜਾਂਦੀਆਂ ਨੇ, ਕਿਉਂਕਿ ਆਨਲਾਈਨ ਕਲਾਊਡ 'ਚ ਸਪੇਸ ਮਿਲਦੀ ਹੈ, ਤੁਸੀਂ ਆਨਲਾਈਨ ਡੇਟਾ ਲੈ ਸਕਦੇ ਹੋ। ਤਾਂ ਇਹ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ ਨੇ। ਪਰ ਇੱਕ ਕੰਪਨੀ ਹੈ ਜਿਵੇਂ ਫੇਸਬੁੱਕ ਹੈ, ਜੀਮੇਲ, ਯਾਹੂ, ਉਹਨਾਂ ਨੇ ਡੇਟਾ ਸਾਂਭ ਕੇ ਰੱਖਣਾ, ਉਹ ਹਾਰਡ ਡਿਸਕਾਂ 'ਚ ਵੀ ਰੱਖਦੇ ਨੇ, ਆਨਲਾਈਨ ਵੀ ਰੱਖਦੇ ਨੇ, ਟੇਪ ਡਰਾਈਵ ਦੇ ਵਿੱਚ ਵੀ ਰੱਖਦੇ ਨੇ। ਕਲੀਅਰ ਹੈ। ਤਾਂ ਫਿਰ ਉਹ ਡਿਵਾਈਸ ਲਗਾ ਦਿੰਦੇ ਨੇ, ਉਹਦੇ ਵਿੱਚ ਬਹੁਤ ਸਾਰੀਆਂ ਮੈਗਨੈਟਿਕ ਟੇਪ ਲੱਗੀਆਂ ਹੁੰਦੀਆਂ ਨੇ। ਕੰਪਨੀ ਦੇ ਵਿੱਚ ਬਹੁਤ ਵੱਡਾ ਸਟਰੀਮਰ ਲੱਗਿਆ ਹੋਇਆ ਤੇ ਟੇਪ ਤੇ ਡੇਟਾ ਰਿਕਾਰਡ ਹੋਈ ਜਾਂਦਾ। ਤਾਂ ਸਟਰੀਮਰ ਦਾ ਕੀ ਕੰਮ ਹੈ? ਇਲੈਕਟ੍ਰੋਮੈਕੈਨੀਕਲ ਡਿਵਾਈਸ ਹੁੰਦਾ ਇੱਕ, that enables the data to copied byte by byte from hard disk onto magnetic tape for security or storage। ਇਹ ਕੀ ਹੈ? ਬੈਕਅਪ ਡਿਵਾਈਸ ਹੈ। ਮੈਂ ਤੁਹਾਨੂੰ ਦੱਸ ਚੁੱਕਿਆ, ਬੜਾ ਟਾਈਮ ਨਹੀਂ ਲਾਵਾਂਗੇ, ਗੱਲ ਕਲੀਅਰ ਹੋ ਗਈ। ਤਾਂ ਆਨਸਰ ਕਿਹਦਾ? C ਆਨਸਰ ਹੈ, ਠੀਕ ਹੈ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਵਰਕਸ ਓਨਲੀ ਐਜ਼ ਏ ਇਨਪੁਟ ਡਿਵਾਈਸ। ਪ੍ਰਿੰਟਰ ਆਊਟਪੁੱਟ ਡਿਵਾਈਸ ਹੁੰਦਾ ਹੈ, ਸਕਰੀਨ
ਸਕਰੀਨ ਦੋਨੋਂ ਤਰ੍ਹਾਂ ਦੀ ਹੋ ਸਕਦੀ ਹੈ, ਇਨਪੁਟ ਵੀ ਹੋ ਸਕਦੀ ਹੈ, ਆਊਟਪੁੱਟ ਵੀ, ਹੈ ਨਾ। ਜੇ ਟੱਚ ਸਕਰੀਨ ਹੈ ਤਾਂ ਦੋਨੋਂ ਕੰਮ ਕਰੂਗੀ, ਇਨਪੁਟ ਆਊਟਪੁੱਟ। ਜੇ ਦੂਜੀ ਸਕਰੀਨ ਹੈ ਤਾਂ ਐਜ਼ ਆਊਟਪੁੱਟ ਕੰਮ ਕਰੂਗੀ। ਪ੍ਰੋਡਕਟਰ ਆਪਾਂ ਨੂੰ ਪਤਾ ਪ੍ਰਿੰਟਰ ਦਾ ਭਾਪਾ ਵੱਡੀਆਂ ਫਲੈਕਸਾਂ ਫਲੂਕਸਾਂ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ, ਆਪਾਂ ਨੂੰ ਪਤਾ ਹੈ ਨਾ, ਬਰਾਊਜ਼ਰ ਵਗੈਰਾ। ਤੇ ਮਾਊਸ ਫਿਰ ਜਿਹੜਾ ਹੈਗਾ ਓਨਲੀ ਇਨਪੁਟ ਡਿਵਾਈਸ। ਆਨਸਰ ਏ। ਅਗਲਾ ਕੁਐਸਚਨ ਆ ਗਿਆ, ਯੂਜ਼ਿੰਗ ਗੋਫਰ ਸਰਵਿਸ। ਪਾਣੀ ਪੀ ਲਵਾਂ, ਪੜ੍ਹੋ ਤੁਸੀਂ, ਜ਼ੋਰ ਬਹੁਤ ਲੱਗ ਗਿਆ, ਘੰਟਾ ਹੋ ਗਿਆ ਪੂਰਾ, ਥੋੜਾ ਜਿਹਾ ਟਾਈਮ ਹੋ ਲੂਗਾ, 10 ਕੁਐਸਚਨ ਰਹਿ ਗਏ। ਕਈ ਵਾਰੀ ਐ ਵੀ ਹੁੰਦਾ, ਜ਼ਿਆਦਾ ਜ਼ੋਰ ਲਾ ਕੇ ਮੈਂ ਪਾਣੀ ਠੰਡਾ ਵੀ ਗਲਾ ਬੈਠ ਗਿਆ ਤੇ ਮੈਂ ਵੀਡੀਓ ਬਣਾ ਨਹੀਂ ਸਕਦਾ, ਫਿਰ ਮੈਨੂੰ ਥੋੜਾ ਵੇਟ ਕਰਨਾ ਪੈਂਦਾ, ਬਲੱਠੀ ਬਲੁੱਠੀ ਖਾਣੀ, ਬਹੁਤ ਕੁਛ ਕਰਨਾ ਪੈ ਰਿਹਾ, ਹੈ ਨਾ। ਸੋ ਮੈਨੂੰ ਨਜ਼ਾਰਾ ਬਹੁਤ ਆ ਰਿਹਾ ਵੀ ਤੁਹਾਨੂੰ ਸਮਝ ਆ ਰਹੀਆਂ ਚੀਜ਼ਾਂ, ਤੁਸੀਂ ਕੁਐਸਚਨ ਕੱਢ ਕੇ ਆਉਣੇ ਨੇ। ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਤੁਹਾਡਾ ਪੇਪਰ ਹੋ ਗਿਆ, ਤੇ ਮੈਨੂੰ ਜ਼ਰੂਰ ਦੱਸਿਓ, ਮੈਨੂੰ ਖੁਸ਼ੀ ਹੋਊਗੀ ਵੀ ਯਾਰ ਮੈਂ ਤੁਹਾਨੂੰ ਕੰਮ ਕਰਾਇਆ ਸੀਗਾ ਤੇ ਤੁਹਾਡੇ ਕੁਐਸਚਨ ਸੋਲਵ ਹੋਏ ਯਾਰ, ਹੈ ਨਾ। ਉਹ ਤੋਂ ਵੱਡੀ ਕੋਈ ਖੁਸ਼ੀ ਹੋ ਹੀ ਨਹੀਂ ਸਕਦੀ ਬੰਦੇ ਨੂੰ। ਪੈਸਾ ਥੋੜੀ ਖੁਸ਼ੀ ਦਿੰਦਾ, ਪੈਸੇ ਨਾਲ ਖੁਸ਼ੀਆਂ ਖਰੀਦੀਆਂ ਨਹੀਂ ਜਾ ਸਕਦੀਆਂ। ਬੰਦਾ ਪੈਸਾ ਵੀ ਤਾਂ ਕਮਾਉਂਦਾ ਵੀ ਯਾਰ ਅਸੀਂ ਲਗਜ਼ਰੀ ਚੀਜ਼ਾਂ ਖਰੀਦਾਂਗੇ ਤੇ ਉਹ ਲਗਜ਼ਰੀ ਚੀਜ਼ਾਂ ਸਾਨੂੰ ਖੁਸ਼ੀ ਦੇਣਗੀਆਂ, ਪਰ ਨਹੀਂ, ਆਪਾਂ ਨੂੰ ਤਾਂ ਇਹਨਾਂ ਚੀਜ਼ਾਂ 'ਚ ਵੀ ਖੁਸ਼ੀ ਹੁੰਦੀ ਆ ਵੀ ਯਾਰ ਤੁਹਾਡੇ ਕੁਐਸਚਨ ਸੋਲਵ ਹੋ ਗਏ, ਤੁਹਾਡੇ 'ਚੋਂ ਬੰਦੇ ਭਰਤੀ ਹੋ ਗਏ, ਸਬ ਇੰਸਪੈਕਟਰ ਲੱਗ ਗਏ, ਹੈ ਨਾ। ਸੋ ਮੈਨੂੰ ਯਾਦ ਆ ਕਿ ਜਿਹੜੇ ਬੱਚਿਆਂ ਨੇ ਮੈਥੋਂ ਨੋਟਸ ਲਏ ਨੇ, ਹੈ ਨਾ, ਉਹਨਾਂ ਨੂੰ ਮੈਂ ਇੰਸਟਾਗ੍ਰਾਮ 'ਤੇ ਆਪਦਾ ਵਟਸਐਪ ਨੰਬਰ ਭੇਜਿਆ ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ, ਮੈਂ ਨੋਟਸ ਭੇਜੇ ਤੇ ਮੈਂ ਉਹ ਸੇਵ ਕਰਨ ਲੱਗ ਗਿਆ ਉੱਦਾਂ ਹੀ। ਨੰਬਰ ਵੀ ਜਿਵੇਂ ਕੋਈ ਸਬ ਇੰਸਪੈਕਟਰ ਦਾ ਸਬ ਇੰਸਪੈਕਟਰ, ਕੋਈ ਇੰਟੈਲੀਜੈਂਸ ਅਸਿਸਟੈਂਟ ਕਾਂਸਟੇਬਲ ਹੈ, ਮੈਂ ਉਵੇਂ ਸੇਵ ਕਰ ਲਏ। ਹੁਣ ਨਾਮ ਤਾਂ ਕਈ ਬੰਦਿਆਂ ਦੇ ਪੁੱਛ ਲੈਣੇ, ਕਹਿੰਦੇ ਨਹੀਂ ਪਤਾ ਲੱਗਦੇ। ਸੋ ਮੇਰੇ ਫੋਨ ਦੇ ਵਿੱਚ ਬਹੁਤ ਨੰਬਰ ਐਵੇਂ ਦੇ ਹੋ ਗਏ ਵੀ ਜਿਹਦੇ ਵਿੱਚ ਲਿਖਿਆ ਹੋਇਆ ਸਬ ਇੰਸਪੈਕਟਰ। ਉਹ ਮੇਰੇ ਸਿਸਟਰ ਨੇ ਫੋਨ ਚੱਕਿਆ, ਕਹਿੰਦੇ ਵੀ ਤੂੰ ਕਿਵੇਂ ਇੰਨੇ ਐਸਆਈਆਂ ਨੂੰ ਕਿਵੇਂ ਜਾਣਦਾ, ਇਹ ਇੰਨੇ ਤੈਨੂੰ ਕਿਵੇਂ ਜਾਣਦੇ ਨੇ, ਅੱਧੇ ਕਹਿੰਦੇ ਨੂੰ ਕਾਂਸਟੇਬਲ, ਤੈਨੂੰ ਪੁਲਿਸ ਹੀ ਬਹੁਤ ਜਾਣਦੀ ਹੈਗੀ। ਸੋ ਮੈਨੂੰ ਬਹੁਤ ਖੁਸ਼ੀ ਹੋਈ, ਮੈਂ ਕਿਹਾ ਵੀ ਇਹ ਪੁਲਿਸ ਮੈਨੂੰ ਜਾਣਦੀ ਆ, ਠੀਕ ਹੈ, ਇਹ ਆਪਾਂ ਨੂੰ ਬੰਦੇ ਜਾਣਦੇ ਨੇ। ਸੋ ਮੈਂ ਉਮੀਦ ਕਰਦਾ ਕਿ ਮੈਂ ਇਹ ਤਾਂ ਪੱਖਪਾਤ ਹੋ ਜਾਊਗਾ ਵੀ ਜਿਹਨਾਂ ਦੇ ਮੈਨੂੰ ਮੈਸੇਜ ਆਏ ਆ ਉਹ ਸਾਰੇ ਸਬ ਇੰਸਪੈਕਟਰ ਲੱਗਣ। ਜਿਹੜੇ ਸਾਰੇ ਬੰਦੇ ਤਿਆਰੀ ਕਰ ਰਹੇ, ਜਿਹੜੇ ਵੀਡੀਓ ਦੇਖ ਰਹੇ ਨੇ, ਜਿਹੜੇ ਨਹੀਂ ਵੀ ਦੇਖ ਰਹੇ, ਹਰ ਬੰਦੇ ਦਾ ਡਰੀਮ ਹੁੰਦਾ ਕਿ ਮੈਨੂੰ ਜੋਬ ਮਿਲੇ, ਮੈਨੂੰ ਸਾਰਿਆਂ ਨੂੰ ਜੋਬ ਮਿਲੇ, ਤੇ ਬਹੁਤ ਖੁਸ਼ੀ ਹੋਊਗੀ ਮੈਨੂੰ, ਹੈ ਨਾ। ਮੈਨੂੰ ਦੱਸ ਜ਼ਰੂਰ ਦਿਓ ਯਾਰ, ਠੀਕ ਹੈ, ਮੈਸੇਜ ਕਰ ਦਿਓ, ਇੰਸਟਾਗ੍ਰਾਮ 'ਤੇ ਕਰ ਦਿਓ, ਟੈਲੀਗ੍ਰਾਮ 'ਤੇ ਕਰ ਦਿਓ, ਵਟਸਐਪ ਦਾ ਨੰਬਰ ਜਿੰਨਾ ਕੋਲ ਹੈਗਾ ਉਹ ਕਰ ਦਿਓ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਕਹਿੰਦਾ ਯੂਜ਼ਿੰਗ ਗੋਫਰ ਸਰਵਰ ਡੇਟਾ ਰਿਲੇਟਡ ਟੂ ਡੈਸ਼ ਕੈਨ ਬੀ ਮੇਨਟੇਨਡ। ਡੇਟਾ ਕਹਿੰਦਾ ਕਿਹਦੇ ਨਾਲ ਰਿਲੇਟਡ, ਕੀ ਕੈਂਪਸ ਆਫ ਸਕੂਲ ਦੇ ਨਾਲ ਮੇਨਟੇਨ ਕਰ ਸਕਦੇ ਆ, ਬੈਂਕ ਵਾਲਾ, ਕਾਰਪੋਰੇਟ ਦਾ ਡੇਟਾ। ਕੀ ਕਹਿੰਦਾ ਇਹਨਾਂ ਤਿੰਨਾਂ ਦਾ ਡੇਟਾ ਮੇਨਟੇਨ ਕਰ ਸਕਦੇ ਆ ਕਿ ਦੋ ਦਾ, ਕਿ ਕਿਸੇ ਦਾ। ਤਾਂ ਸਭ ਤੋਂ ਪਹਿਲਾਂ ਆਪਾਂ ਗੋਫਰ ਸਮਝਦੇ ਹਾਂ। ਗੋਫਰ ਇੱਕ ਪ੍ਰੋਟੋਕੋਲ ਜਿਹੜੀ ਪੁਰਾਣੇ ਸਮੇਂ 'ਚ ਵਰਤੀ ਜਾਂਦੀ ਸੀ। ਗੋਫਰ ਇਜ਼ ਏ ਐਪਲੀਕੇਸ਼ਨ ਲੇਅਰ ਪ੍ਰੋਟੋਕੋਲ that provides the ability to extract and view web document stored on the remote web server। remote web server ਕੀ ਕਹਿ ਰਿਹਾ, ਇੰਟਰਨੈਟ ਤੇ ਮੰਨ ਲਓ ਫੇਸਬੁੱਕ ਹੈ, ਫੇਸਬੁੱਕ ਤੋਂ ਅਸੀਂ ਡੇਟਾ ਦੇਖਣਾ ਯੂਜ਼ਰ ਨੇ, ਤਾਂ ਫੇਸਬੁੱਕ ਤੇ ਡੇਟਾ ਦੇਖਣ ਦੇ ਲਈ ਪ੍ਰੋਟੋਕੋਲ ਪਹਿਲਾਂ ਗੋਫਰ ਵਰਤੀ ਜਾਂਦੀ ਸੀ। ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੈ ਕਿ TCP/IP ਆ ਗਿਆ, TCP/IP ਨਹੀਂ, HTTP ਆ ਗਿਆ। ਅੱਜ ਕੱਲ੍ਹ HTTP ਆ ਗਿਆ, ਪਹਿਲਾਂ HTTP ਹੈ ਨਹੀਂ ਸੀ, ਉਦੋਂ ਗੋਫਰ ਵਰਤਿਆ ਜਾਂਦਾ ਸੀ। ਤਾਂ ਗੋਫਰ ਸੀ ਜਿਹੜਾ ਕਨਸੀਵਡ ਹੋਇਆ ਸੀ 1991 ਦੇ ਵਿੱਚ, ਵਨ ਆਫ ਦੀ ਇੰਟਰਨੈਟ ਫਰਸਟ ਡੇਟਾ ਫਾਈਲ ਐਕਸੈਸ ਪ੍ਰੋਟੋਕੋਲ। ਪਹਿਲੀ ਡੇਟਾ ਤੇ ਜਾਂ ਫਾਈਲ ਨੂੰ ਐਕਸੈਸ ਕਰਨ ਦੀ ਪ੍ਰੋਟੋਕੋਲ ਸੀ ਜਿਹੜੀ ਕਿ TCP/IP ਮਾਡਲ ਤੇ ਹੀ ਚੱਲਦੀ ਸੀ। ਗੋਫਰ ਵਾਜ਼ ਡਿਜ਼ਾਈਨ ਟੂ ਐਕਸੈਸ ਦੀ ਵੈਬ ਸਰਵਰ ਔਰ ਡੇਟਾਬੇਸ। ਇਹ ਵੈਬ ਸਰਵਰਾਂ ਨੂੰ ਐਕਸੈਸ ਕਰਨ ਦੇ ਲਈ ਜਾਂ ਡਾਟਾਬੇਸ ਨੂੰ ਐਕਸੈਸ ਕਰਨ ਦੇ ਲਈ ਵਾਇਆ ਇੰਟਰਨੈਟ ਇਹ ਯੂਜ਼ ਹੁੰਦੀ ਸੀ। ਤੇ ਇਹ ਮੈਨਿਊ ਡਰਿਵਨ ਤੇ ਕੰਮ ਕਰਦੀ ਸੀ। ਆਪਾਂ ਨਹੀਂ ਇੱਕ ਨੈਟ ਤੇ ਖੋਲਦੇ ਹਾਂ, ਇੱਕ ਮੈਨਿਊ ਜੀ ਦੱਬ ਦਿੰਦੇ ਹਾਂ, ਉਹਦੇ ਥੱਲੇ ਹੋਰ ਕੁਝ ਨਿਕਲਿਆ ਹੁੰਦਾ, ਫਿਰ ਅਗਲੀ ਦੱਬ ਦਿੰਦੇ ਹਾਂ, ਉਹਦੇ ਥੱਲੇ 3-4 ਮੈਨਿਊ ਹੋਰ ਨਿਕਲ ਆਉਂਦੀਆਂ, ਇਹਨੂੰ ਮੈਨਿਊ ਡਰਿਵਨ ਬੋਲਦੇ ਆ। ਮੈਨਿਊ ਸਟਾਈਲ ਹੁੰਦਾ ਕੁਛ। ਆਪਾਂ ਇੰਟਰਨੈਟ 'ਤੇ ਤੁਸੀਂ ਦੇਖਿਆ ਨਾ, ਮੈਨਿਊ ਜੀ ਦੱਬ ਕੇ ਥੱਲੇ ਹੋਰ ਖੁੱਲ੍ਹੀਆਂ ਹੁੰਦੀਆਂ, ਜਿਹਨੂੰ ਫਿਰ ਇੱਥੇ ਦੱਬ ਕੇ ਫਿਰ ਉਹ ਬੰਦ ਹੋ ਜਾਂਦੀਆਂ ਨੇ, ਹੈ ਨਾ। ਸੋ ਮੇਰੇ ਹੁਣ ਧਿਆਨ 'ਚ ਆਇਆ ਵੀ ਉਹਦਾ ਐਨੀਮੇਸ਼ਨ ਵੀ ਪਾ ਸਕਦਾ ਸੀ, ਕਿ ਚਲੋ ਕੋਈ ਗੱਲ ਨਹੀਂ, ਤੁਸੀਂ ਸਮਝ ਗਏ ਹੋਵੋਗੇ। ਤਾਂ ਇਹ ਮੈਨਿਊ ਡਰਿਵਨ ਹੁੰਦਾ। ਜਿਵੇਂ ਇੰਟਰੋਡਕਸ਼ਨ ਅਬਾਊਟ ਗੋਫਰ, ਇੱਥੇ ਕਲਿੱਕ ਕਰਾਂਗੇ ਪਹਿਲਾਂ ਤਾਂ ਗੋਫਰ ਦੇ ਨਾਲ ਹੋਰ ਚੀਜ਼ਾਂ ਖੁੱਲ੍ਹੀਆਂ ਹੋਣਗੀਆਂ। ਇਹ ਫੋਲਡਰ 'ਤੇ ਕਲਿੱਕ ਕਰਾਂਗੇ, ਜਿਵੇਂ ਫੋਲਡਰ ਨਹੀਂ ਆਪਾਂ ਖੋਲ੍ਹਦੇ ਅੱਗੇ ਦੇ ਅੱਗੇ ਚੱਲ ਜਾਂਦੀਆਂ ਨੇ ਚੀਜ਼ਾਂ, ਤਾਂ ਉਸ ਦਾ ਇਹ ਮੈਨਿਊ ਡਰਿਵਨ ਸਟਰਕਚਰ ਸੀ। ਤਾਂ ਇਹਦੇ ਵਿੱਚ ਸਾਰੇ ਤਰ੍ਹਾਂ ਦਾ ਡੇਟਾ ਹੀ ਮੈਨੇਜ ਕਰ ਸਕਦੇ ਸੀ ਆਪਾਂ ਗੋਫਰ ਸਰਵਰ ਦੇ ਵਿੱਚ, ਕੈਂਪਸ ਆਫ ਸਕੂਲ, ਬੈਂਕਸ ਤੇ ਕਾਰਪੋਰੇਟ ਦਾ। ਬਸ ਸ਼ਰਤ ਇਹਦੀ ਇਹ ਸੀ ਕਿ ਇਹ ਮੈਨਿਊ ਡਰਿਵਨ ਸੀ। ਕਲੀਅਰ ਹੈ? ਇਹਦਾ ਆਨਸਰ B ਹੈ, ਤਿੰਨੋਂ ਕੰਮ ਹੁੰਦੇ ਸੀ ਵਿੱਚ। ਅਗਲਾ, ਵਟ ਇਜ਼ ਦੀ ਫੁੱਲ ਫਾਰਮ ਆਫ ਸਿਮ। ਸਿਮ ਦੀ ਫੁੱਲ ਫਾਰਮ ਹੁੰਦੀ ਹੈ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ। ਦੇਖੋ ਗਲਤੀ ਤਾਂ ਅਸੀਂ ਕਰਨੀ ਨਹੀਂ, ਹੁਣ ਨਹੀਂ ਅਸੀਂ ਗਲਤੀ ਕਰਦੇ, ਕੁਛ ਵੀ ਮਰਜ਼ੀ ਹੋ ਜੇ। ਮੋਡਿਊਲ ਕਿਹਦੇ 'ਚ ਹੈ? ਇਹਦੇ 'ਚ ਹੈ। ਹੁਣ ਮੋਡਿਊਲ ਦੇਖ ਕੇ ਇਹੀ ਨਹੀਂ ਲਾ ਦੇਣਾ ਵੀ ਇਹਨਾਂ 'ਚ ਹੋਰ ਹੈ ਨਹੀਂ, ਵੈਸੇ ਤਾਂ ਇਹੀ ਬਣਦਾ ਸਬਸਕ੍ਰਾਈਬਰ ਆਈਡੈਂਟੀਫਿਕੇਸ਼ਨ ਵੀ ਬੋਲ ਸਕਦੇ ਹਾਂ ਤੇ ਸਬਸਕ੍ਰਾਈਬਰ ਆਈਡੈਂਟੀਟੀ ਵੀ, ਦੋਨੋਂ ਗੱਲਾਂ ਠੀਕ ਨੇ। ਠੀਕ ਹੈ, D ਆਨਸਰ। ਤੇ ਸਿਮ ਦੇ ਨਾਲ ਮੈਂ SMS ਦੀ ਬਹੁਤ ਵਾਰੀ ਦੱਸ ਚੁੱਕਿਆ, ਸ਼ਾਰਟ ਮੈਸੇਜ ਸਰਵਿਸਿਸ, ਤੇ IMEI
इंटरनेशनल मोबाइल इक्विपमेंट आइडेंटिटी IMSI, इंटरनेशनल मोबाइल सबसक्राइबर आइडेंटिटी। क्लीयर हुई गल, होर तो नहीं कुछ रह गई। SMS के नाल लगदी, SMS हो गया, सिम हो गया, बाकी हो गया मतलब। हाँ, अगला क्वेश्चन आ गया, कहना हाउ यू कैन प्रोटैक्ट यूअर सिस्टम फ्रॉम ट्रोजन हॉर्स एंड बैकडोर्स। कहना तुसी ट्रोजन हॉर्स ते बैकडोर दे विचों आपदे सिस्टम नूं किवें प्रोटैक्ट कर सकदे हो। ठीक है, सब तो पहला आपां नूं ट्रोजन हॉर्स ते बैकडोर बारे समझना पऊगा। बैकडोर ते ट्रोजन हॉर्स की हुंदे ने, फिर आपां उस तो बाद देखांगे। माइक की थोड़ी जी दिक्कत आ गई थी, मैं चेंज किया है, एक मिनट हजे भी आवाज़ घट आउंदी। हाँ, सो पहला ट्रोजन हॉर्स ते बैकडोर बारे पढ़ते हैं। आप ट्रोजन हॉर्स की हुंदा। ट्रोजन हॉर्स मैं बहुत बारी दस चुकी हाँ कि ट्रोए सिटी दे विच रौला पै गया सी, ग्रीक्स का युद्ध चल पिया सी ट्रोए सिटी दे नाल। वो ग्रीक्स जिहड़े सीगे वो किले दे विच सी ते नहीं, ग्रीक्स बाहर सी किले दे विच, ट्रोए सिटी दे लोग सी जिहड़े अंदर सी। तो वो वाहवा चिर घेरा पा के बैठे रहे। बाद च उन्होंने स्कीम लाई कि आप एक लक्कड़ का घोड़ा भेजते हैं, भी संधि कर लो, आप युद्ध खत्म कर देना। एडा सारा लक्कड़ का घोड़ा भेजा, वो सैनिक भेजते, तो रात को जो वो टली हो के सौ गए तो ये सैनिक निकले, इन्होंने दरवाजा खोलता तो बाहरों ग्रीक्स तैयार बैठे थे, उन्होंने हमला करता। तो इस तरह करके वो जंग जित गई सी। यही कॉन्सैप्ट कंप्यूटर के लाया जाता है। एक एवें का सॉफ्टवेयर बनाया जाता है, मलीशियस सॉफ्टवेयर, जो देखने च वधिया लगता है भी ये इंटेंडेड है ना, काम करने वरत्या जाऊगा, पर वो आपका एक्शन परफॉर्म कर दिंदा जो कंडीशन मैट हो जाती है। कंडीशन कंप्यूटर किवें मैट हो, मान लो असीं जोड़ करना 3+4 से लाता कि कैलकुलेटर बनाया, जो 3 ते 4 जुड़नगे उदों वो वायरस फैला दूगा। तो आप कह सकते हैं ट्रोजन हॉर्स इज इट अपीयर्स टू बी ए लेजिटिमेट प्रोग्राम बट इट परफॉर्म इट्स एक्शन वैन सर्टन कंडीशन आर मैट। क्लीयर, सो ये आप कह सकते हैं भी ट्रोजन हॉर्स इनू आप रोकना है। अगे हुंदा बैकडोर। बैकडोर की हुंदा है? बैकडोर रेफर्स टू एनी मैथड बाय विच द ऑर्थोराइज्ड एंड अनऑर्थोराइज्ड यूजर एबल टू गैट अराउंड दी नॉर्मल सिक्योरिटी मैजर। जिवें मान के चलो यूनीवर्सिटी जाना, आप पंजाबी यूनीवर्सिटी जाना है ना, तो तुसीं कहोगे हर वारी पंजाबी यूनीवर्सिटी की एग्जाम्पल, क्योंकि मैं यूनीवर्सिटी हुंदा ज़्यादातर है ना, तो मैनूं यही एग्जाम्पल आउंदी। तुसीं होर कितों देख रहे हो तो तुसीं आपदी यूनीवर्सिटी इमेजिन कर लिया करो। वैसे तो वो भी अपनी सारिਆਂ ਦੀ है पंजाबी यूनीवर्सिटी, किहड़ा किसी दी है। तो भाषा के आधार पर दूजी यूनीवर्सिटी है ना, लैंगुएज के बेसिस पर पहली हैब्रू यूनीवर्सिटी है, आपको पता है तुहानूं सारिਆਂ ਨੂੰ। बैकडोर की हुंदा, जिवें यूनीवर्सिटी का मेन एंट्रेंस है, उत्थे हाई सिक्योरिटी है, एक पिछों दी गेट है दूसरा, उत्थे भी हाई सिक्योरिटी है। कुछ गेट होर भी बने हुए हैं छोटे लंघण नूं रास्ते, वो बैकडोर ने, उत्थे कोई सिक्योरिटी नहीं, कोई गार्ड नहीं बैठा हुंदा। तो कंप्यूटर दे विच भी उवें ही हुंदा है। कुछ सॉफ्टवेयर एवें दे हुंदे ने, हरेक सॉफ्टवेयर दे विच सानूं यूजर नेम ते पासवर्ड भरना पैंदा है हरेक लैवल ते। जिवें नैट बैंकिंग है, नैट बैंकिंग दे विच सानूं एक नॉर्मल पासवर्ड हुंदा, प्रोफाइल पासवर्ड हुंदा, एक प्रोफाइल पासवर्ड हुंदा, एक यूजर नेम ते पासवर्ड, वो पासवर्ड हुंदा है ना। तो उन्हां नूं जेकर बाईपास करना है तो वह विचों दी एक प्रोग्रामर एवें दा भी रस्ता बनाउंदा, क्योंकि उन्हें डिवेलप करना प्रोग्राम नूं, बारी बारी यूजर नेम ते पासवर्ड थोड़ी भर के जाऊगा। जो कोई प्रॉब्लम आ गई वो पिछलो रस्ते थां जाऊगा, तो अटैकर भी वो रस्ते नूं लभ लैंदा बैकडोर नूं ते उत्थे हमला कर दिंदा। देखो अटैकर भी बहुत तेज ने है ना। तो इन्हां नूं बचण दे लई कहना की करना चाहिए, स्टे अवे फ्रॉम सस्पैक्ट वैबसाइट ऑफ वेब लिंक। ये गल बिल्कुल ठीक है भी जिथे सस्पीशियस एक्टिविटी होण वैबसाइट तो बचो, बचो कहना जिन्ना हो सकता है ना। फिर हैगा सर्फ ऑन वैब कॉन्शियसली। सर्फ तो हुण ये नहीं है भी सर्फ एक्सल दाग अच्छे है, सर्फ करना हुंदा है इन वैबसाइट नूं सर्फिंग नहीं कर रहे आप, चलाउणा वरतना, तो उन्होंने कहना भी कॉन्शियसली कॉन्शियसली लिखा ना काम करो, तो बोथ 1 and 2 डी ठीक है। अगला, विच द फॉलोइंग इज शॉर्टकट टू सिलेक्ट एवरीथिंग इन MS वर्ड 2019। ये तो बहुत सौखा है, हरेक कुछ सिलेक्ट ऑल कंट्रोल A, कॉपी के लिए कंट्रोल C, कट के लिए कंट्रोल X, पेस्ट के लिए कंट्रोल B, तो अंडू के लिए कंट्रोल Z, तो रीड के लिए कंट्रोल Y। अगला, व्हाट इज द फुल फॉर्म SSD। SSD अपन पता की होंदी, SSD मैमरी है, हायरार्की दे विच पढ़ चुके हैं, स्पीड ज़्यादा होंदी है हार्ड डिस्क के नालों, होंदी है सॉलिड स्टेट ड्राइव। क्लीयर हुई गल, बी आंसर। अगला, वॉइस कम्युनिकेशन यूजिंग टैलीफोन इज एग्जाम्पल ऑफ फुल डुप्लैक्स, सिंपलैक्स, हाफ डुप्लैक्स, वन वे। 3 तरह के होंगे ने। सिंपलैक्स जिहड़ा सेंडर सिर्फ सेंड कर सकता है, रिसीवर रिसीव कर सकता, जिमें आप कह लीए माउस का कम्युनिकेशन है, कीबोर्ड ते टीवी ते रेडियो, ये सिर्फ रिसीवर रिसीव ही कर सकता। हुण रेडियो ते आपां ये तो नहीं कह सकते भी सानू आह गाना ला दो, अड फोन करके कह सकते हैं, रेडियो के विच दी नहीं कह सकते, टीवी के विच दी नहीं कह सकते भी गाना बदल दो, मैं इधर को देखो टीवी इधर है ना, तो नहीं ठीक है ठीक है। तो हाफ डुप्लैक्स हुंदा है
ਕਹਿੰਦਾ ਜਿਹਦੇ ਵਿੱਚ ਦੋਨੋਂ ਸੈਂਡਰ ਤੇ ਰਿਸੀਵਰ ਸੈਂਡ ਵੀ ਕਰ ਸਕਦੇ ਆ, ਰਿਸੀਵ ਵੀ ਕਰ ਸਕਦੇ ਆ, ਬਟ ਰਸਤਾ ਇੰਨਾ ਕੁ ਤੰਗ ਹੈ ਜਦੋਂ ਸੈਂਡਰ ਸੈਂਡ ਕਰ ਰਿਹਾ ਰਿਸੀਵਰ ਖੜਾ ਇੱਥੇ, ਐਂ ਕਹਿ ਲਓ ਤੰਗ ਜਿਹਾ ਪੁਲ ਹੈ, 4 ਫੁੱਟ ਚੌੜਾ ਪੁਲ ਹੈ, ਇਹਦੇ ਵਿੱਚੋਂ ਗੱਡੀ ਜਾਂ ਤਾਂ ਇੱਧਰ ਜਾ ਸਕਦੀ ਹੈ ਜਾਂ ਇੱਧਰ, ਦੋਨੇ ਜਾ ਕੇ ਫਸ ਜਾਣਗੀਆਂ, ਕੀ ਹੋ ਜਾਊਗਾ, ਕੋਲੀਜਨ ਹੋ ਜਾਊਗਾ। ਤਾਂ ਹਾਫ ਡੁਪਲੈਕਸ ਦੇ ਵਿੱਚ ਡੇਟਾ ਕੈਨ ਬੀ ਟਰਾਂਸਮਿਟਡ ਇਨ ਬੋਥ ਡਾਇਰੈਕਸ਼ਨ ਬਟ ਐਟ ਏ ਟਾਈਮ ਓਨਲੀ ਇਨ ਵਨ ਡਾਇਰੈਕਸ਼ਨ। ਫੁੱਲ ਡੁਪਲੈਕਸ ਦੋ ਰਸਤੇ ਨੇ, ਜਾਣ ਦਾ ਅੱਡ ਤੇ ਆਉਣ ਦਾ ਅੱਡ। ਤਾਂ ਇੱਥੇ ਫਿਰ ਜਿਵੇਂ ਆਪਣੇ ਕੋਲੇ ਮੋਬਾਈਲ ਫੋਨ ਵਗੈਰਾ ਹੋ ਗਿਆ ਹੈ ਨਾ, ਉਹ ਸਾਰਾ ਕੀ ਹੈ ਟੈਲੀਫੋਨ 'ਚ ਹੀ ਪੁੱਛ ਰਿਹਾ, ਤਾਂ ਫੁੱਲ ਡੁਪਲੈਕਸ। ਕਲੀਅਰ ਹੋਈ ਗੱਲ, ਇਹ ਆਨਸਰ। ਅਗਲਾ ਕੁਐਸਚਨ ਹੈ, ਬਹੁਤ ਵਧੀਆ ਕੁਐਸਚਨ ਹੈ, ਵੈਸੇ ਮੈਂ ਫਾਇਰਬਾਲ ਤੇ ਬਹੁਤ ਕਰਾਏ ਹੋਏ ਨੇ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਇੱਥੇ ਐਸ ਹੋਣਾ ਸੀਗਾ ਯਾਰ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ, ਐਸ ਜਾਂ ਐਸ ਇੱਕ ਵੀ ਹੋ ਸਕਦਾ ਕਿਉਂਕਿ ਆਨਸਰ 1-2 ਵੀ ਹੈਗੇ ਨੇ। ਫਾਇਰਬਾਲ ਕੈਨ ਬੀ ਕੰਬੀਨੇਸ਼ਨ ਆਫ ਹਾਰਡਵੇਅਰ ਐਂਡ ਸੌਫਟਵੇਅਰ, ਇਹ ਮੈਂ ਗੱਲ ਦੱਸ ਚੁੱਕਿਆ ਵੀ ਫਾਇਰਬਾਲ ਦੋਨੋਂ ਹੀ ਹੋ ਸਕਦੇ ਨੇ, ਪਹਿਲੀ ਠੀਕ ਹੈ। ਫਾਇਰਬਾਲ ਇਜ਼ ਨੋਰਮਲੀ ਇੰਸਟਾਲਡ ਔਨ ਸਰਵਰ ਐਂਡ ਰਾਊਟਰਸ, ਇਹ ਵੀ ਗੱਲ ਠੀਕ ਹੈ, ਸਰਵਰ ਜਾਂ ਰਾਊਟਰ ਤੇ ਇੰਸਟਾਲਡ ਹੁੰਦੀ ਹੈ ਨਾ। ਇੱਥੇ ਆਨਸਰ ਦੇ ਵਿੱਚ ਗੜਬੜ ਦਿੱਤਾ ਹੋਇਆ, ਇੱਥੇ ਆਉਣਾ ਸੀਗਾ ਆਲ, ਆਨਸਰ ਸੀ ਗਲਤ ਦਿੱਤਾ ਹੋਇਆ ਵੀ, ਇੱਥੇ ਆਉਣਾ ਸੀ 1 2 ਐਂਡ 3, ਠੀਕ ਹੈ, ਟਾਈਪਿੰਗ ਮਿਸਟੇਕ ਹੈ। ਜਦੋਂ ਪਹਿਲਾਂ ਤਾਂ ਮੈਨੂੰ ਪਤਾ ਲੱਗ ਗਿਆ ਸੀ, ਮੈਂ ਟਾਈਪ ਕਰਤਾ, ਪਰ ਫਿਰ ਮੈਂ ਭੁੱਲ ਗਿਆ ਇਹਨੂੰ ਚੇਂਜ ਕਰਨਾ, ਤੇ ਹੁਣ ਚੇਂਜ ਕਰ ਦਿੰਦੇ ਆਪਾਂ। ਇੰਨਾ ਕੁ ਤਾਂ ਮੰਨ ਜਾਓਗੇ ਨਾ ਗੱਲ, ਐਂ ਤਾਂ ਨਹੀਂ ਕਹਿੰਦੇ ਵੀ ਇਹ ਗਲਤ ਕਰਾ ਰਿਹਾ ਬੰਦਾ, ਠੀਕ ਹੈ। ਤੇ ਅਗਲਾ, ਫਾਇਰਬਾਲ ਇਜ਼ ਨੋਰਮਲੀ ਇੰਸਟਾਲਡ ਔਨ ਸਰਵਰ ਐਂਡ ਰਾਊਟਰ, ਇਹ ਬਿਲਕੁਲ ਠੀਕ ਹੈ, ਸਰਵਰ ਜਾਂ ਰਾਊਟਰ ਤੇ ਇੰਸਟਾਲ ਹੁੰਦੀ ਹੈ ਜਿਹੜੀ ਸੌਫਟਵੇਅਰ ਫਾਇਰਬਾਲ ਹੈ। ਜਿਹੜੀ ਹਾਰਡਵੇਅਰ ਉਹਦਾ ਸਪੈਸ਼ਲੀ ਡਿਵਾਈਸ ਲੱਗਿਆ ਹੁੰਦਾ, ਉਹ ਹਾਰਡਵੇਅਰ ਡਿਵਾਈਸ ਦੇ ਵਿੱਚ ਹੀ ਹੁੰਦੀ ਹੈ। ਲਿਸਟ ਆਫ ਵੈਬਸਾਈਟ ਕੈਨ ਬੀ ਲਿਸਟਡ ਇਨ ਏ ਫਾਇਰਬਾਲ ਟੇਬਲ ਰਿਸਟ੍ਰਿਕਟਿੰਗ ਅਨਵਾਂਟਡ ਪ੍ਰੋਗਰਾਮ ਟੂ ਐਕਸੈਸ ਦੀ ਸਿਸਟਮ, ਇਹ ਵੀ ਗੱਲ ਠੀਕ ਹੈ, ਤਿੰਨੋਂ ਗੱਲਾਂ ਠੀਕ ਨੇ। ਇਹ ਫਾਇਰਬਾਲ ਹੁੰਦੀ ਹੈ, ਇਹ ਹੋਮ ਨੈਟਵਰਕ ਹੈ, ਇੰਟਰਨੈਟ ਹੈ। ਇੱਥੇ ਫਾਇਰਬਾਲ ਦਾ ਕੀ ਕੰਮ ਹੁੰਦਾ ਹੈ, ਮੋਨੀਟਰ ਕਰਨਾ, ਇਹ 3 ਸ਼ਬਦ ਪੁੱਛ ਲੈਂਦੇ ਆ, ਬਹੁਤ ਵਾਰੀ ਪੁੱਛਿਆ ਗਿਆ। ਮੋਨੀਟਰ ਗਲਤ ਪੈ ਗਿਆ, ਮੈਂ MONITER, ਮੋਨੀਟਰ, ਐਨਾਲਿਸਿਸ ਐਨਾਲਾਈਜ਼ ਕਰਨਾ, ਮੋਨੀਟਰ ਕਰਨਾ, ਤੇ ਹੋਰ ਪਤਾ ਨਹੀਂ ਕੀ ਸੀਗਾ ਇੱਕ ਸ਼ਬਦ ਹੋਰ ਤੀਜਾ ਮੈਂ ਭੁੱਲ ਗਿਆ, ਇਨਵੈਸਟੀਗੇਸ਼ਨ ਕਰਨਾ। ਜਿਹੜਾ ਡਾਟਾ ਤੇ ਰੂਲ, ਇੱਥੇ ਰੂਲ ਪਾਏ ਹੋਣਗੇ, ਇੱਥੇ ਟੇਬਲ ਬਣਿਆ ਹੋਊਗਾ, ਰਾਊਟਿੰਗ ਟੇਬਲ ਬਣਿਆ ਹੋਊਗਾ, ਇਹ 'ਤੇ ਲਿਖਿਆ ਹੋਊਗਾ ਵੀ ਇਹਨੂੰ ਡਿਨਾਈ ਕਰਤਾ, ਜਿਵੇਂ ਲਾ ਇਹ ਡਿਨਾਈ ਹੈ, ਇਹ ਪਰਮਿਟ ਹੈ, ਇਹ ਡਿਨਾਈ ਹੈ, ਅਲਾਓ ਹੈ, ਡਿਨਾਈ ਹੈ, ਇਸ ਤਰ੍ਹਾਂ ਕਰਕੇ ਐਂ ਟੇਬਲ ਹੁੰਦਾ ਆਪਣੇ ਕੋਲ। ਜਿਵੇਂ ਸੋਰਸ IP ਹੈ, ਜਿਹੜਾ 192.168.21.0 ਤੋਂ ਕੋਈ ਵੀ ਮੈਸੇਜ ਆਵੇ ਸਾਨੂੰ, ਉਹਨੂੰ ਅਸੀਂ ਐਕਸ਼ਨ ਉਹਦੇ 'ਤੇ ਡਿਨਾਈ ਹੈ, ਰੋਕਿਆ ਹੋਇਆ। ਫਿਰ ਕੋਈ ਡੈਸਟੀਨੇਸ਼ਨ ਪੋਰਟ 23 ਨੰਬਰ ਹੈ, 23 ਨੰਬਰ ਕਮਰੇ 'ਚੋਂ, 23 ਨੰਬਰ ਪੋਰਟ 'ਚੋਂ ਕੁਛ ਵੀ ਆਵੇ, ਉਹਨੂੰ ਡਿਨਾਈ ਕਰ ਦੇਣਾ। ਤੇ ਡੈਸਟੀਨੇਸ਼ਨ ਐਡਰੈਸ ਜਿਹੜਾ ਅਸੀਂ ਆਪਦੇ ਨੈਟਵਰਕ ਦੇ ਵਿੱਚੋਂ 192.168.21.3 ਤੇ ਭੇਜਣਾ ਹੈ, ਉਹ ਵੀ ਡਿਨਾਈ ਹੈ, ਰੋਕਿਆ ਹੋਇਆ। ਤੇ ਜੇ ਕੋਈ ਮੈਸੇਜ 192.68.0 ਤੋਂ ਆ ਰਿਹਾ ਹੈ ਤੇ ਪੋਰਟ ਨੰਬਰ ਉਹਦਾ 1023 ਤੋਂ ਗ੍ਰੇਟਰ ਹੈ, ਤਾਂ ਉਹਨੂੰ ਅਲਾਓ ਕਰ ਦਿਓ। ਤਾਂ ਇਹ ਟੇਬਲ ਬਣਿਆ ਹੁੰਦਾ ਫਾਇਰਬਾਲ ਤੇ। ਆਹ ਦੇਖੋ, ਆਹ ਰਾਊਟਰ ਹੈ, ਰਾਊਟਰ ਤੇ ਆਹ ਫਾਇਰਬਾਲ ਟੇਬਲ ਹੈ, ਰੂਲ ਦਾ ਟੇਬਲ ਹੈ। ਪਹਿਲਾ ਸੋਰਸ IP ਹੈ, ਡੈਸਟੀਨੇਸ਼ਨ IP ਹੈ, TCP ਪ੍ਰੋਟੋਕੋਲ ਯੂਜ਼ ਕਰਦਾ, ਪੋਰਟ ਨੰਬਰ ਇਹਨਾਂ, ਇਹਨੂੰ ਪਰਮਿਟ ਕਰ ਦਿਓ। ਤੇ ਜੇ ਡੈਸਟੀਨੇਸ਼ਨ ਤੇ ਸਾਡੇ ਨੈਟਵਰਕ ਦੇ ਵਿੱਚੋਂ, ਹੋਮ ਨੈਟਵਰਕ ਦੇ ਵਿੱਚੋਂ ਜਾ ਰਿਹਾ ਬਾਹਰ, ਇਹ ਵਾਲੇ IP ਤੇ ਬੰਦਾ ਸਰਚ ਮਾਰ ਰਿਹਾ, ਉਹਨੂੰ ਆਪਾਂ ਡਿਨਾਈ ਕਰ ਦਿਓ। ਜਿਵੇਂ ਫੇਸਬੁੱਕ ਬੰਦ ਕੀਤੀ ਹੁੰਦੀ ਹੈ ਮੋਸਟਲੀ ਯੂਨੀਵਰਸਿਟੀ ਦੇ ਵਿੱਚ, ਉੱਥੇ ਡੈਸਟੀਨੇਸ਼ਨ ਦਾ IP ਦਾ ਡੈਸਟੀਨੇਸ਼ਨ ਫੇਸਬੁੱਕ ਦਾ ਪਾ ਕੇ ਉੱਥੇ ਕੀ ਕਰ ਦਿੰਦੇ ਨੇ, ਡਿਨਾਈ ਕਰ ਦਿੰਦੇ ਨੇ। ਪ੍ਰੋਟੋਕੋਲ ਕਿਹੜੀ ਮਰਜ਼ੀ ਵਰਤੇ, ਬਸ ਇਹ IP ਤੇ ਅਸੀਂ ਐਕਸੈਸ ਨਾ ਕਰ ਸਕੀਏ। ਫਿਰ ਇੱਥੋਂ ਲੰਘਣ ਦੇ ਲਈ, ਇਹਨੂੰ ਮੂਰਖ ਬਣਾਉਣ ਦੇ ਲਈ ਆਪਾਂ ਇੱਕ ਚੀਜ਼ ਵਰਤੀ ਸੀ, ਤੁਹਾਨੂੰ ਯਾਦ ਹੋਣੀ ਹੈ, VPN, ਵਰਚੁਅਲ ਪ੍ਰਾਈਵੇਟ ਨੈਟਵਰਕ ਸੀਗਾ, ਜਿਹੜਾ ਇੱਥੋਂ ਬਾਈਪਾਸ ਕਰਾ ਦਿੰਦਾ ਸੀ, ਜਾਂ ਪ੍ਰੋਕਸੀ ਸਰਵਰ ਵੀ ਵਰਤਿਆ ਜਾਂਦਾ ਸੀ, ਠੀਕ ਹੈ। ਸੋ ਤਿੰਨੋਂ ਹੀ ਇਹ ਠੀਕ ਨੇ, ਆਨਸਰ C ਹੈ, ਕਿਉਂਕਿ ਆਪਾਂ ਚੇਂਜ ਕਰ ਚੁੱਕੇ ਹਾਂ 1 2 ਐਂਡ 3। ਠੀਕ ਹੋਈ ਗੱਲ। ਆਹ ਫਾਇਰਬਾਲ ਮੈਂ ਤੁਹਾਨੂੰ ਡਾਇਗਰਾਮ ਬਹੁਤ ਵਾਰੀ ਦਿਖਾ ਚੁੱਕਿਆ, ਇਹ ਰੋਕਦੀ ਹੈ, ਜਿਹਨਾਂ ਨੂੰ ਆਪਾਂ ਡਿਨਾਈ ਕਰਤਾ ਉਹ ਰੁਕੀ ਜਾਣਗੇ, ਬਾਕੀ ਲੱਗੀ ਜਾਣਗੇ ਜਿਹਨਾਂ ਨੂੰ ਅਲਾਓ ਕਰਤਾ। ਕਲੀਅਰ। ਅਗਲਾ ਕੁਐਸਚਨ, ਇਨ QWERTY ਬਾਈ ਕੀਬੋਰਡ ਹਾਊ ਮੈਨੀ ਫੰਕਸ਼ਨ ਕੀਜ਼ ਆਰ ਦੇਅਰ, ਕਿੰਨੀਆਂ ਫੰਕਸ਼ਨ ਕੀ ਵਰਤੀਆਂ ਜਾ ਸਕਦੀਆਂ ਨੇ। ਇਹਦਾ ਤੁਹਾਨੂੰ ਪਤਾ ਹੈ ਵੀ ਕੀਬੋਰਡ ਤੇ F1 ਤੋਂ ਲੈ ਕੇ F12 ਤੱਕ, ਇਹਦਾ 11 12 ਤੱਕ ਟੋਟਲ 12 ਫੰਕਸ਼ਨ ਕੀ ਹੁੰਦੀਆਂ ਨੇ। ਤੇ ਆ ਬੈਕ ਸਪੇਸ ਹੈ, ਆ ਸਕੇਪ ਕੀ ਹੈ, ਤਾਂ ਪਤਾ ਹੀ ਹੈ ਤੁਹਾਨੂੰ ਸਾਰੀਆਂ ਯਾਰ। ਇੱਥੇ ਜੇ ਪੰਕਚੁਏਸ਼ਨ ਕੀ ਹੁੰਦੀਆਂ ਨੇ, ਮੈਂ 3-4 ਉਹ ਵੀ ਕਰਾਇਆ ਹੋਇਆ ਮੈਨੂੰ ਲੱਗਦਾ ਸ਼ਾਇਦ। ਤੇ ਨਿਊਮੈਰਿਕ ਕੀ ਹੁੰਦੀਆਂ ਨੇ, ਇਹ ਨੈਵੀਗੇਸ਼ਨ ਐਂਡ ਐਡੀਟਿੰਗ ਕੀ ਹੁੰਦੀਆਂ ਨੇ। ਕਲੀਅਰ। ਆਨਸਰ ਫਿਰ C ਹੈ 12। ਅਗਲਾ ਕੁਐਸਚਨ ਹੈ, ਮੈਚ ਦੀ ਫੋਲੋਇੰਗ ਵਿਦ ਰੈਫਰੈਂਸ ਟੂ ਇਨਪੁਟ ਡਿਵਾਈਸ। ਕਹਿੰਦਾ ਇਨਪੁਟ ਡਿਵਾਈਸ ਦੇ ਨਾਲ ਮੈਚ ਕਰੋ। ਇਮੇਜ ਸਕੈਨਰ, ਇਮੇਜ ਸਕੈਨਰ ਵਾਸਤੇ ਲਾਈਟ ਪੈਨ, ਫਲੈਟ ਬੈੱਡ। ਹਾਂ, ਸਕੈਨਰ ਵਾਸਤੇ ਫਲੈਟ ਬੈੱਡ ਚਾਹੀਦਾ ਨਾ। ਦੇਖੋ ਸਕੈਨਰ ਹੈ, ਇਹਦਾ ਬੈੱਡ ਫਲੈਟ ਹੋਣਾ ਚਾਹੀਦਾ ਤਾਂ ਹੀ ਸਕੈਨ ਕਰੂਗਾ, ਅਦਰਵਾਈਜ਼ ਇਹ ਕਰਦਾ ਨਹੀਂ। ਤਾਂ ਇਮੇਜ ਸਕੈਨਰ ਦੇ ਲਈ ਫਲੈਟ ਬੈੱਡ, ਯਾਨੀ ਕਿ ਪਹਿਲੇ ਦਾ 2 ਗੇਟ ਦਾ ਇੱਕ 'ਚ ਹੀ ਆਨਸਰ ਤਾਂ C ਹੈ, ਪਰ ਅੱਗੇ ਵੀ ਜਾਵਾਂਗੇ ਆਪਾਂ। ਮਾਊਸ
ਮਾਊਸ ਦੇ ਵਿੱਚ ਕਹਿੰਦੇ ਵੀ ਮਿੱਤਰੋ ਆਪਟੀਕਲ ਲਾਈਟ ਹੁੰਦੀ ਹੈ, ਵੀ ਗੱਲ ਠੀਕ ਹੈ। ਇਲੈਕਟ੍ਰੋਨਿਕ ਪੈਨ ਲਾਈਟ ਪੈਨ ਹੁੰਦਾ, ਇਹ ਦੱਸ ਦੇਣਾ ਥੋੜਾ ਜਿਹਾ। ਮਾਊਸ ਦੇ ਵਿੱਚ ਆਪਟੀਕਲ ਲਾਈਟ ਹੁੰਦੀ ਹੈ, ਜਿਹੜਾ ਪੈਨ ਹੁੰਦਾ ਇਹ ਲਾਈਟ ਪੈਨ ਇਜ਼ ਏ ਲਾਈਟ ਸੈਂਸਿਟਿਵ ਪੁਆਇੰਟਿੰਗ ਇਨਪੁਟ ਹੁੰਦੀ ਹੈ। ਜਦੋਂ ਲਾਈਟ ਨੂੰ ਸੈਂਸਿਟਿਵ ਕਰਦਾ, ਮੇਰੇ ਕੋਲੇ ਵੀ ਇਹ ਲਾਈਟ ਪੈਨ ਹੈ, ਤਾਂ ਇਹ ਲਾਈਟ ਸੈਂਸਿਟਿਵ ਪੁਆਇੰਟਿੰਗ ਇਨਪੁਟ ਡਿਵਾਈਸ ਹੈ, ਕਾਮਨਲੀ ਯੂਜ਼ ਟੂ ਸਿਲੈਕਟ ਔਰ ਅਦਰਵਾਈਜ਼ ਮੋਡੀਫਾਈ ਦੀ ਟੈਕਸਟ ਔਰ ਡੇਟਾ ਔਨ ਦਾ ਸਕਰੀਨ। ਤਾਂ ਫਿਰ ਇਹਦਾ ਆਨਸਰ ਸੀ ਹੈ, ਠੀਕ ਹੈ। ਅਗਲਾ ਕੁਐਸਚਨ ਬਹੁਤ ਵਧੀਆ ਕੁਐਸਚਨ ਹੈ ਵੀ, ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਜਾਵਾਸਕ੍ਰਿਪਟ ਇਜ਼ ਏ ਸਕ੍ਰਿਪਟ ਫॉर ਇੰਟਰਨੈਟ ਐਪਲੀਕੇਸ਼ਨ ਟੂ ਕ੍ਰੀਏਟ ਫਾਰਮ ਟੇਬਲਸ ਐਂਡ GUI। ਹੁਣ ਦੇਖੋ એનર્ਜੀ ਜੀ ਆ ਗਈ ਨਾ ਥੋੜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਸੁਣਾਈ ਸੀ ਵੀ ਆਪਾਂ ਖੇਤ ਜਾਂਦੇ ਆ, ਬਲਦ ਲੈ ਕੇ ਜਾਂਦੇ ਆ, ਜਾਂਦਾ ਹੌਲੀ ਹੌਲੀ ਜਾਂਦਾ, ਜਦੋਂ ਉਹਨੂੰ ਖੇਤੋਂ ਜਾ ਕੇ ਪਤਾ ਲੱਗ ਜੇ ਹੱਥ ਨੇ ਵੀ ਘਰੇ ਜਾਣਾ, ਫਿਰ ਸਪੀਡ ਖਿੱਚਦਾ। ਹੁਣ ਮੈਨੂੰ ਪਤਾ ਲੱਗ ਗਿਆ ਵੀ ਲਾਸਟ ਕੁਐਸਚਨ ਹੈ, ਹੁਣ ਦੇਖੋ ਜੋਸ਼ ਜਾ ਗਿਆ, ਤੁਸੀਂ ਵੀ ਖੁਸ਼ ਹੋ ਗਏ ਹੋਵੋਗੇ ਵੀ ਲੈ ਖਤਮ ਹੋ ਗਿਆ ਕੰਮ, ਹੈ ਨਾ, ਕਿੰਨਾ ਕੁਛ ਨਵਾਂ ਸਿੱਖ ਲਿਆ। ਤਾਂ ਆਪਾਂ ਪੜ੍ਹਦੇ ਹਾਂ, ਕਹਿੰਦਾ ਜਾਵਾਸਕ੍ਰਿਪਟ ਇਜ਼ ਏ ਸਕ੍ਰਿਪਟ ਫॉर ਇੰਟਰਨੈਟ ਐਪਲੀਕੇਸ਼ਨ ਟੂ ਕ੍ਰੀਏਟ ਫਾਰਮ ਕ੍ਰੀਏਟ ਕਰਨ ਲਈ ਵਰਤੀ ਜਾਂਦੀ ਹੈ, ਟੇਬਲਸ ਬਣਾਉਣ ਦੇ ਲਈ ਤੇ GUI ਕੰਪੋਨੈਂਟਸ ਦੇ ਲਈ। ਫਿਰ ActiveX ਹੈ ਜਿਹੜਾ ਸਪੋਰਟ ਕਰਦਾ ਹੈ ਸਾਰੇ ਫੀਚਰ ਇੰਟਰਨੈਟ ਦੇ, ਤੇ ASP.NET ਨੇ ਜਿਹੜੇ ਇਹ ਇੰਟਰਨੈਟ ਦੀ ਐਨਹਾਂਸਮੈਂਟ ਦੇ ਵਿੱਚ ਹੈਲਪ ਕਰਦੇ ਨੇ। ਆਨਸਰ ਤਾਂ ਯਾਰ B ਪਹਿਲਾਂ ਹੀ ਡਿਸਪਲੇ ਹੋ ਗਿਆ, ਮੈਂ ਕੱਟਣਾ ਭੁੱਲ ਗਿਆ, ਚਲੋ ਕੋਈ ਗੱਲ ਨਹੀਂ, ਤੁਸੀਂ ਦੇਖੇ ਨਹੀਂ ਹੋਣਾ, ਮੈਂ ਦੇਖ ਲਿਆ ਨਾ, ਤੁਸੀਂ ਤਾਂ ਉਹ ਵੀ ਪੜ੍ਹ ਰਹੇ ਹੋਗੇ। ਚਲੋ ਆ ਜਾਓ, ਜਾਵਾਸਕ੍ਰਿਪਟ ਮੈਂ ਕਿਸੇ ਹੋਰ ਵੀਡੀਓ 'ਚ ਵੀ ਦੱਸ ਚੁੱਕਿਆ। ਜਾਵਾਸਕ੍ਰਿਪਟ ਇਜ਼ ਏ ਸਕ੍ਰਿਪਟਿੰਗ ਔਰ ਪ੍ਰੋਗਰਾਮਿੰਗ ਲੈਂਗੁਏਜ ਦੈਟ ਅਲਾਉਜ਼ ਯੂ ਟੂ ਇੰਪਲੀਮੈਂਟ ਕੰਪਲੈਕਸ ਫੀਚਰ ਔਨ ਵੈਬ ਪੇਜਸ। ਕਿਹੜੇ ਕੰਪਲੈਕਸ ਫੀਚਰਾਂ ਨੂੰ ਅਲਾਉ ਕਰਨ ਲਈ ਜਾਵਾਸਕ੍ਰਿਪਟ ਵਰਤੀ ਜਾਂਦੀ ਹੈ? ਡਿਸਪਲੇਇੰਗ ਦਾ ਟਾਈਮਲੀ ਕੰਟੈਂਟ ਅਪਡੇਟ, ਜਿਹੜੇ ਟਾਈਮ ਨਾਲ ਅਪਡੇਟ ਹੁੰਦੇ ਨੇ, ਜਿਹਨੂੰ ਅਸੀਂ ਵੈਬਸਾਈਟ ਖੋਲ੍ਹਦੇ ਹਾਂ ਉੱਥੇ ਅਪਡੇਟ ਨਹੀਂ ਹੋ ਰਹੀਆਂ ਹੁੰਦੀਆਂ ਚੀਜ਼ਾਂ, ਉਹ ਜਾਵਾਸਕ੍ਰਿਪਟ ਦਾ ਕੰਮ ਹੁੰਦਾ। ਤਾਂ ਸਿੰਪਲੀ ਜਿਹੜੀ ਸਿੰਪਲ ਵੈਬ ਹੁੰਦੀ ਹੈ, ਪੈਸਿਵ ਵੈਬ, ਉਹ HTML ਦੇ ਵਿੱਚ ਬਣੀ ਹੁੰਦੀ ਹੈ। HTML ਦੇ ਵਿੱਚ ਕੋਈ ਵੀ ਐਨੀਮੇਸ਼ਨਾਂ ਨਹੀਂ ਬਣਦੀਆਂ। ਐਨੀਮੇਸ਼ਨਾਂ ਬਣਾਉਣ ਦੇ ਲਈ, 2D 3D ਬਣਾਉਣ ਦੇ ਲਈ, ਗ੍ਰਾਫਿਕ ਬਣਾਉਣ ਦੇ ਲਈ, ਵੀਡੀਓ ਸਕਰੋਲ ਕਰਨ ਦੇ ਲਈ, ਜੂਕ ਬਾਕਸ ਬਣਾਉਣ ਦੇ ਲਈ ਕਿਹੜੀ ਚੀਜ਼ ਵਰਤੀ ਜਾਂਦੀ ਹੈ? ਜਾਵਾਸਕ੍ਰਿਪਟ। ਤਾਂ ਜਾਵਾਸਕ੍ਰਿਪਟ ਐਂ ਕਹਿ ਲਓ ਵੀ ਸੁਰਖੀ ਬਿੰਦੀ ਲਾਉਣ ਦਾ ਕੰਮ ਕਰਦੀ ਹੈ। ਪੇਜ ਬਣ ਜਾਂਦਾ HTML 'ਚ, ਜਾਵਾਸਕ੍ਰਿਪਟ ਉਹਦੇ 'ਤੇ ਹੋਰ ਜ਼ਿਆਦਾ ਹਾਰ ਸ਼ਿੰਗਾਰ ਲਾਉਂਦੀ ਹੈ, ਚੀਜ਼ ਵਧੀਆ ਹੋ ਜਾਂਦੀ ਹੈ। ਤਾਂ ਦੇਖੋ ਆਹ ਕੰਮ ਸਾਰਾ ਜਿਹੜਾ ਇਹ ਜਾਵਾਸਕ੍ਰਿਪਟ ਦਾ ਕੰਮ ਹੈ। ਐਨੀਮੇਸ਼ਨ ਹੋ ਰਹੀ ਹੈ ਨਾ, ਇਹ HTML 'ਚ ਪੋਸੀਬਲ ਨਹੀਂ ਹੈ। ਫਿਰ ਆ ਗਿਆ ActiveX। ActiveX is a set of object-oriented programming technology and tool that Microsoft developed for Internet Explorer। ActiveX ਹੈ ਨਾ ਜਿਹੜਾ ਇਹ ਮਾਈਕਰੋਸੌਫਟ ਨੇ ਬਣਾਇਆ ਸੀ, ਕਿਹਦੇ ਵਾਸਤੇ? ਇੰਟਰਨੈਟ ਐਕਸਪਲੋਰਰ ਵਾਸਤੇ। ਕਾਹਦੇ ਵਾਸਤੇ? ਟੂ ਫੈਸਿਲਿਟੀ ਰਿਚ ਮੀਡੀਆ ਪਲੇਬੈਕ। ਤਾਂ ਕਈ ਹੁਣ ਤੁਸੀਂ ਦੇਖਿਆ ਹੋਣਾ, ਕਈ ਬਰਾਊਜ਼ਰਾਂ 'ਚ ਕਈ ਚੀਜ਼ਾਂ ਚੱਲਦੀਆਂ ਨਹੀਂ, ਇੰਟਰਨੈਟ ਐਕਸਪਲੋਰਰ 'ਚ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ। ਕਈ ਵਾਰੀ ਕੋਈ ਟੈਸਟ ਲੈਣ ਵਾਲੀਆਂ ਏਜੰਸੀਆਂ ਕਹਿੰਦੀਆਂ ਨੇ ਇਹ ਇੰਟਰਨੈਟ ਐਕਸਪਲੋਰਰ 'ਚ ਹੀ ਚੱਲੂਗਾ ਕੰਮ, ਤੇ ਆਪਾਂ ਇੰਟਰਨੈਟ ਐਕਸਪਲੋਰਰ 'ਚ ਖੋਲ੍ਹਦੇ ਹਾਂ। ਵੈਸੇ ਤਾਂ ਉਹ ਬੇਕਾਰ ਜਿਹਾ ਲੱਗਦਾ, ਕਿਉਂਕਿ ਸਰਕਾਰੀ ਹੈ, ਸਰਕਾਰੀ ਤਾਂ ਨਹੀਂ ਕਹਿ ਸਕਦੇ ਵੀ ਉਹ ਇਹਨਾਂ ਦਾ ਹੈ, ਮਾਈਕਰੋਸੌਫਟ ਦਾ ਆਪਦਾ ਹੈ। ਹੋਰ ਜਿਵੇਂ ਮੋਜ਼ਿਲਾ ਫਾਇਰਫੌਕਸ ਹੈ, ਕਰੋਮ ਹੈ, ਉਹ ਜ਼ਿਆਦਾ ਵਧੀਆ ਲੱਗਦੇ ਨੇ ਆਪਾਂ ਨੂੰ, ਕਿਉਂਕਿ ਉਹੀ ਯੂਜ਼ ਕਰਦੇ ਹਾਂ। ਤਾਂ ਇੰਟਰਨੈਟ ਐਕਸਪਲੋਰਰ 'ਚ ਹੀ ਫਾਰਮ ਭਰਿਆ ਜਾਂਦਾ ਹੁੰਦਾ। ਕਈ ਚੀਜ਼ਾਂ ਜਿਹੜੀਆਂ ਕਈ ਵਾਰੀ ਨਾ ਐਂ ਹੁੰਦਾ ਵੀ ਪ੍ਰੋਬਲਮ ਆਪਣੀ ਆ ਰਹੀ ਹੁੰਦੀ ਹੈ, ਰੋਲ ਨੰਬਰ ਵਗੈਰਾ ਨਹੀਂ ਖੁੱਲ੍ਹ ਰਿਹਾ ਹੁੰਦਾ, ਸਾਈਟ ਨਹੀਂ ਓਪਨ ਹੋ ਰਹੀ ਹੁੰਦੀ, ਉਹਦਾ ਸੋਲਿਊਸ਼ਨ ਇਹ ਹੁੰਦਾ ਵੀ ਬਰਾਊਜ਼ਰ ਬਦਲ ਕੇ ਦੇਖ ਲਓ। 3-4 ਬਰਾਊਜ਼ਰ ਰੱਖਿਆ ਕਰੋ। ਇੰਟਰਨੈਟ ਐਕਸਪਲੋਰਰ ਅੱਜ ਕੱਲ੍ਹ ਐਜ ਆ ਰਿਹਾ ਨਵੀਂ ਵਿੰਡੋ 'ਚ, ਕਰੋਮ ਰੱਖਿਆ ਕਰੋ, ਮੋਜ਼ਿਲਾ ਫਾਇਰਫੌਕਸ ਤੇ ਓਪੇਰਾ, UC ਵੀ ਰੱਖ ਸਕਦੇ ਹੋ, ਠੀਕ ਹੈ। ਬਰਾਊਜ਼ਰ ਚੇਂਜ ਕਰਨ ਨਾਲ ਕਈ ਵਾਰੀ ਪ੍ਰੋਬਲਮਾਂ ਸੋਲਵ ਹੋ ਜਾਂਦੀਆਂ ਨੇ। ਅਗਲਾ ਪੁਆਇੰਟ ਹੈ, ਐਸੈਂਸ਼ੀਅਲੀ ਇੰਟਰਨੈਟ ਐਕਸਪਲੋਰਰ ਯੂਜ਼ ਦੀ ActiveX ਸੌਫਟਵੇਅਰ। ਇੰਟਰਨੈਟ ਐਕਸਪਲੋਰਰ ਹੈ ਜਿਹੜਾ ActiveX ਸੌਫਟਵੇਅਰ ਫਰੇਮਵਰਕ ਯੂਜ਼ ਕਰਦਾ ਟੂ ਲੋਡ ਅਦਰ ਐਪਲੀਕੇਸ਼ਨ ਇਨ ਦਾ ਬਰਾਊਜ਼ਰ। ਬਰਾਊਜ਼ਰ ਦੇ ਵਿੱਚ ਆਪਾਂ ਵੀਡੀਓ ਵੀ ਖੋਲ੍ਹਣੀ ਹੈ, PPT ਵੀ ਖੋਲ੍ਹਣਾ ਚਾਹੁੰਦੇ ਹਾਂ, ਕਈ ਵਾਰੀ ਕੋਈ ਆਨਲਾਈਨ ਪੜ੍ਹਾ ਰਿਹਾ ਹੁੰਦਾ ਬਰਾਊਜ਼ਰ 'ਚ, ਤੇ ਅਸੀਂ GIF ਫਾਈਲਾਂ ਵੀ ਖੋਲ੍ਹਣੀਆਂ ਨੇ, ਤਾਂ ਉਹਨਾਂ ਦੀ ਸਪੋਰਟ ਕਰਨ ਦੇ ਲਈ ActiveX ਟੈਕਨੋਲੋਜੀ ਵਰਤੀ ਜਾਊਗੀ। ActiveX ਦੀ ਸਿਮੀਲਰ ਹੁੰਦਾ ਜਾਵਾ ਐਪਲੇਟਸ ਵਾਸਤੇ। ਜਾਵਾ ਐਪਲੇਟ ਵੀ ਜਿਵੇਂ ਸਾਡੇ ਕੋਲੇ ਮੋਬਾਈਲ ਦੀਆਂ ਐਪਲੀਕੇਸ਼ਨਾਂ ਬਣਦੀਆਂ ਨੇ, ਜਾਵਾ 'ਚ ਬਣਦੀਆਂ ਨੇ, ਜਾਵਾ ਐਪਲੇਟ ਕੀ ਕਰਦਾ? ਉਹਦੀਆਂ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਾਉਂਦਾ, ਠੀਕ ਹੈ। ਪਲੱਗਇਨ, ਜਿੰਨੇ ਵੀ ਪਲੱਗਇਨ ਹੁੰਦੇ ਨੇ ActiveX ਦੇ, ਉਹ ਆਪਾਂ ਬਰਾਊਜ਼ਰ ਦੇ ਵਿੱਚ ਐਡ ਕਰ ਲਏ ਜਾਂਦੇ ਨੇ, ਠੀਕ ਹੈ, ਵਧੀਆ ਚੀਜ਼ਾਂ ਪ੍ਰੋਵਾਈਡ ਕਰਨ ਦੇ ਲਈ। ਫਿਰ 3 ਚੀਜ਼ਾਂ ਸੀ ਆਪਾਂ ਦੇਖਿਆ ਵੀ HTML ਹੈ ਜਿਹੜੇ ਪੇਜਾਂ ਨੂੰ ਬਣਾਉਣ ਲਈ ਵਰਤੀ ਜਾਂਦੀ ਹੈ। CSS ਹੈ ਕਾਸਕੇਡਿੰਗ ਸਟਾਈਲ ਸ਼ੀਟ ਹੈ, ਬੈਕਗਰਾਊਂਡ ਵਗੈਰਾ, ਫੌਂਟ ਕਲਰ, ਬੈਕਗਰਾਊਂਡ, ਸਾਰੀਆਂ ਚੀਜ਼ਾਂ ਇਹਦੇ ਨਾਲ ਸੈੱਟ ਹੁੰਦੀਆਂ ਨੇ। ਜਾਵਾਸਕ੍ਰਿਪਟ ਦੇ ਨਾਲ ਐਨੀਮੇਸ਼ਨਾਂ ਵਗੈਰਾ ਘੁੰਮਦੇ ਘਮਾਉਂਦੇ ਨੇ, ਉਹ ਸਾਰੀਆਂ ਚੀਜ਼ਾਂ ਰੰਗ ਰੁੰਗ CSS ਭਰਦੀ ਹੈ। CSS ਦੀ ਐਬਰੀਵੇਸ਼ਨ ਯਾਦ ਕਰ ਲਿਓ, ਕਾਸਕੇਡਿੰਗ ਸਟਾਈਲ ਸ਼ੀਟ, ਸਟਾਈਲ ਪ੍ਰੋਵਾਈਡ ਕਰਦੇ, ਸਟਾਈਲਿਸ਼ ਜਿਹਾ, ਕਾਸਕੇਡਿੰਗ ਸਟਾਈਲ ਸ਼ੀਟ। ਕਲੀਅਰ ਹੋਈ ਗੱਲ? ਅੱਗੇ ਆ ਗਿਆ ASP ਹੈ ਐਕਟਿਵ ਸਰਵਰ ਪੇਜਸ, ਤੇ ਇਹ ਡਿਵੈਲਪਮੈਂਟ, ਇਟ ਇਜ਼ ਏ ਡਿਵੈਲਪਮੈਂਟ ਫਰੇਮਵਰਕ ਯੂਜ਼ਡ ਫॉर ਬਿਲਡਿੰਗ ਵੈਬ ਪੇਜ। ਵੈਬ ਪੇਜ ਨੂੰ ਬਿਲਡ ਕਰਨ ਦੇ ਲਈ ਬਣਾਇਆ ਜਾਂਦਾ ਇਹ ਐਕਟਿਵ ਸਰਵਰ ਪੇਜਸ। ਇਹ 1998 ਦੇ ਵਿੱਚ ਮਾਈਕਰੋਸੌਫਟ ਨੇ ਬਣਾਇਆ ਸੀ।
ਐਜ਼ ਇਟਸ ਫਸਟ ਸਰਵਰ ਸਾਈਡ ਸਕ੍ਰਿਪਟਿੰਗ ਦੇ ਲਈ ਬਣਿਆ ਸੀ। ਸਰਵਰ ਸਾਈਡ ਤੇ ਵੈਬਸਾਈਟਾਂ ਬਣਾਉਣ ਦੇ ਲਈ, ਸਕ੍ਰਿਪਟਿੰਗ ਕਰਨ ਦੇ ਲਈ ASP ਬਣਿਆ ਸੀ, ਠੀਕ ਹੈ ਜੀ। ਫਾਈਲ ਐਕਸਟੈਂਸ਼ਨ ਕਿਹੜੀ ਸੀ ASP ਦੀ .ASP, ਨਾਰਮਲੀ ਰਿਟਨ ਇਨ VB ਸਕ੍ਰਿਪਟ 'ਚ ਲਿਖੀ ਗਈ, ਨਹੀਂ ਵੈਸੇ ਲੋਡ ਨਹੀਂ ਬਾਹਲੀ ਡਿਟੇਲ ਦੱਸ ਰਿਹਾ ਮੈਂ। ਇਟ ਇਜ਼ ਓਲਡ ਬਟ ਸਟਿਲ ਪਾਵਰਫੁਲ ਟੂਲਸ ਫॉर ਮੇਕਿੰਗ ਡਾਇਨਾਮਿਕ ਵੈਬ ਪੇਜਸ। ਡਾਇਨਾਮਿਕ ਵੈਬ ਪੇਜਸ ਵਾਸਤੇ ਇਹ ਓਲਡ ਹੈ ਬਟ ਹਜੇ ਵੀ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਇਹ PHP ਵਰਗਾ ਹੀ ਹੁੰਦਾ ਹੈ ASP। ਤੇ ਫਿਰ ASP.NET ਬਣਿਆ 2002 ਦੇ ਵਿੱਚ, ਮਾਈਕਰੋਸਾਫਟ ਦੁਆਰਾ ਬਣਾਇਆ ਗਿਆ, ਸਕਸੈਸਰ ਸੀਗਾ ASP ਦਾ, ਡਾਟ ਨਹੀਂ ਆਉਣਾ ਸੀ ਇੱਥੇ। ਇਟ ਇਜ਼ ਆਲਸੋ ਸਰਵਰ ਸਾਈਡ ਵੈਬ ਫਰੇਮਵਰਕ। ਸਰਵਰ ਸਾਈਡ ਇਹ ਵੈਬ ਫਰੇਮਵਰਕ ਸੀਗਾ ਜਿਹੜਾ ਓਪਨ ਸੋਰਸ ਹੈ, ਵਿਚ ਡਿਜ਼ਾਈਨਡ ਫॉर ਜਨਰੇਟਿੰਗ ਡਾਇਨਾਮਿਕ ਵੈਬ ਪੇਜਸ। ਡਾਇਨਾਮਿਕ ਵੈਬ ਪੇਜਸ ਬਣਾਉਣ ਲਈ ਇਹ ਵਰਤਿਆ ਜਾਂਦਾ ਹੈ ਨਾ। ਤੇ ਇਹ ਜਿਵੇਂ ਅੱਜ ਕੱਲ੍ਹ ਲੇਟੈਸਟ ਵਰਜਨ ਪੁੱਛ ਲੂਗਾ ਤੁਹਾਨੂੰ, ਅੱਜ ਕੱਲ੍ਹ ASP.NET ਦਾ 4.6 ਵਰਜਨ ਚੱਲਦਾ, ਤੇ ਇਹ .ASPX ਦੀ ਐਕਸਟੈਂਸ਼ਨ ਹੈ ਤੇ C# ਲੈਂਗੁਏਜ ਦੇ ਵਿੱਚ ਇਹ ਲਿਖਿਆ ਜਾਂਦਾ ਹੈ। ASP.NET ਇੱਕ ਫਰੇਮਵਰਕ ਹੈ ਜਿਹੜਾ ਸਰਵਰ ਸਾਈਡ ਸਕ੍ਰਿਪਟਿੰਗ ਕਰਨ ਦੇ ਲਈ ਵਰਤਿਆ ਜਾਂਦਾ ਵੈਬ ਪੇਜਸ ਵਾਸਤੇ, ਠੀਕ ਹੈ, ਯਾਦ ਰੱਖਣਾ। ਫਿਰ .NET ਕੀ ਹੈ, ਇਹ ਵੀ ਫਰੇਮਵਰਕ ਹੈ, ਮਾਈਕਰੋਸਾਫਟ ਨੇ ਬਣਾਇਆ। ਇਹ ਐਪਲੀਕੇਸ਼ਨਾਂ ਵਾਸਤੇ ਵਰਤਿਆ ਜਾਂਦਾ, ਨੈਸੈਸਰੀ ਟੂਲ ਟੂ ਡਿਵੈਲਪ ਐਪਲੀਕੇਸ਼ਨ ਐਂਡ ਡਿਪਲੋਏ ਐਪਲੀਕੇਸ਼ਨ। .NET ਫਰੇਮਵਰਕ ਸਪੈਸ਼ਲੀ ਯੂਜ਼ ਟੂ ਕ੍ਰੀਏਟ ਇਨ C# ਦੇ ਵਿੱਚ ਬਣਾ ਸਕਦੇ ਹਾਂ, ਬਟ ਦੂਜੀਆਂ ਲੈਂਗੁਏਜ ਜਿਵੇਂ C++, ਵਿਜ਼ੂਅਲ ਬੇਸਿਕ, ਜਾਵਾਸਕ੍ਰਿਪਟ ਤੇ ਪਾਈਥਨ, ਇਹਨਾਂ ਦੇ ਵਿੱਚ ਵੀ ਆਪਾਂ .NET ਫਰੇਮਵਰਕ ਨੂੰ ਡਿਜ਼ਾਈਨ ਕਰ ਸਕਦੇ ਹਾਂ। ਹੁਣ ਦੋਨਾਂ 'ਚ ਫਰਕ ਕੀ ਹੈ .NET ਫਰੇਮਵਰਕ ਤੇ ASP.NET ਦੇ ਵਿੱਚ? ਤੇ ਜਿਹੜਾ .NET ਫਰੇਮਵਰਕ ਹੈ ਇਹ ਸੌਫਟਵੇਅਰ ਫਰੇਮਵਰਕ ਆ that allows developing and running executing application। .NET ਫਰੇਮਵਰਕ ਐਪਲੀਕੇਸ਼ਨਾਂ ਵਾਸਤੇ, ਜਿਵੇਂ ਆਪਾਂ ਚਲਾਉਂਦੇ ਨਹੀਂ ਫੋਨ ਦੇ ਵਿੱਚ, ਐਂਡਰੋਇਡ ਦੇ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨਾਂ ਨੇ, ਜਾਂ ਕੋਈ ਸੌਫਟਵੇਅਰ ਡਾਊਨਲੋਡ ਕਰਦੇ ਹਾਂ ਕੰਪਿਊਟਰ ਦੇ ਵਿੱਚ, ਜਿੰਨੀਆਂ ਵੀ ਐਪਲੀਕੇਸ਼ਨਾਂ ਚੱਲਣਗੀਆਂ ਉਹ .NET ਫਰੇਮਵਰਕ ਉਹਨਾਂ ਵਾਸਤੇ ਚਾਹੀਦਾ ਹੋਊਗਾ। ਤਾਂ ਇਹ ਹੈਲਪ ਪ੍ਰੋਵਾਈਡ ਕਰਦਾ, ਸਹਾਇਤਾ ਆਪਾਂ ਨੂੰ ਦਿੰਦਾ। ਇਹਦੇ ਤੋਂ ਬਿਨਾਂ ਐਪਲੀਕੇਸ਼ਨਾਂ ਨਹੀਂ ਚੱਲਦੀਆਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਪੋਰਟ ਨਹੀਂ ਕਰਦੀਆਂ। ਉਹਨਾਂ ਨੂੰ ਸਪੋਰਟ ਕਰਨ ਦੇ ਲਈ ਸਾਨੂੰ .NET ਫਰੇਮਵਰਕ ਪਾਉਣਾ ਪੈਂਦਾ ਹੈ। ਤੇ ਜੇ ਆਪਾਂ ASP.NET ਦੀ ਗੱਲ ਕਰੀਏ, ਇਹ ਵੈਬ ਫਰੇਮਵਰਕ ਹੈ, ਇਹ ਵੈਬ ਪੇਜਸ ਵਾਸਤੇ ਹੈ, ਠੀਕ ਹੈ। ਜਿਵੇਂ ਹੁਣ ਆਪਾਂ ਗੱਲ ਕਰੀਏ, ਕੋਈ ਸਿੰਗਰ ਬੰਦਾ ਹੈ, ਲੇਮੈਨ ਸਮਝਦੇ ਹਾਂ, ਕੋਈ ਸਿੰਗਰ ਬੰਦਾ ਉਹ ਗਾਣਾ ਵਧੀਆ ਤਾਂ ਹੀ ਗਾਊਗਾ ਜੇ ਸਾਊਂਡ ਵਧੀਆ ਹੋਊਗਾ। ਤਾਂ ਸਾਊਂਡ ਉਹਦੇ ਲਈ ਇੱਕ ਫਰੇਮਵਰਕ ਹੈ, ਤਾਂ ਉੱਥੇ ਉਹਨੂੰ ਸਾਊਂਡ ਚਾਹੀਦਾ। ਸਾਊਂਡ ਇਹ ਵੀ ਨਹੀਂ ਵੀ ਖੁੱਲ੍ਹੇ ਮੈਦਾਨ 'ਚ ਆਪਾਂ ਸਾਊਂਡ ਲਾ ਦਈਏ, ਤਾਂ ਸਾਊਂਡ ਪ੍ਰੂਫ ਹੋਣਾ ਚਾਹੀਦਾ। ਕਈ ਵਾਰੀ ਆਪਾਂ ਦੇਖਿਆ ਵੀ ਕਿਸੇ ਰੈਸਟੋਰੈਂਟ 'ਚ ਜਾਂਦੇ ਹਾਂ, ਆਵਾਜ਼ ਗੂੰਜਦੀ ਹੈ, ਥੀਏਟਰ ਵਾਲੇ ਨੇ ਉਹ ਸਾਊਂਡ ਪ੍ਰੂਫ ਕੰਧਾਂ ਲਾਉਂਦੇ ਨੇ ਵੀ ਸਾਊਂਡ ਹੈ ਜਿਹੜੀ ਗੂੰਜੇ ਨਾ ਜ਼ਿਆਦਾ। ਤਾਂ ਉਹ ਚੀਜ਼ਾਂ ਕੀ ਨੇ, ਸਿੰਗਰ ਦੇ ਗਾਉਣ ਦੇ ਲਈ ਇੱਕ ਫਰੇਮਵਰਕ ਨੇ। ਉਵੇਂ ਹੀ ਐਪਲੀਕੇਸ਼ਨਾਂ ਵਾਸਤੇ ਜਿਹੜਾ ਫਰੇਮਵਰਕ ਆ ਉਹ .NET ਹੈ, ਤੇ ASP.NET ਹੈ ਜਿਹੜਾ ਵੈਬ ਐਪਲੀਕੇਸ਼ਨ ਆ, ਡਾਇਨਾਮਿਕ ਐਪਲੀਕੇਸ਼ਨ ਆ, ਵੈਬ ਵਾਸਤੇ ਡਿਜ਼ਾਈਨ ਵਾਸਤੇ .NET ਫਰੇਮਵਰਕ ਆ, ਠੀਕ ਆ। ਤਾਂ ਆਪਾਂ ਪੜ੍ਹਦੇ ਹਾਂ, ਕਹਿੰਦਾ ਕਿਹੜੀਆਂ ਸਟੇਟਮੈਂਟਾਂ ਕਰੈਕਟ ਨੇ। ਆਹ ਦੇਖੋ ਭੁੱਲ ਗਏ ਸੀ ਨਾ ਆਪਾਂ, ਕਰੈਕਟ ਪੁੱਛਿਆ। ਜਾਵਾਸਕ੍ਰਿਪਟ ਇਜ਼ ਸਕ੍ਰਿਪਟ ਫॉर ਇੰਟਰਨੈਟ ਐਪਲੀਕੇਸ਼ਨ ਟੂ ਕ੍ਰੀਏਟ ਫਾਰਮ, ਟੇਬਲ, UGI ਕੰਪੋਨੈਂਟ, ਬਿਲਕੁਲ ਠੀਕ ਹੈ, ਇਹਦੇ ਲਈ ਵਰਤੀ ਜਾਂਦੀ ਹੈ। ActiveX ਸਪੋਰਟ ਆਲ ਫੀਚਰ ਆਫ ਇੰਟਰਨੈਟ, ਇਹ ਵੀ ਠੀਕ ਹੈ, ਇੰਟਰਨੈਟ ਐਕਸਪਲੋਰਰ ਵਾਸਤੇ ਵਰਤਿਆ ਜਾਂਦਾ ਹੈ। ASP ਐਂਡ .NET ਆਲਸੋ ਇਨਹਾਂਸ ਦੀ ਡਿਵੈਲਪਮੈਂਟ ਆਫ ਇੰਟਰਨੈਟ, ਇਨਹਾਂਸ ਤਾਂ ਕਰਦਾ ਹੀ ਹੈ, ਕਿਉਂਕਿ ਡਾਇਨਾਮਿਕ ਜਿਹੜੀਆਂ ਵੈਬਸਾਈਟਾਂ ਉਹਨਾਂ ਵਾਸਤੇ ਆਪਾਂ ਨੂੰ ਪਤਾ ASP ਵਰਤਿਆ ਜਾਂਦਾ ਹੈ, ਤੇ ਜਿਹੜੀਆਂ ਐਪਲੀਕੇਸ਼ਨਾਂ ਬਣਨਗੀਆਂ ਉਹਨਾਂ ਵਾਸਤੇ .NET ਹੈ। ਤਾਂ ਇਹ ਦੋਨੋਂ ਹੀ ਹੈਲਪ ਕਰਦੇ ਨੇ, ਤਾਂ ਕਰਕੇ ਇਹਦਾ ਆਨਸਰ B ਹੈ। ਤੇ ਤਿੰਨੋਂ ਚੀਜ਼ਾਂ ਠੀਕ ਨੇ, ਤੇ ਕੁਐਸਚਨ ਆਪਣੇ ਹੋ ਗਏ ਪੂਰੇ। ਤੇ ਇਹ ਸੀਗਾ ਆਪਣਾ 6ਵਾਂ ਪਾਰਟ। 2 ਪਾਰਟ ਹੋਰ ਮੇਰੇ ਕੋਲ ਪਏ ਨੇ ਕੁਐਸਚਨਾਂ ਦੇ, ਸੋ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਵੀ ਤੁਹਾਨੂੰ ਕਰਾਵਾਂ। ਇਸ ਤੋਂ ਬਿਨਾਂ ਆਪਾਂ ਬਹੁਤ ਸਾਰੀਆਂ ਵੀਡੀਓ ਹੋਰ ਵੀ ਬਣਾਈਆਂ ਨੇ, ਐਕਸਪੈਕਟਡ ਕੁਐਸਚਨਾਂ ਦੀਆਂ ਬਣਾਈਆਂ ਨੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਤੇ VOIP ਤੇ ਵੀ ਮੈਂ ਕੋਸ਼ਿਸ਼ ਕਰੂੰਗਾ, ਜੇ ਟਾਈਮ ਹੋਇਆ ਤਾਂ ਆਪਾਂ ਥਿਊਰੀ ਦੇ ਨੋਟਸ ਪ੍ਰੋਵਾਈਡ ਕਰਾ ਦਾਂਗੇ। ਤੇ ਆਈ ਹੋਪ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ।